ਪੱਖ ਦੀਆਂ ਖਬਰਾਂ ਦੇਖਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਅਜੀਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ। ਔਰ ਮੇਰਾ ਸਾਥ ਦੇਣ ਜਾ ਰਹੇ ਨੇ ਮੋਹਾਲੀ ਤੋਂ ਸ਼ਬਦੀਸ਼ ਜੀ ਤੇ ਨਾਲ ਹੀ ਮੋਹਾਲੀ ਤੋਂ ਸੀਪੀ ਸਿੰਘ ਜੀ, ਚੰਡੀਗੜ੍ਹ ਤੋਂ ਹੀ ਮੇਰਾ ਸਾਥ ਦੇਣ ਜਾ ਰਹੇ ਨੇ ਪ੍ਰਭਮੀਤ ਸਿੰਘ ਜੀ। ਆਪ ਸਾਰਿਆਂ ਦਾ ਪੱਖ ਦੀਆਂ ਖਬਰਾਂ 'ਚ ਸਵਾਗਤ ਹੈ ਜੀ। ਥੈਂਕ ਯੂ ਜੀ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਇਹੋ ਜਿਹੀ ਘਟਨਾ ਤੇ ਜਿਹੜੀ ਅਕਸਰ ਸਾਨੂੰ ਉਦਾਸ ਕਰ ਦਿੰਦੀਆਂ ਇਹੋ ਜਿਹੀਆਂ ਘਟਨਾਵਾਂ। ਮੈਂ ਗੱਲ ਕਰ ਰਿਹਾ ਦਿੱਲੀ ਦੇ ਰਾਮਜਸ ਕਾਲਜ ਦੇ ਵਿੱਚ ਕੋਈ ਇੱਕ ਸੈਮੀਨਾਰ ਰੱਖਿਆ ਗਿਆ ਸੀ, ਜਿਹੜਾ ਹੈ ਸੀ ਉੱਥੇ ਦੀ ਲਿਟਰੇਰੀ ਸੁਸਾਇਟੀ ਰਾਮਜਸ ਕਾਲਜ ਦੀ। ਉਹਨਾਂ ਨੇ ਰੱਖਿਆ ਸੀ ਪ੍ਰੋਗਰਾਮ, ਤੇ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਜਵਾਹਰ ਲਾਲ ਯੂਨੀਵਰਸਿਟੀ 'ਚ ਪੜ੍ਹਦੇ ਔਰ PhD ਕਰਦੇ ਦੋ ਸਟੂਡੈਂਟਸ ਉਮਰ ਖਾਲਦ ਤੇ ਸਹੇਲਾ ਰਸ਼ੀਦ, ਉਹਨਾਂ ਨੂੰ ਇਨਵਾਈਟ ਕੀਤਾ ਸੀ। ਔਰ ਇਹ ਉਹ ਸਟੂਡੈਂਟ ਨੇ ਜਿਨ੍ਹਾਂ ਦੇ ਪਿਛਲੇ ਸਾਲ ਜਦੋਂ ਜਵਾਹਰ ਲਾਲ ਯੂਨੀਵਰਸਿਟੀ ਦੇ ਵਿੱਚ ਕਾਫੀ ਸਟੂਡੈਂਟਸ ਯੂਨੀਅਨ ਦਾ ਰੌਲਾ ਪਿਆ ਸੀ ਤੇ ਉੱਥੇ ਦੋਸ਼ ਲੱਗੇ ਸੀ ਇਹਨਾਂ ਦੇ ਨਾਲ ਕਨ੍ਹਈਆ ਕੁਮਾਰ ਦੇ ਕਿ ਇਹਨਾਂ ਨੇ ਕੋਈ ਐਂਟੀ ਨੈਸ਼ਨਲ ਨਾਅਰੇ ਲਾਏ ਸੀ ਜਾਂ ਇਹੋ ਜਿਹਾ ਕੁਝ ਲੋਕਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਵਿੱਚ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਤੇ ਨਾਲ ਕਾਫੀ ਕੁਝ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਸੀ। ਲੈਕਚਰ ਦਿੱਤੇ ਸੀ ਜਿਹਦੇ 'ਚ ਗਰੀਬੀ ਤੋਂ ਆਜ਼ਾਦੀ ਦੀ ਵੀ ਗੱਲ ਕੀਤੀ ਸੀ ਤੇ ਮਸਲਾ ਬੜਾ ਭਖ ਗਿਆ ਸੀ ਕਿਉਂਕਿ RSS ਤੇ BJP ਨੂੰ ਐਫੀਲੀਏਟਡ ਜਿਹੜੀ ਆਲ ਇੰਡੀਆ ਵਿਦਿਆਰਥੀ ਪ੍ਰੀਸ਼ਦ ਹੈ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਉਹਨਾਂ ਨੇ ਬੜੀ ਵਿਰੋਧਤਾ ਕੀਤੀ ਸੀ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੇ ਉੱਤੇ ਕੇਸ ਵੀ ਸੈਡੀਸ਼ਨ ਦੇ ਰਜਿਸਟਰਡ ਹੋਏ ਸੀ ਉਮਰ ਖਾਲਦ ਤੇ ਕਨ੍ਹਈਆ ਕੁਮਾਰ ਦੇ। ਸੋ ਅੱਜ ਜਦੋਂ ਇਹਨਾਂ ਨੂੰ ਰਾਮਜਸ ਕਾਲਜ ਜਿਹੜਾ ਦਿੱਲੀ ਯੂਨੀਵਰਸਿਟੀ ਨਾਲ ਐਫੀਲੀਏਟਡ ਹੈ, ਉੱਥੇ 21 ਤਰੀਕ ਨੂੰ ਟਿਊਜ਼ਡੇ ਜਿਹੜਾ ਲੰਘਿਆ ਮੰਗਲਵਾਰ, ਉਦੋਂ ਬੁਲਾਇਆ ਗਿਆ ਤੇ ਉਮਰ ਖਾਲਦ ਨੇ ਇੱਕ ਲੈਕਚਰ ਦੇਣਾ ਸੀ, ਵਾਰ ਇਨ ਆਦਿਵਾਸੀ ਏਰੀਆ ਇਨ ਇੰਡੀਆ। ਪਰ ਉੱਥੇ ਜਿਹੜੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਿੱਲੀ ਸਟੂਡੈਂਟ ਯੂਨੀਅਨ ਦੇ ਲੀਡਰ ਸੀ, ਉਹ ਆਪਣੇ ਸਮਰਥਕਾਂ ਨਾਲ ਇਹਨਾਂ ਨੂੰ ਜਦੋਂ ਇਹ ਰਸਤੇ 'ਚ ਆ ਰਹੇ ਸੀ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਚੱਲਦੇ ਸੈਮੀਨਾਰ ਨੂੰ ਰੋਕਿਆ। ਔਰ ਪੁਲਿਸ ਨੇ ਜਿਹੜਾ ਹੈਗਾ ਉਹ ਵੀ ਪ੍ਰਿੰਸੀਪਲ ਨੂੰ ਕਿਹਾ ਕਿ ਅਸੀਂ ਇਸ ਨੂੰ ਸੁਰੱਖਿਅਤ ਨਹੀਂ ਰੱਖ ਸਕਾਂਗੇ ਇਸ ਪ੍ਰੀਮਾਈਸਿਸ ਨੂੰ, ਤੇ ਇਸ ਆਧਾਰ ਦੇ ਉੱਤੇ ਪ੍ਰਿੰਸੀਪਲ ਮਿਸਟਰ ਪ੍ਰਸਾਦ ਤੇ ਉੱਥੇ ਇੱਕ ਇੰਗਲਿਸ਼ ਟੀਚਰ ਨੇ ਵਨੀਤਾ ਚੰਦਰਾ, ਉਹਨਾਂ ਨੇ ਉਸ ਨੂੰ ਰੋਕ ਦਿੱਤਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕਿਸੇ ਨੂੰ ਮਿਸਟਰ ਉਮਰ ਖਾਲਦ ਜਾਂ ਉਹਨਾਂ ਦੇ ਸਾਥੀਆਂ ਦੇ ਜਿਹੜੇ ਵਿਚਾਰ ਨੇ ਉਹ ਨਹੀਂ ਪਸੰਦ, ਤਦ ਕਿਆ ਉਹਨਾਂ ਨੂੰ ਵਿਚਾਰ ਆਪਣੇ ਪੇਸ਼ ਕਰਨ ਦੀ ਵੀ ਇਜਾਜ਼ਤ ਨਹੀਂ ਦੇਣੀ ਚਾਹੀਦੀ? ਕਿ ਜੇ ਕੋਈ ਵਿਚਾਰ ਦਿੰਦਾ ਹੈ ਉਸ ਵਿਚਾਰ ਦੀ ਵਿਰੋਧਤਾ ਵਿਚਾਰਾਂ ਨਾਲ ਕਰਨੀ ਚਾਹੀਦੀ ਹੈ ਕਿ ਆਪਣੇ ਵਿਚਾਰ ਵਿਅਕਤ ਕਰਨ ਦੀ ਆਜ਼ਾਦੀ ਦੇ ਵਿੱਚ ਖਲਲ ਪਾ ਕੇ ਕਰਨੀ ਚਾਹੀਦੀ ਹੈ? ਇਹ ਬਹੁਤ ਵੱਡਾ ਮੁੱਦਾ ਹੈ। ਕਿਸੇ ਦੇ ਵਿਚਾਰ ਨਿੰਦਣਯੋਗ ਹੋ ਸਕਦੇ ਨੇ, ਕਿਸੇ ਦੇ ਵਿਚਾਰਾਂ ਤੇ ਨੁਕਤਾਚੀਨੀ ਕੀਤੀ ਜਾ ਸਕਦੀ ਹੈ ਜਾਂ ਕਿਸੇ ਦੇ ਵਿਚਾਰਾਂ ਦੀ ਵਿਰੋਧਤਾ ਵੀ ਕੀਤੀ ਜਾ ਸਕਦੀ ਹੈ, ਪਰ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਕਿਸੇ ਨੂੰ ਵਿਚਾਰ ਆਪਣੇ ਪੇਸ਼ ਕਰਨ ਦੇਣ ਤੋਂ ਰੋਕ ਦੇਣਾ, ਕਿਆ ਇਹਨੂੰ ਇੱਕ ਸਿਹਤਮੰਦ ਰੁਝਾਨ ਕਿਹਾ ਜਾ ਸਕਦਾ ਹੈ ਕਿ ਇੱਕ ਇਹ ਧੌਂਸ ਦੀ ਰਾਜਨੀਤੀ ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਉਹ ਚੀਜ਼ ਹੈ? ਸੋ ਇਹਦੇ ਬਾਰੇ ਸਭ ਤੋਂ ਪਹਿਲਾਂ ਸ਼ਬਦੀਸ਼ ਜੀ ਮੈਂ ਆਪ ਜੀ ਦੇ ਵਿਚਾਰ ਜਾਣਨਾ ਚਾਹਾਂਗਾ ਜੀ। ਅਜੀਤ ਜੀ, ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ? ਬਿਲਕੁਲ ਆ ਰਹੀ ਹੈ। ਹਾਂਜੀ, ਦੇਖੋ ਗੱਲ ਇਹ ਹੈ ਕਿ 1 ਸਾਲ ਪਹਿਲਾਂ JNU ਦੇ ਵਿੱਚ ਜੋ ਕੁਝ ਵੀ ਘਟਨਾਕ੍ਰਮ ਵਾਪਰਿਆ, ਜਿਹਦੇ ਵਿੱਚ ਕਨ੍ਹਈਆ ਕੁਮਾਰ ਤੇ ਉਮਰ ਖਾਲਦ ਸਮੇਤ 5 ਨੌਜਵਾਨਾਂ ਦੇ ਉੱਤੇ
ਦੇਸ਼ ਧਰੋਹ ਦੇ ਕੇਸ ਦਰਜ ਕੀਤੇ ਗਏ, ਉਹਨਾਂ ਦੇ ਉੱਤੇ ਅਦਾਲਤਾਂ ਵਿੱਚ ਪੇਸ਼ੀ ਵੇਲੇ ਵੀ ਹਮਲੇ ਤੱਕ ਕੀਤੇ ਗਏ ਵਕੀਲਾਂ ਵੱਲੋਂ। ਔਰ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਸਾਬਤ ਕਰਨ ਦਾ ਯਤਨ ਕੀਤਾ ਜਾਂਦਾ ਕਿ ABVP RSS ਨਾਲ ਜੁੜੇ ਕੋਈ ਵੀ ਸੰਗਠਨ ਦੇ ਲੋਕ ਬਿਨਾਂ ਕਿਸੇ ਕਿੰਤੂ ਰਹਿਤ ਦੇਸ਼ ਭਗਤ ਹਨ, ਤੇ ਜਿਹੜੇ ਲੋਕ RSS ਦੀ ਹਿੰਦੂਤਵ ਪਾਲਿਸੀ ਨੂੰ ਨਹੀਂ ਮੰਨਦੇ, ਉਸ ਵਿਚਾਰਧਾਰਾ ਦਾ ਵਿਰੋਧ ਕਰਦੇ ਨੇ, ਉਹ ਬਿਨਾਂ ਕਿਸੇ ਸਬੂਤ ਤੋਂ ਬਿਲਕੁਲ ਦੇਸ਼ ਧਰੋਹੀ ਸਾਬਤ ਕੀਤੇ ਜਾਂਦੇ। ਜ਼ਰੂਰ ਉਹਨਾਂ ਉੱਤੇ ਦਰਜ ਹੋਇਆ, ਪਰ ਸਾਬਤ ਅਜੇ ਤੱਕ ਨਹੀਂ ਹੋ ਸਕਿਆ ਕਿ ਉਹ ਸੱਚਮੁੱਚ ਦੇਸ਼ ਧਰੋਹ ਦੇ ਕੇਸਾਂ ਦੇ ਵਿੱਚ ਇਨਵੋਲਵ ਸਨ ਕਿ ਨਹੀਂ। ਦੂਸਰੀ ਗੱਲ ਇਹ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਨੇ, ਚਾਹੇ ਉਹਨਾਂ ਦੇ ਵਿੱਚ ਕੋਈ ਵੀ ਸਮੱਸਿਆ ਹੋਵੇ, ਚਾਹੇ ਉਹ ਜਿਹਨੂੰ ਰੈੱਡ ਕੋਰੀਡੋਰ ਕਹਿ ਦਿੰਦੇ ਨੇ, ਮਾਓਇਸਟ ਏਰੀਆ ਕਹਿ ਦਿੰਦੇ ਨੇ, ਉਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਗੱਲਾਂ ਹੁਣ ਤਾਜ਼ਾ ਰਿਪੋਰਟ ਵੀ ਐਮਨੈਸਟੀ ਇੰਟਰਨੈਸ਼ਨਲ ਦੀ ਆਈ ਆ। ਮੈਂ ਇਹ ਨਹੀਂ ਕਹਿੰਦਾ ਕਿ ਐਮਨੈਸਟੀ ਇੰਟਰਨੈਸ਼ਨਲ ਹਰ ਵਾਰ ਜੈਨੂਅਨ ਰਿਪੋਰਟ ਹੀ ਦਿੰਦੀ ਆ, ਹੋ ਸਕਦਾ ਕਿਸੇ ਵੇਲੇ ਮੈਂ ਵੀ ਉਹਦੇ ਨਾਲ ਐਗਰੀ ਨਾ ਕਰਾਂ, ਪਰ ਐਮਨੈਸਟੀ ਨੇ ਇੱਕ ਗੱਲ ਤਾਂ ਕਹੀ ਹੈ ਕਿ ਜਦੋਂ ਤੋਂ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਦੋਂ ਤੋਂ ਮਨੁੱਖੀ ਅਧਿਕਾਰਾਂ ਦੇ ਉੱਤੇ ਲਗਾਤਾਰ ਵਾਰ ਚੱਲਦੇ ਆ ਰਹੇ ਨੇ, ਔਰ ਮਨੁੱਖੀ ਅਧਿਕਾਰਾਂ ਦੇ ਨਾਂ ਦੇ ਉੱਤੇ ਦੇਸ਼ ਧਰੋਹ ਦੇ ਹਊਆ ਖੜਾ ਕਰਕੇ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ, ਪੁਲਿਸ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ। ਇਹ ਜਿਹੜਾ ਸਮਾਗਮ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਸੀ, ਦਿੱਲੀ ਦੇ ਵਿੱਚ ਇਸ ਸਮਾਗਮ ਦਾ ਸੀ ਪ੍ਰਦਰਸ਼ਨ ਕੀ ਸੰਸਕ੍ਰਿਤੀ ਇਹਦਾ ਨਾਂ ਸੀ, ਜਿਹੜਾ ਭਾਸ਼ਣ ਉਹਨਾਂ ਨੇ ਦੇਣਾ ਸੀ, ਤੇ ਕੀ ਦੇਸ਼ ਦੇ ਵਿੱਚ ਲੋਕਾਂ ਨੂੰ ਪ੍ਰਦਰਸ਼ਨ ਕਰਨ ਦਾ ਕਲਚਰ ਦਿੱਤਾ ਜਾਵੇ ਕਿ ਨਾ। ਮਜ਼ੇਦਾਰ ਗੱਲ ਇਹ ਹੈ ਕਿ ਉਹਨਾਂ ਨੌਜਵਾਨਾਂ ਨੂੰ ਸੈਮੀਨਾਰ ਦੇ ਵਿੱਚ ਬੋਲਣ ਨਹੀਂ ਦਿੱਤਾ ਗਿਆ, ਔਰ ਇੱਥੋਂ ਤੱਕ ਜੇ ਗੱਲ ਨਿਬੜ ਜਾਂਦੀ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਸੀ। ਕਹਿਣ ਦਾ ਇਹ ਯਤਨ ਕੀਤਾ ਜਾ ਰਿਹਾ ਕਿ ਜਿਨ੍ਹਾਂ ਨੇ 1 ਸਾਲ ਪਹਿਲਾਂ ਨਾਅਰੇ ਲਾਏ ਸਨ ਦੇਸ਼ ਨੂੰ ਤੋੜਨ ਵਾਲੇ, ਅਸੀਂ ਉਹਨਾਂ ਨੂੰ ਹੁਣ DU ਦੇ ਕਿਸੇ ਕਾਲਜ ਦੇ ਵਿੱਚ ਨਹੀਂ ਬੋਲਣ ਦਿਆਂਗੇ, ਦਿੱਲੀ ਯੂਨੀਵਰਸਿਟੀ ਦੇ ਅੰਡਰ ਆਉਣ ਵਾਲੇ ਕਿਸੇ ਅਦਾਰੇ ਦੇ ਵਿੱਚ ਵੜਨ ਨਹੀਂ ਦਿਆਂਗੇ। ਔਰ ਇਸੇ ਚੱਕਰ ਦੇ ਵਿੱਚ ਦੋਨਾਂ ਜਥੇਬੰਦੀਆਂ ਦੇ ਵਿੱਚ ਟਕਰਾਅ ਹੋਇਆ, ਖਾਸ ਕਰਕੇ ਆਇਸਾ ਦੇ ਵਿੱਚ ਤੇ ABVP ਦੇ ਵਿੱਚ। ਮੈਂ ਸਿਰਫ ਇੰਨੀ ਗੱਲ ਕਹਿ ਦੇਵਾਂ ਕਿ ABVP ਤੇ ਆਇਸਾ ਦੇ ਵਿੱਚ ਜਿਹੜਾ ਟਕਰਾਅ ਹੋਇਆ, ਇੱਕ ਗੱਲ ਬਹੁਤ ਕਲੀਅਰ ਹੈ ਕਿ ਆਇਸਾ ਉਮਰ ਖਾਲਦ ਦੀ ਆਪਣੀ ਜਥੇਬੰਦੀ ਨਹੀਂ ਹੈ। ਉਮਰ ਖਾਲਦ ਉਸ ਜਥੇਬੰਦੀ ਨਾਲ ਵਿਚਾਰਧਾਰਕ ਤੌਰ ਦੇ ਉੱਤੇ ਬਿਲਕੁਲ ਦੂਰੀ ਬਣਾ ਕੇ ਰੱਖਦੇ ਨੇ, ਉਹਦੇ ਤੋਂ ਇੱਕ ਵੱਖਰੀ ਉਹਨਾਂ ਦੀ ਰਾਏ ਹਮੇਸ਼ਾ ਰਹਿੰਦੀ ਆ JNU ਦੇ ਅੰਦਰ। ਇਸ ਕਰਕੇ ਜਦੋਂ ਆਇਸਾ ਉਹਨਾਂ ਦੇ ਬੋਲਣ ਦੇ ਅਧਿਕਾਰ ਦੇ ਉੱਤੇ ਇਸ ਗੱਲ ਦੇ ਬਾਵਜੂਦ ABVP ਦਾ ਵਿਰੋਧ ਕਰ ਰਹੀ ਹੈ, ਤਾਂ ABVP ਬਿਨਾਂ ਕਿਸੇ ਲੌਜਿਕ ਤੋਂ, ਬਿਨਾਂ ਕਿਸੇ ਤੱਥ ਤੋਂ, ਜੇ ਉਹ ਸੱਚਮੁੱਚ ਸੈਮੀਨਾਰ ਦੇ ਵਿੱਚ ਕੁਝ ਗੱਲਾਂ ਕਰਦੇ ਜਿਨ੍ਹਾਂ ਦੇ ਉੱਤੇ ਇਤਰਾਜ਼ ਕੀਤਾ ਜਾ ਸਕਦਾ, ਤਾਂ ਅਸੀਂ ਕਹਿ ਸਕਦੇ ਸੀ ਕਿ ਉਹਨਾਂ ਨੇ ਵਿਰੋਧ ਕੀਤਾ। ਬੋਲਣ ਤੋਂ ਪਹਿਲਾਂ ਤੁਸੀਂ ਵਿਰੋਧ ਸ਼ੁਰੂ ਕਰ ਦਿੱਤਾ, ਇਸ ਬਣਾ ਦੇ ਉੱਤੇ ਵਿਰੋਧ ਕਰ ਦਿੱਤਾ। 1 ਸਾਲ ਪਹਿਲਾਂ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਸੀ, ਅਸੀਂ ਉਹਨਾਂ ਨਾਲ ਐਗਰੀ ਨਹੀਂ। ਕਾਲਜ ਦੀ ਮੈਨੇਜਮੈਂਟ ਨੇ ਇਹ ਤਾਂ ਮੰਨ ਲਿਆ ਕਿ ਅਸੀਂ ਜਿਹੜਾ ਬੋਲਣ ਦੀ ਆਜ਼ਾਦੀ ਆ ਉਹਨੂੰ ਨਹੀਂ ਘਟਾ ਰਹੇ, ਅਸੀਂ ਉਹਦੇ ਤੇ ਪਾਬੰਦੀ ਨਹੀਂ ਲਾ ਰਹੇ, ਸੈਮੀਨਾਰ ਤੇ ਵੀ ਅਸੀਂ ਪਾਬੰਦੀ ਨਹੀਂ ਲਾ ਰਹੇ, ਪਰ ਅਸੀਂ ਇਸ ਗੱਲ ਦੀ ਆਗਿਆ ਨਹੀਂ ਦੇਵਾਂਗੇ ਕਿ ਜਿਹੜੇ ਉਮਰ ਖਾਲਦ ਤੇ ਸ਼ਾਇਲਾ ਰਸ਼ੀਦ ਨੇ ਇਹਨਾਂ ਨੂੰ ਬੋਲਣ ਦੀ ਆਗਿਆ ਦਿੱਤੀ ਜਾਵੇ। ਮੈਨੂੰ ਲੱਗਦਾ ABVP ਦੀ ਇੱਕ ਸਮੱਸਿਆ ਇਹ ਵੀ ਹੈ ਕਿ ਉਹ ਸੰਸਕ੍ਰਿਤੀ ਦੇ ਨਾਂ ਦੇ ਉੱਤੇ, ਭਾਰਤੀ ਸੰਸਕ੍ਰਿਤੀ ਦੇ ਨਾਂ ਦੇ ਉੱਤੇ, ਦੇਸ਼ ਭਗਤੀ ਦੇ ਹਿੰਦੂਤਵਵਾਦੀ ਰੰਗ ਦੇ ਨਾਂ ਦੇ ਉੱਤੇ ਕੋਸ਼ਿਸ਼ ਇਹ ਕਰਦੀ ਹੈ ਕਿ ਜਿਹੜੇ ਲੋਕ ਲੈਫਟ ਦੀ ਵਿਚਾਰਧਾਰਾ ਰੱਖਦੇ ਨੇ ਉਹਨਾਂ ਨੂੰ ਦੇਸ਼ ਧਰੋਹੀ ਕਿਹਾ ਜਾਵੇ, ਤੇ ਜੇ ਬਦਕਿਸਮਤੀ ਨਾਲ ਲੈਫਟ ਦੀ ਵਿਚਾਰ ਰੱਖਣ ਵਾਲਾ ਬੰਦਾ ਮੁਸਲਮਾਨ ਵੀ ਹੋਵੇ, ਫਿਰ ਤਾਂ ਉਹ ਡਬਲ ਦੇਸ਼ ਧਰੋਹੀ ਸਾਬਤ ਕੀਤਾ ਜਾ ਸਕਦਾ ਬਿਨਾਂ ਕਿਸੇ ਵਜ੍ਹਾ ਦੇ। ਇਹ ਵਿਚਾਰਧਾਰਾ ਜਿਹੜੀ ਹੈ, ਇੱਦਾਂ ਦੀ ਜਿਹੜੀ ਸੋਚਣੀ ਹੈ, ਅਸਲ ਦੇ ਵਿੱਚ ਬੇਸਿਕ ਸਮੱਸਿਆ ਸਾਡੇ ਦੇਸ਼ ਦੀ ਹੁਣ ਇਹ ਬਣ ਗਈ ਹੈ। ਕੋਈ ਸੱਚਮੁੱਚ ਦੇਸ਼ ਧਰੋਹੀ ਕੰਮ ਕਰਦਾ, ਉਹਦੇ ਖਿਲਾਫ ਭਾਰਤ ਦੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਸਕਦੀ, ਪਰ ਮੇਰਾ ਲੈਫਟ ਹੋਣਾ, ਮੇਰਾ ਮੁਸਲਮਾਨ ਹੋਣਾ, ਮੇਰੀ ਦੇਸ਼ ਭਗਤੀ ਨੂੰ ਤੈਅ ਨਾ ਕਰੇ, ਇਹ ਗੱਲ ਬਿਲਕੁਲ ਗਲਤ ਹੈ। ਮੇਰਾ ਹਿੰਦੂ ਹੋਣਾ, ਮੇਰਾ ABVP ਦੇ ਹੱਕ 'ਚ ਹੋਣਾ, ਮੇਰਾ RSS ਦੇ ਹੱਕ 'ਚ ਹੋਣਾ ਬਿਨਾਂ ਵਜ੍ਹਾ ਇਹ ਸਾਬਤ ਨਾ ਕਰਦੇ ਕਿ ਮੈਂ ਦੇਸ਼ ਦਾ ਸੱਚਾ ਦੇਸ਼ ਭਗਤ ਹਾਂ। ਇਹ ਜਿਹੜੀ ਸਮੱਸਿਆ ਆ ਗਈ ਹੈ ਦੇਸ਼ ਭਗਤੀ ਨੂੰ ਆਪਣੇ ਤਰੀਕੇ ਨਾਲ ਡਿਫਾਈਨ ਕਰਨ ਦੀ, ਕਾਨੂੰਨ ਤੋਂ ਬਾਹਰ ਜਾ ਕੇ, ਮੇਰੇ ਮੁਤਾਬਕ ਇਸ ਘਟਨਾ ਦੇ ਪਿੱਛੇ ਬੇਸਿਕ ਪ੍ਰੋਬਲਮ ਇਹ ਕਹੀ ਜਾ ਸਕਦੀ ਹੈ। ਹੈਲੋ CP ਸਿੰਘ ਜੀ, ਤੁਹਾਡੇ ਤੋਂ ਮੇਰਾ ਸਵਾਲ ਇਹ ਹੈ
ਕਿ ਉਹਨਾਂ ਦੀ ਵਿਚਾਰਧਾਰਾ ਕੀ ਹੈ ਔਰ ਉਹ ਇਸ਼ੂ ਨਹੀਂ ਹੋਣਾ ਚਾਹੀਦਾ ਹੈਗਾ, ਕਿਉਂਕਿ ਜਿੱਥੇ ਤੱਕ ਵਿਚਾਰਧਾਰਾ ਦਾ ਖਿਆਲ ਹੈ, ਮੇਰੇ ਖਿਆਲ ਦੇ ਵਿੱਚ ਜਿਵੇਂ ਉਮਰ ਖਾਲਦ ਦੀ ਵਿਚਾਰਧਾਰਾ ਹੋ ਸਕਦੀ ਹੈ, ਉਹਨਾਂ ਦੀ ਸਟੂਡੈਂਟ ਯੂਨੀਅਨ ਵੀ ਜਿਹੜੀ ਹੈਗੀ ਆ ਸ਼ਾਇਦ ਡੈਮੋਕ੍ਰੈਟਿਕ ਸਟੂਡੈਂਟ ਯੂਨੀਅਨ ਆਫ ਇੰਡੀਆ, ਉਹਨਾਂ ਦੀ ਵਿਚਾਰਧਾਰਾ ਵੱਖਰੀ ਹੋ ਸਕਦੀ ਹੈ ABP ਨਾਲੋਂ। ਔਰ ਉਹਨਾਂ ਦੀ ਉਸ ਵਕਤ ਜਦੋਂ ਪਿਛਲੇ ਸਾਲ ਜਵਾਹਰ ਲਾਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਨਾਅਰੇ ਲਾਏ ਸੀ ਜਾਂ ਲੈਕਚਰ ਦਿੱਤੇ ਸੀ, ਉਹਨਾਂ ਦੇ ਨਾਲ ਸ਼ਾਇਦ ਮੈਂ ਵੀ ਉਹਨਾਂ ਇਤਫਾਕ ਨਹੀਂ ਰੱਖਦਾ, ਕਿਉਂਕਿ ਉਹਨਾਂ ਨੇ ਉਦੋਂ ਜੇ ਆਪਣਾ ਕਿਹੜਾ ਸੀ ਉਹ ਬੰਦਾ ਜਿਹਨੂੰ ਫਾਂਸੀ ਦਿੱਤੀ ਗਈ ਸੀ ਪਾਰਲੀਮੈਂਟ ਅਟੈਕ ਦੇ ਵਿੱਚ ਬਦਲੇ, ਹਾਂਜੀ ਅਫਜ਼ਲ ਗੁਰੂ, ਹਾਂ ਅਫਜ਼ਲ ਗੁਰੂ ਨੂੰ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਫਾਂਸੀ ਦਿੱਤੀ ਗਈ ਸੀ, ਪਰ ਉੱਥੇ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਰਾਜੀਵ ਗਾਂਧੀ ਗਏ, ਉਹਨਾਂ ਤੋਂ ਕੋਈ ਸਵਾਲ ਨਹੀਂ ਪੁੱਛਿਆ ਗਿਆ ਹੈਗਾ, ਨਾ ਰਾਜੀਵ ਗਾਂਧੀ ਨੇ ਸਰ ਰਾਹੁਲ ਗਾਂਧੀ ਗਏ, ਉਹਨਾਂ ਤੋਂ ਸਵਾਲ ਨਹੀਂ ਪੁੱਛਿਆ ਗਿਆ ਕਿ ਤੁਹਾਡੀ ਪਾਰਟੀ ਨੇ ਇਹ ਕੰਮ ਕਿਉਂ ਕੀਤਾ ਸੀ, ਸਗੋਂ ਉਹਨਾਂ ਨੂੰ ਬਹੁਤ ਮਾਣ ਦੇ ਨਾਲ ਬਿਠਾਇਆ ਗਿਆ। ਤਾਂ ਉਹਦੇ ਵਿੱਚ ਇਹਦਾ ਮਤਲਬ ਪਾਰਟੀਜ਼ਨਸ਼ਿਪ ਤਾਂ ਉਹਨਾਂ ਦੀ ਸੋਚ ਦੇ ਵਿੱਚ ਵੀ ਹੈਗੀ ਸੀ, ਕਿਤੇ ਉਹ ਮੌਜੂਦਾ ਗਵਰਨਮੈਂਟ ਨੂੰ ਇੱਕ ਕਸੂਤੀ ਸਥਿਤੀ 'ਚ ਫਸਾਉਣਾ ਚਾਹੁੰਦੇ ਸੀ। ਪਰ ਇਹਦੇ ਨਾਲ ਨਾਲ ਮੈਂ ਇਹ CP ਸਿੰਘ ਜੀ ਤੁਹਾਡੇ ਵਿਚਾਰ ਜਾਣਨੇ ਚਾਹਾਂਗਾ ਕਿ ਇਸ ਸਾਰੀਆਂ ਵਿਰੋਧਾਭਾਸ ਗੱਲਾਂ, ਵਿਰੋਧਤਾਈਆਂ ਸਿਆਸੀ ਤੌਰ ਤੇ, ਵਿਚਾਰਧਾਰਕ ਤੌਰ ਤੇ, ਉਹਦੇ ਬਾਵਜੂਦ ਉਹਨਾਂ ਨੂੰ ਆਪਣੇ ਵਿਚਾਰਾਂ ਤੋਂ ਰੋਕਣਾ ਤੇ ਵਿਚਾਰਾਂ ਦੀ ਜਿਹੜੀ ਵਿਰੋਧਤਾ ਤੇ ਵਿਚਾਰਾਂ ਦਾ ਮੁਕਾਬਲਾ ਉਹ ਵਿਚਾਰਾਂ ਨਾਲ ਕਰਨ ਦੀ ਬਜਾਏ ਜਿਹਨੂੰ ਕਹੀਏ ਭੰਨ ਤੋੜ ਜਾਂ ਪ੍ਰੋਟੈਸਟ ਦੇ ਨਾਲ ਰੋਕਣਾ, ਉਹ ਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਧਾਰਨਾਵਾਂ ਇਹ ਤਾਕਤਵਰ ਹੁੰਦੀਆਂ ਨੇ, ਕਿ ਡੈਮੋਕ੍ਰੇਸੀ ਵਾਸਤੇ ਫਾਇਦੇਮੰਦ ਹੋ ਸਕਦੀਆਂ ਨੇ, ਜੇ ਕਿ ਨੁਕਸਾਨਦੇਹ ਕਿੰਨੀਆਂ ਹੋ ਸਕਦੀਆਂ ਨੇ? ਅਜੀਤ ਜੀ ਦੇਖੋ, ਇਦਾਂ ਦੇ ਜਿਹੜੇ ਸਿਚੁਏਸ਼ਨਸ ਕ੍ਰੀਏਟ ਹੁੰਦੀਆਂ, ਕੁਝ ਕੁ ਹਾਈਲਾਈਟ ਹੋ ਜਾਂਦੀਆਂ ਔਰ ਕੁਝ ਕੁ ਹਾਈਲਾਈਟ ਨਹੀਂ ਹੁੰਦੀਆਂ। ਆਲ ਓਵਰ ਇੰਡੀਆ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਜਿੰਨੀਆਂ ਵੀ ਸਟੂਡੈਂਟ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ, ਜਿੰਨੀਆਂ ਵੀ ਇਹ ਐਸੋਸੀਏਸ਼ਨਸ ਬਣੀਆਂ ਹੋਈਆਂ ਜਿਹੜੀਆਂ ਕਿ ਸਟੂਡੈਂਟਸ ਦੇ ਨਾਲ ਰਿਲੇਟਡ ਹੋ ਕੇ ਕੰਮ ਕਰਦੀਆਂ, ਸਟੂਡੈਂਟਸ ਦੇ ਮੁੱਦਿਆਂ ਦੇ ਉੱਤੇ ਗੱਲ ਕਰਦੀਆਂ, ਉਹ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਤੌਰ ਤੇ ਪੋਲੀਟੀਕਲੀ ਬੈਕਡ ਹੁੰਦੀਆਂ। ਉਹਨਾਂ ਦੇ ਪਿੱਛੇ ਕੋਈ ਨਾ ਕੋਈ ਏਦਾਂ ਦੀ ਪੋਲੀਟੀਕਲੀ ਤਾਕਤ ਕਹਿ ਲਓ ਜਾਂ ਕੋਈ ਨਾ ਕੋਈ ਪੋਲੀਟੀਕਲ ਪਾਰਟੀ ਜੁੜੀ ਹੁੰਦੀ ਹੈ। ਉਸ ਤੋਂ ਬਗੈਰ ਇਹਨਾਂ ਐਸੋਸੀਏਸ਼ਨਸ ਦਾ ਚੱਲਣਾ ਕਹਿ ਲਓ ਜਾਂ ਉਹਨਾਂ ਦੀ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਉਹ ਪੋਸੀਬਲ ਇੰਡੀਆ ਵਿੱਚ ਖਾਸ ਕਰਕੇ ਨਹੀਂ ਹੋ ਸਕਦੀਆਂ। ਤੁਸੀਂ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਦੀ ਗੱਲ ਕਰੋ ਤਾਂ ਉਹ ਲੈਫਟ ਵੱਲੋਂ ਐਫੀਲੀਏਟਡ ਬਣੀ ਜਾਂਦੀ ਹੈ, ਔਰ ਜੇ ABVP ਦੀ ਗੱਲ ਕਰੋ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਗੱਲ ਕਰੋ, ਉਹ RSS ਤੋਂ ਬੈਕਡ ਮੰਨੀ ਜਾਂਦੀ ਹੈ। ਸੋ ਇਦਾਂ ਦੀਆਂ ਹੋਰ ਕਈ ਆਰਗੇਨਾਈਜੇਸ਼ਨ ਹੈ ਜਿਹੜੀਆਂ ਕਿ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਸਿੱਧੇ ਅਸਿੱਧੇ ਤੌਰ ਤੇ ਜੁੜੀਆਂ ਹੁੰਦੀਆਂ। ਸੋ ਜਦੋਂ ਇਦਾਂ ਦੀ ਇਨਵੋਲਵਮੈਂਟ ਸਟੂਡੈਂਟ ਐਸੋਸੀਏਸ਼ਨਸ ਦੇ ਵਿੱਚ ਆ ਜਾਂਦੀ ਹੈ ਅਜੀਤ ਜੀ, ਉਦੋਂ ਇਦਾਂ ਦੇ ਕਲੈਸ਼ ਹੋਣੇ ਸੁਭਾਵਿਕ ਹੋ ਜਾਂਦੇ ਆ। ਤੁਸੀਂ ਕਦੀ ਵੀ ਕਿਸੇ ਨੂੰ ਆਪਣੇ ਵਿਚਾਰ ਰੱਖਣ ਤੋਂ, ਆਪਣੀ ਗੱਲ ਰੱਖਣ ਤੋਂ ਰੋਕ ਨਹੀਂ ਸਕਦੇ। ਈਵਨ ਕਿ ਜਦੋਂ ਇਹ ਸਾਰੀ ਸਿਚੁਏਸ਼ਨ ਕੱਲ ਹੋਈ ਉੱਥੇ ਦਿੱਲੀ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ, ਉਦੋਂ ਕਾਲਜ ਨੇ ਇਹ ਡਿਸੀਜਨ ਵੀ ਲੈ ਲਿਆ ਸੀ ਔਰ ਡਿਸੀਜਨ ਲੈਣ ਤੋਂ ਬਾਅਦ ਹੀ ਸ਼ਾਇਦ ਉਹ ਪ੍ਰੋਟੈਸਟ ਹੋਇਆ। ਔਰ ਪ੍ਰੋਟੈਸਟ ਜਦੋਂ ਹੋਇਆ ਉਹਦੇ ਵਿੱਚ ਜਿਹੜੇ ਕਲੈਸ਼ ਹੋਏ ਬੜੇ ਮੰਦਭਾਗੇ ਹੋਏ, ਕਿਉਂਕਿ ਉਮਰ ਖਾਲਿਦ ਮੰਨਿਆ ਕਿ ਚਲੋ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਗਰਮ ਖਿਆਲੀ ਨੇ ਜਾਂ ਉਹ ਇੱਕ ਤਹਿਤ ਹੋ ਕੇ ਗੱਲ ਕਰਦੇ ਨੇ, ਬਟ ਸਾਨੂੰ ਜਦੋਂ ਅਸੀਂ ਇੱਕ ਸੈਮੀਨਾਰ ਤੇ ਉਹਨਾਂ ਨੂੰ ਬੁਲਾਉਂਦੇ ਆ ਤਾਂ ਉਹਨਾਂ ਦੀ ਵਿਚਾਰਧਾਰਾ ਨੂੰ ਸੁਣ ਲੈਣਾ ਚਾਹੀਦਾ ਹੈ। ਅਗਰ ਉਹਦੇ ਤੇ ਕਲੈਸ਼ ਹੁੰਦਾ ਤਾਂ ਅਸੀਂ ਉਸ ਨੂੰ ਆਪਣੇ ਵਿਚਾਰ ਰੱਖ ਕੇ ਬੀਟ ਕਰ ਸਕਦੇ ਹਾਂ, ਨਹੀਂ ਨਾ ਕਿ ਇਸ ਤਰ੍ਹਾਂ ਦਾ ਪ੍ਰੋਟੈਸਟ ਕਰਕੇ ਜਿਹਦੇ ਵਿੱਚ ਕਾਫੀ ਲੋਕ ਇੰਜਰਡ ਵੀ ਹੋਏ ਹੈ, ਪ੍ਰਾਪਰਟੀ ਦਾ ਨੁਕਸਾਨ ਵੀ ਹੋਇਆ, ਈਵਨ ਕਿ ਕੁਝ ਪੁਲਿਸ ਕਰਮੀ ਵੀ ਹੈ ਜਿਹੜੇ ਉਹ ਇਹਦੇ ਵਿੱਚ ਕਾਫੀ ਜ਼ਿਆਦਾ ਹਤਾਹਤ ਹੋਏ ਨੇ। ਸੋ ਇਦਾਂ ਦੇ ਜਿਹੜੇ ਇੰਸੀਡੈਂਟ ਹੈ, ਜੇ ਇਦਾਂ ਦੇ ਪ੍ਰੋਟੈਸਟ ਹੁੰਦੇ ਨੇ ਜਾਂ ਇਦਾਂ ਦੀ ਅਸੀਂ ਕਿਸੇ ਨੂੰ ਵਿਰੋਧਤਾ ਦਿਖਾਉਂਦੇ ਨੇ ਤਾਂ ਸ਼ਾਇਦ ਆਉਣ ਵਾਲੀ ਜਿਹੜੀ ਹਿਸਟਰੀ ਹੈ ਕਾਲਜ ਸਟੂਡੈਂਟਸ ਦੀ, ਉਹ ਸਟੂਡੈਂਟਸ ਮੈਟਰ ਦੇ ਵੱਲ ਨਾ ਹੋ ਕੇ ਪੋਲੀਟੀਕਲ ਜ਼ਿਆਦਾ ਮੋਟੀਵੇਟਡ ਹੋ ਕੇ ਰਹਿ ਜਾਣੀ ਹੈ। ਔਰ ਤੁਸੀਂ ਦੇਖੋ ਅੱਜ ਵੀ ਛੋਟੇ ਛੋਟੇ ਜਿੰਨੇ ਵੀ ਕਾਲਜਸ ਨੇ ਇੰਡੀਆ ਦੇ ਵਿੱਚ, ਉੱਥੇ ਵੀ ਜਿਹੜੇ ਮੈਟਰ ਹੈ ਇਹ ਰੋਜ਼ਮਰਾ ਦੀ ਤਰ੍ਹਾਂ ਨਾਲ ਹੁੰਦੇ ਨੇ। ਲੜਾਈਆਂ ਹੁੰਦੀਆਂ, ਕਿਸੇ ਇੱਕ ਪਾਰਟੀ ਨੇ ਦੂਸਰੇ ਪਾਰਟੀ ਨੂੰ ਪੁੱਟ ਦਿੱਤਾ ਜਾਂ ਕਿਸੇ ਇੱਕ ਪਾਰਟੀ ਨੇ ਦੂਸਰੇ ਪਾਰਟੀ ਦੇ ਉੱਪਰ ਪ੍ਰੋਟੈਸਟ ਕਰ ਦਿੱਤਾ। ਸੋ ਕਿਤੇ ਨਾ ਕਿਤੇ ਅਜੀਤ ਜੀ ਇਹਦੇ ਵਿੱਚ ਪੋਲੀਟੀਕਲ ਮੋਟੀਵੇਸ਼ਨ ਸਿੱਧੀ ਦਿਖ ਰਹੀ ਹੈ। ਔਰ ਜਿਹੜਾ ਇਹਦਾ ਫਿਊਚਰ ਮੈਂ ਕਹੂੰਗਾ, ਜਿਹੜਾ ਤੁਸੀਂ ਕੁਐਸਚਨ ਪੁੱਛਿਆ ਸੀਗਾ, ਉਹ ਬਹੁਤ ਹੀ ਜ਼ਿਆਦਾ ਖਤਰਨਾਕ ਹੋਏਗਾ ਜੇ ਇਦਾਂ ਦੀ ਇਨਵੋਲਵਮੈਂਟ ਸਟੂਡੈਂਟਸ ਦੀ ਐਕਟੀਵਿਟੀ ਦੇ ਵਿੱਚ ਪੋਲੀਟੀਸ਼ੀਅਨ ਦਿਖਾਣਗੇ। ਜੀ
ਧੰਨਵਾਦ ਸੀਪੀ ਸਿੰਘ ਜੀ। ਪਰ ਆਪਾਂ ਨੂੰ ਇੱਕ ਚੀਜ਼ ਵਿਚਾਰ ਕਰਨ ਵਾਲੀ ਆ ਕਿ ਸਟੂਡੈਂਟਸ ਜਦੋਂ ਪੜ੍ਹਦੇ ਹੁੰਦੇ ਨੇ ਉਹਨਾਂ 'ਚ ਕੁਝ ਕੰਮ ਕਰਨ ਦਾ, ਕੁਝ ਚੰਗਾ ਕਰਨ ਦਾ ਇੱਕ ਜਜ਼ਬਾ ਜਿਹੜਾ ਹੈਗਾ, ਅਕਸਰ ਇਹ ਸੋਚਿਆ ਜਾਂਦਾ ਕਿ ਨੌਜਵਾਨ ਪੀੜ੍ਹੀ 'ਚ ਹੋਣਾ ਚਾਹੀਦਾ ਹੈ। ਜਿਹੜੇ ਹਾਰਡਕੋਰ ਰਾਜਨੀਤੀਵਾਨ ਹੋ ਜਾਂਦੇ ਨੇ, ਹਾਰਡਕੋਰ ਪੋਲੀਟੀਸ਼ੀਅਨ ਹੋ ਜਾਂਦੇ ਨੇ, ਪਾਰਟੀਆਂ ਨਾਲ ਕਮਿਟਡ ਹੋ ਜਾਂਦੇ ਨੇ, ਉਹ ਸ਼ਾਇਦ ਆਪਣੇ ਦਾਇਰੇ 'ਚੋਂ ਨਿਕਲਣੀ, ਨਾ ਮਾਨਸਿਕ ਦਾਇਰੇ ਵਿੱਚੋਂ ਨਾ ਪੋਲੀਟੀਕਲ ਦਾਇਰੇ ਦੇ ਵਿੱਚੋਂ ਨਹੀਂ ਨਿਕਲ ਸਕਦੇ ਹੈਗੇ, ਔਰ ਉਹਨਾਂ ਦੇ ਪੋਲੀਟੀਕਲ ਇੰਟਰਸਟ ਉਹਨਾਂ ਚੀਜ਼ਾਂ ਦੇ ਨਾਲ ਜੁੜ ਜਾਂਦੇ ਨੇ। ਕਿਆ ਜਦੋਂ ਸਟੂਡੈਂਟਸ ਯੂਨੀਅਨਸ ਵੀ ਇੱਕ ਕਮਿਟਡ ਸਟੈਂਡ ਲੈਣ ਲੱਗ ਜਾਂਦੀਆਂ ਨੇ, ਕਿਆ ਉਹਨਾਂ ਦੀ ਹਾਲਤ ਵੀ ਪੋਲੀਟੀਕਲ ਪਾਰਟੀਆਂ ਵਰਗੀ ਹੋ ਜਾਂਦੀ ਹੈ? ਭਾਵੇਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜੀ ਆਪਾਂ ਮੰਨਦੇ ਹਾਂ ਕਿ ਉਹ ਅਫੀਲੀਏਟ ਹੁੰਦੀਆਂ ਨੇ, ਜਿਵੇਂ ਤੁਸੀਂ ਦੱਸਿਆ ਕਿ ABVP ਜਿਹੜੀ ਹੈਗੀ ਉਹ RSS ਤੇ BJP ਨਾਲ ਜੁੜੀ ਹੋਈ ਹੈ, ਦੂਜੀਆਂ ਯੂਨੀਅਨਸ ਵੀ ਕਿਸੇ ਨਾਲ ਜੁੜੀਆਂ ਹੋਈਆਂ ਨੇ, ਪਰ ਇਸ ਦੇ ਬਾਵਜੂਦ ਜੇ ਨੌਜਵਾਨ ਪੀੜ੍ਹੀ ਇਹਨਾਂ ਚੀਜ਼ਾਂ ਦਾ ਵਿਸ਼ਲੇਸ਼ਣ ਇੱਕ ਇਨਸਾਫ ਪਸੰਦੀ ਔਰ ਕੰਸਟਰਕਟਿਵ ਤਰੀਕੇ ਨਾਲ ਕਰਕੇ ਉਸ ਤਰ੍ਹਾਂ ਪੇਸ਼ ਆਉਣ ਦੀ ਬਜਾਏ ਉਹ ਵੀ ਪੋਲੀਟੀਕਲ ਪਾਰਟੀਆਂ ਵਾਂਗੂ ਅੱਖਾਂ ਮੀਚ ਕੇ ਕਿਸੇ ਪੋਲੀਟੀਕਲ ਪਾਰਟੀ ਦੀ ਜਾਂ ਕਿਸੇ ਵੀ ਆਪਣੀ ਯੂਨੀਅਨ ਦੀ ਜਾਂ ਕਿਸੇ ਕਹਿ ਲੋ ਕਿ ਕਿਸੇ ਇੱਕ ਵਿਚਾਰਧਾਰਾ ਦੀ ਪ੍ਰੋੜਤਾ ਹੀ ਕਰੀ ਜਾਵੇ, ਤਾਂ ਸਾਨੂੰ ਕਿੰਨਾ ਕੁ ਆਸਵੰਦ ਹੋ ਸਕਦੇ ਹਾਂ ਅਸੀਂ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੀ ਡੈਮੋਕ੍ਰੇਸੀ ਨੂੰ ਸਿਹਤਮੰਦ ਬਣਾ ਸਕਦੇ ਹਾਂ, ਜਾਂ ਇਹ ਜਿਹੜੀ ਡਿਵਾਈਡ ਹੈ ਪੋਲੀਟੀਕਲ ਲੈਵਲ ਤੇ ਜਿਹੜਾ ਉਹ ਹੋਰ ਡੂੰਘਾ ਹੁੰਦਾ ਚਲੇ ਜਾਂਦਾ ਹੈ। ਸ਼ੁਰੂ ਤੋਂ ਹੀ ਜਿਹੜੇ ਸਾਡੇ ਨੌਜਵਾਨ ਨੇ ਉਹ ਆਪਣੀ ਇੱਕ ਪਰਪੱਕ ਅਫੀਲੀਏਸ਼ਨ ਬਣਾ ਲੈਂਦੇ ਨੇ ਪੋਲੀਟੀਕਲ ਪਾਰਟੀ ਦੇ ਨਾਲ, ਫਿਰ ਉਸ ਲਾਈਨ ਤੇ ਤੋੜ ਫੋੜ ਵੀ ਕਰਦੇ ਨੇ। ਇੱਕ ਹੈਲਦੀ ਜਿਹੜਾ ਡਿਬੇਟ ਹੈ ਉਹਨੂੰ ਪ੍ਰੈਫਰੈਂਸ ਦੇਣ ਦੀ ਬਜਾਏ ਉਹ ਡਿਬੇਟਾਂ ਨੂੰ ਰੋਕਣ ਲੱਗ ਜਾਂਦੇ ਨੇ। ਕਿਆ ਇਹ ਵਾਕਿਆ ਹੀ ਇੱਕ ਇਹੋ ਜਿਹੀ ਗੰਭੀਰ ਸਥਿਤੀ ਨਹੀਂ ਹੈਗੀ ਜਿਹਦੇ ਵਿੱਚ ਦੁਬਾਰਾ ਘੱਟੋ ਘੱਟ ਨੌਜਵਾਨਾਂ ਨੂੰ ਸੋਚਣ ਲੱਗ ਜਾਣਾ ਚਾਹੀਦਾ ਤੇ ਇਹਨਾਂ ਨੂੰ ਨਵੇਂ ਸਿਰੇ ਤੋਂ ਸੋਚ ਦੀ ਕੰਸਟਰਕਸ਼ਨ ਕਰਨੀ ਚਾਹੀਦੀ ਹੈ? ਪ੍ਰਮੀਤ ਸਿੰਘ ਜੀ, ਤੁਹਾਡੇ ਵਿਚਾਰ। ਅਜੀਤ ਜੀ, ਇਸ ਤਰ੍ਹਾਂ ਹੈਗਾ ਕਿ ਜੋ ਵੀ ਕੱਲ ਐਪੀਸੋਡ ਹੋਇਆ ਸਾਰਾ ਇੱਕ ਤਾਂ ਬਹੁਤ ਮੰਦਭਾਗੀ ਘਟਨਾ। ਮੇਰੇ ਆਪਣੇ ਨਿੱਜੀ ਵਿਚਾਰ ਨੇ ਵੀ ਇਹ ਇੱਕ ਡੈਮੋਕ੍ਰੇਸੀ ਦਾ ਮਿਸਯੂਜ਼ ਕੀਤਾ ਜਾ ਰਿਹਾ ਭਾਰਤ ਦੇ ਵਿੱਚ। ABVP ਜਿਹੜੀ ਕਿ BJP RSS ਨਾਲ ਸੰਬੰਧ ਰੱਖਦੀ ਹੈ, NSUI ਜਿਹੜੀ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੀ ਹੈ, ਤੇ ਹੋਰ ਵੀ ਅਲੱਗ-ਅਲੱਗ ਜਿਹੜੀਆਂ ਸਟੂਡੈਂਟਸ ਯੂਨੀਅਨ ਹੈਗੀਆਂ ਨੇ ਜਿਹੜੀਆਂ ਸਮਹਾਉ ਡਾਇਰੈਕਟਲੀ ਇਨਡਾਇਰੈਕਟਲੀ ਪੋਲੀਟੀਕਲ ਪਾਰਟੀਜ਼ ਨਾਲ ਸੰਬੰਧ ਰੱਖਦੀਆਂ ਨੇ। ਮੇਰਾ ਇਹ ਮੰਨਣਾ ਕਿ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨਸ ਹੋਣੀਆਂ ਹੀ ਨਹੀਂ ਚਾਹੀਦੀਆਂ ਵਿਦਿਆਰਥੀ ਜੀਵਨ ਦੇ ਵਿੱਚ, ਕਿਉਂਕਿ ਅਸੀਂ ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ ਉੱਥੇ ਉਹਨਾਂ ਨੂੰ ਕਾਲਜਿਸ ਜਾਂ ਯੂਨੀਵਰਸਿਟੀਜ਼ ਦੇ ਵਿੱਚ ਭੇਜਦੇ ਹਾਂ। ਅਸੀਂ ਉਹਨਾਂ ਨੂੰ ਪੋਲੀਟੀਕਲ ਪਾਰਟੀਆਂ ਦੇ ਵਰਕਰ ਬਣਾਉਣ ਲਈ ਉੱਥੇ ਨਹੀਂ ਭੇਜਦੇ, ਜੋ ਕਿ ਇਹ ਪਾਰਟੀਆਂ ਇਹ ਜਿਹੜੀਆਂ ਸਟੂਡੈਂਟਸ ਯੂਨੀਅਨ ਹੈਗੀਆਂ ਨੇ ਇਹ ਬਿਲਕੁਲ ਇਹਨਾਂ ਨੂੰ ਉੱਥੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਪੋਲੀਟੀਕਲੀ ਆਪਣੇ ਨਾਲ ਜੋੜਦੀਆਂ ਨੇ। ਪਾਰਟੀ ਵਰਕਰਸ ਜਿਹੜੇ ਉਹ ਉੱਥੋਂ ਹੀ ਤਿਆਰ ਹੁੰਦੇ ਨੇ, ਲੀਡਰਸ ਵੀ ਉੱਥੋਂ ਤਿਆਰ ਹੁੰਦੇ ਨੇ, ਕੁਛ ਅੱਛੇ ਵੀ ਹੁੰਦੇ ਨੇ, ਜ਼ਿਆਦਾਤਰ ਅੱਛੇ ਲੀਡਰ ਨਹੀਂ ਹੁੰਦੇ। ਜੋ ਵੀ ਇਹ ਕੱਲ ਸਾਰਾ ਐਪੀਸੋਡ ਹੋਇਆ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਕਾਲਜ ਪ੍ਰਸ਼ਾਸਨ ਦੀ, ਯੂਨੀਵਰਸਿਟੀ ਪ੍ਰਸ਼ਾਸਨ ਦੀ ਵੀ ਇੱਕ ਗਲਤੀ ਹੈ ਕਿ ਅਗਰ ਉਮਰ ਖਾਲਿਦ ਦੀ ਉੱਥੇ ਡਿਬੇਟ ਹੋਣੀ ਸੀ ਤਾਂ ਉਹਨਾਂ ਨੂੰ ਪਹਿਲਾਂ ਸਾਰੇ ਸਿਕਿਉਰਿਟੀ ਦੇ ਲਾਅ ਐਂਡ ਆਰਡਰ ਦੇ ਅਰੇਂਜਮੈਂਟ ਦੇਖਣੇ ਚਾਹੀਦੇ ਸੀ, ਲੋਕਲ ਪੁਲਿਸ ਨਾਲ ਉਹਨਾਂ ਨੂੰ ਕੋਆਰਡੀਨੇਸ਼ਨ ਕਰਨੀ ਚਾਹੀਦੀ ਸੀ। ਔਰ ABVP ਨੇ ਅਗਰ ਕੋਈ ਪ੍ਰੋਟੈਸਟ ਕਰਨਾ ਸੀ ਤਾਂ ਪ੍ਰੋਟੈਸਟ ਕਰਨ ਦਾ ਤਰੀਕਾ ਜਿਹੜਾ ਉਹ ਸ਼ਾਂਤਮਈ ਵੀ ਹੋ ਸਕਦਾ ਸੀ, ਕਿਉਂਕਿ ਇਹ ਇੱਕ ਯੂਨੀਵਰਸਿਟੀ ਦੀ ਗੱਲ ਹੈ ਔਰ ਹਰ ਬੰਦਾ ਜਿਹੜਾ ਇਹਦੇ ਵਿੱਚ ਇਨਵੋਲਵ ਹੈ ਉਹ ਯੂਨੀਵਰਸਿਟੀ ਜਾਂ ਕਿਸੇ ਕਾਲਜ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਇੱਕ ਐਜੂਕੇਟਡ ਇਨਸਾਨ ਮੰਨਿਆ ਜਾ ਸਕਦਾ। ਤੇ ਇਹ ਜੋ ਵੀ ਕੱਲ ਉੱਥੇ ਕੀਤਾ ਉਹ ਕੋਈ ਪੜ੍ਹੇ ਲਿਖਿਆਂ ਵਾਲੀ, ਕੋਈ ਸਿਆਣਿਆਂ ਵਾਲੀ ਕੋਈ ਗੱਲ ਨਹੀਂ ਕੀਤੀ। ਉਹ ਉਹਨਾਂ ਨੇ ਬਿਲਕੁਲ ਇੱਕ ਧੱਕੇਸ਼ਾਹੀ ਨਾਲ ਤੇ ਅਸੀਂ ਚੰਗੇ ਆ ਤੇ ਬਾਕੀ ਸਾਰੇ ਮਾੜੇ ਨੇ, ਇਸ ਤਰ੍ਹਾਂ ਦਾ ਇੱਕ ਉਹਨਾਂ ਨੇ ਵਰਤਾਰਾ ਕੱਲ ਕੀਤਾ ਜੋ ਕਿ ਪਾਸਟ ਦੇ ਵਿੱਚ ਵੀ ਹੁੰਦਾ ਰਿਹਾ। ਔਰ ਆਉਣ ਵਾਲੇ ਦਿਨਾਂ 'ਚ ਵੀ ਮੈਂ ਨਹੀਂ ਸਮਝਦਾ ਕਿ ਇਸ ਚੀਜ਼ ਨੂੰ ਠੱਲ ਪਾਉਣ ਲਈ ਸਰਕਾਰਾਂ ਇਹਦੇ ਬਾਰੇ ਕੁਝ ਕਰ ਰਹੀਆਂ ਨੇ। ਦੇਸ਼ ਦੀ ਕੇਂਦਰ ਸਰਕਾਰ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੇ ਇਹਦੇ ਵਿੱਚ ਜੋ ਮੁਲਕ 'ਚ ਚੰਗਾ ਹੋ ਰਿਹਾ ਜੇ ਉਹਦਾ ਕ੍ਰੈਡਿਟ ਲੈਂਦੀ ਹੈ ਤਾਂ ਇਹੋ ਜਿਹੇ ਮੰਦਭਾਗੀ ਘਟਨਾਵਾਂ ਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਨੂੰ ਅਤੇ ਰਾਜ ਸਰਕਾਰਾਂ ਨੂੰ ਲੈਣੀ ਚਾਹੀਦੀ ਹੈ। ਬਿਲਕੁਲ ਕਿ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜੀ। ਹਾਂਜੀ ਹਾਂਜੀ ਜੀ ਸ਼ਬਦੀਪ ਜੀ, ਅਜੀਬ ਗੱਲ ਇਹ ਹੈ ਕਿ ਅਸੀਂ ਜਿਸ ਤਰੀਕੇ ਦੇ ਨਾਲ ਐਜੂਕੇਸ਼ਨ ਸਿਸਟਮ ਬਾਰੇ ਸੋਚਦੇ ਹਾਂ ਉਹਦੇ ਵਿੱਚ ਕਾਫੀ ਸਾਡੇ ਸੋਚਣ ਦੇ ਵਿੱਚ ਗੜਬੜ ਹੈ। ਜਦੋਂ ਅਸੀਂ ਦੇਸ਼ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਅਰਥ ਸ਼ਾਸਤਰ ਪੜ੍ਹਾਉਂਦੇ ਹਾਂ ਤਾਂ ਅਸੀਂ ਡਿਮਾਂਡ ਕਰਦੇ ਹਾਂ ਕਿ ਉਸ ਅਰਥ
ਅਰਥ ਸ਼ਾਸਤਰ ਦੀ ਪੜ੍ਹਾਈ ਦੇ ਵਿੱਚ ਇੰਨੇ ਅੱਗੇ ਨਿਕਲ ਜਾਣ ਕਿ ਉਹ ਦੇਸ਼ ਦੀ ਇਕਨੋਮੀ ਨੂੰ ਕੋਈ ਸੇਧ ਦੇਣ ਦੇ ਵਿੱਚ ਸਹਾਈ ਹੋਣ। ਦੇਸ਼ ਦੀ ਇਕਨੋਮੀ ਨੂੰ ਸਹਾਈ ਹੋਣ ਲਈ ਜੇ ਕੋਈ ਮਨਮੋਹਨ ਸਿੰਘ ਪੈਦਾ ਹੋ ਜਾਵੇ, ਮੈਂ ਉਹਨਾਂ ਦੀਆਂ ਨੀਤੀਆਂ ਨਾਲ ਐਗਰੀ ਨਹੀਂ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਰ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਵਿਦਿਆਰਥੀ ਜੀਵਨ ਤੋਂ ਲੈ ਕੇ ਫਿਰ ਯੂਨੀਵਰਸਿਟੀ ਵਿੱਚ ਪੜ੍ਹਾਉਣ ਤੋਂ ਲੈ ਕੇ ਫਰਦਰ ਸਾਰੀ ਜ਼ਿੰਦਗੀ ਜਿਹੜੀ ਹੈਗੀ ਆਰਥਿਕਤਾ ਨੂੰ ਸੇਧ ਦੇਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ। ਇਸੇ ਤਰ੍ਹਾਂ ਜਦੋਂ ਅਸੀਂ ਵਿਗਿਆਨ ਪੜ੍ਹਾਉਂਦੇ ਹਾਂ ਤਾਂ ਅਸੀਂ ਵਿਦਿਆਰਥੀਆਂ ਤੋਂ ਇਹ ਡਿਮਾਂਡ ਕਰਦੇ ਹਾਂ ਕਿ ਉਹ ਦੇਸ਼ ਦੇ ਵਿੱਚ ਵਿਗਿਆਨ ਦੀ ਪੜ੍ਹਾਈ ਦੇ ਨਾਲ ਵਿਗਿਆਨਕ ਸੋਚ ਨੂੰ ਅੱਗੇ ਲਿਜਾਣ ਦੇ ਵਿੱਚ ਰੋਲ ਪਲੇ ਕਰਨ, ਵਿਗਿਆਨਕ ਵਿਚਾਰਧਾਰਾ ਨੂੰ ਵਧਾਉਂਦੇ ਹੋਏ ਦੇਸ਼ ਦੇ ਵਿਗਿਆਨ ਦੀ ਤਰੱਕੀ ਦੇ ਵਿੱਚ ਸਹਾਈ ਹੋਣ ਤੇ ਕੋਈ ਅਬੁਲ ਕਲਾਮ ਪੈਦਾ ਹੋਵੇ ਜਿਹੜਾ ਦੇਸ਼ ਦਾ ਰਾਸ਼ਟਰਪਤੀ ਵੀ ਬਣ ਜਾਵੇ। ਇਸੇ ਤਰ੍ਹਾਂ ਜਦੋਂ ਅਸੀਂ ਦੇਸ਼ ਦੇ ਵਿੱਚ ਪੋਲੀਟੀਕਲ ਸਾਇੰਸ ਦਾ ਵਿਸ਼ਾ ਪੜ੍ਹਾਉਂਦੇ ਹਾਂ ਉਦੋਂ ਸਾਨੂੰ ਕਿਉਂ ਲੱਗਦਾ ਵਾ ਕਿ ਜਿਹੜੇ ਬੱਚੇ ਪੋਲੀਟੀਕਲ ਸਾਇੰਸ ਨੂੰ ਪੜ੍ਹਨਗੇ, ਜੇ ਉਹ ਪੋਲੀਟੀਕਲ ਸਾਇੰਸ ਨੂੰ ਪੜ੍ਹਦੇ ਹੋਏ ਵਿਚਾਰਧਾਰਾਵਾਂ ਦੇ ਟਕਰਾਅ ਨੂੰ ਪੜ੍ਹਦੇ ਹੋਏ, ਦੇਸ਼ ਦੀ ਪੋਲਿਟਿਕਸ ਨੂੰ ਸਮਝਦੇ ਹੋਏ, ਦੁਨੀਆ ਦੀ ਪੋਲਿਟਿਕਸ ਨੂੰ ਸਮਝਦੇ ਹੋਏ, ਉਸ ਪੋਲਿਟਿਕਸ ਨਾਲ ਜੁੜੇ ਵਿਚਾਰਾਂ ਨੂੰ ਸਮਝਦੇ ਹੋਏ ਕਿਸੇ ਵਿਚਾਰ ਨੂੰ ਅਪਣਾਉਂਦੇ ਨੇ, ਤੇ ਉਦੋਂ ਸਾਨੂੰ ਕਿਉਂ ਲੱਗਦਾ ਕਿ ਯੂਨੀਵਰਸਿਟੀਆਂ ਕਾਲਜਾਂ ਦਾ ਇਹ ਰੋਲ ਨਹੀਂ ਹੋ ਸਕਦਾ ਕਿ ਉਹਨਾਂ ਨੇ ਵਿਦਿਆਰਥੀਆਂ ਨੂੰ ਪੋਲਿਟਿਕਸ ਵੀ ਸਿਖਾਉਣੀ ਹੈ। ਮੈਨੂੰ ਯਾਦ ਆ ਰਿਹਾ ਕਿ ਬਹੁਤ ਸਾਲ ਪਹਿਲਾਂ ਮੈਂ ਪੜ੍ਹਿਆ ਸੀ ਕਿਰਤੀ ਰਸਾਲੇ ਦੇ 1928 ਜਾਂ 29 ਦੇ ਕਿਸੇ ਅੰਕ ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਇਸ ਨੁਕਤੇ ਦੇ ਉੱਤੇ ਮਹਾਤਮਾ ਗਾਂਧੀ ਦੀ ਜਿਹੜੇ ਉਸ ਦੌਰ ਦੇ ਵਿੱਚ ਸਾਡੇ ਦੇਸ਼ ਦੀ ਆਜ਼ਾਦੀ ਅੰਦੋਲਨ ਦੇ ਬਹੁਤ ਵੱਡੇ ਨੇਤਾ ਬਣ ਚੁੱਕੇ ਸਨ, ਇਸ ਗੱਲ ਦੇ ਉੱਤੇ ਉਹਨਾਂ ਦੀ ਨਿੰਦਾ ਕੀਤੀ ਸੀ ਕਿ ਮਹਾਤਮਾ ਜੀ ਵਿਦਿਆਰਥੀਆਂ ਨੂੰ ਪੋਲਿਟਿਕਸ ਤੋਂ ਬਾਹਰ ਕਿਉਂ ਰੱਖਣਾ ਚਾਹੁੰਦੇ ਨੇ, ਕਿ ਉਹ ਇਹ ਚਾਹੁੰਦੇ ਨੇ ਕਿ ਦੇਸ਼ ਦੇ ਜਿਹੜੇ ਵਿਦਿਆਰਥੀ ਆ ਉਹ ਉਸੇ ਪੋਲਿਟਿਕਸ ਨੂੰ ਸਵੀਕਾਰ ਕਰਨ ਜਿਹੜੀ ਪੋਲਿਟਿਕਸ ਉਹਨਾਂ ਉੱਤੇ ਸੱਤਾਧਾਰੀ ਜਮਾਤਾਂ ਵੱਲੋਂ ਟੋਸੀ ਜਾ ਰਹੀ ਹੈ। ਇਸੇ ਤਰ੍ਹਾਂ ਉਸੇ ਲੇਖ ਦੇ ਵਿੱਚ ਉਹਨਾਂ ਨੇ ਸਾਡੇ ਪੰਜਾਬੀ ਦੇ ਪ੍ਰਮੁੱਖ ਨਾਟਕਕਾਰ ਜਿਹੜੇ ਬਾਅਦ ਦੇ ਵਿੱਚ ਸਾਡੇ ਨਾਟਕਾਂ ਦਾ ਇੱਕ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਪਤਾਮਾ ਤੱਕ ਕਹਿ ਦਿੰਦੇ ਹਾਂ, ਈਸ਼ਵਰ ਚੰਦਰ ਨੰਦਾ, ਆਈਸੀ ਨੰਦਾ ਜਿਨ੍ਹਾਂ ਨੂੰ ਛੋਟਾ ਕਰਕੇ ਅਸੀਂ ਕਹਿੰਦੇ, ਉਸੇ ਲੇਖ ਦੇ ਵਿੱਚ ਉਹਨਾਂ ਨੇ ਉਸ ਨੌਜਵਾਨ ਦੀ ਵੀ ਜਿਹੜੇ ਉਦੋਂ ਉਹ ਵੀ ਨੌਜਵਾਨ ਹੀ ਸਨ, ਕੁਦਰਤੀ ਗੱਲ ਹੈ ਕਿ ਜਦੋਂ ਦੀਆਂ ਮੈਂ ਗੱਲਾਂ ਕਰ ਰਿਹਾ, ਉਹਨਾਂ ਨੇ ਆਈਸੀ ਨੰਦਾ ਦੀ ਵੀ ਇਸ ਗੱਲ ਲਈ ਨਿੰਦਾ ਕੀਤੀ ਕਿ ਉਹ ਪੰਡਤ ਮਹਾਤਮਾ ਗਾਂਧੀ ਦੇ ਵਿਚਾਰਾਂ ਨਾਲ ਐਗਰੀ ਹੁੰਦੇ ਹੋਏ ਸਟੂਡੈਂਟ ਤੇ ਪੋਲਿਟਿਕਸ ਦੇ ਵਿੱਚ ਤੋਂ ਬਾਹਰ ਜਾਣਾ ਪਸੰਦ ਕਰਦੇ ਨੇ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਵਾਲ ਇਹ ਨਹੀਂ ਹੈ ਕਿ ਵਿਦਿਆਰਥੀ ਜਥੇਬੰਦੀਆਂ ਕਿਉਂ ਬਣਾਉਂਦੇ ਨੇ ਔਰ ਕੀ ਉਹਨਾਂ ਨੂੰ ਸੱਚਮੁੱਚ ਐਜੂਕੇਸ਼ਨ ਸਿਸਟਮ ਦੇ ਵਿੱਚ ਜਥੇਬੰਦੀਆਂ ਦੀ ਲੋੜ ਹੈ ਕਿ ਨਹੀਂ। ਸਵਾਲ ਸਿਰਫ ਇਹ ਹੈ ਕਿ ਜਥੇਬੰਦੀਆਂ ਜਦੋਂ ਸਾਡੇ ਦੇਸ਼ ਦੇ ਸੰਵਿਧਾਨ ਨੇ ਸਾਨੂੰ ਆਗਿਆ ਦਿੱਤੀ ਹੋਈ ਹੈ ਔਰ ਸੰਵਿਧਾਨ ਦੀ ਪ੍ਰਸਤਾਵਨਾ ਕਹਿੰਦੀ ਹੈ ਕਿ ਇਹ ਇੱਕ ਸੈਕੂਲਰ ਡੈਮੋਕ੍ਰੇਟਿਕ ਦੇਸ਼ ਹੈ ਔਰ ਇਹਦੀ ਅਲਟੀਮੇਟ ਸੇਧ ਜਿਹੜੀ ਆ ਉਹ ਸਮਾਜਵਾਦ ਤੱਕ ਪਹੁੰਚਣ ਦੀ ਆ। ਹਾਲਾਂਕਿ ਮੈਨੂੰ ਇਸ ਗੱਲ ਬਾਰੇ ਕੋਈ ਸ਼ੰਕਾ ਨਹੀਂ ਕਿ ਜਿਸ ਸਿਸਟਮ ਦੇ ਵਿੱਚ ਅਸੀਂ ਜੀ ਰਹੇ ਹਾਂ ਇਹ ਸਿਸਟਮ ਸੰਵਿਧਾਨ ਦੀ ਪ੍ਰਸਤਾਵਨਾ ਦੇ ਮੁਤਾਬਕ ਸਾਨੂੰ ਸਮਾਜਵਾਦ ਤੱਕ ਨਹੀਂ ਲਿਜਾ ਸਕਦਾ। ਅਤੇ ਉਮਰ ਖਾਲਦ ਜਾਂ ਇਹੀ ਸਵਾਲ ਵਾਰ-ਵਾਰ ਉਠਾਉਂਦੇ ਨੇ ਕਿ ਜਿਹੜਾ ਸੈਕੂਲਰਿਜ਼ਮ ਸਾਨੂੰ ਸੁਣਾਇਆ ਜਾ ਰਿਹਾ ਸੰਵਿਧਾਨ ਦੇ ਵਿੱਚ ਉਹ ਸੈਕੂਲਰਿਜ਼ਮ ਦੇਸ਼ ਦੇ ਵਿੱਚ ਹੈ ਕਿੱਥੇ, ਤੇ ਕਿਉਂ ਮੈਨੂੰ ਵਾਰ-ਵਾਰ ਇਹ ਸਾਬਤ ਪੁੱਛਿਆ ਜਾਂਦਾ ਕਿ ਤੂੰ ਉਮਰ ਖਾਲਦ ਹੈ ਤੇ ਇਸ ਕਰਕੇ ਮੁਸਲਮਾਨ ਆ। ਕੀ ਕਾਰਨ ਹੈ ਕਿ ਅਫਜ਼ਲ ਗੁਰੂ ਨੂੰ ਸਿਰਫ ਮੁਸਲਮਾਨ ਹੋਣ ਕਰਕੇ, ਕਸ਼ਮੀਰੀ ਹੋਣ ਕਰਕੇ ਇੱਕ ਤਰ੍ਹਾਂ ਨਾਲ ਨਿਆਇਕ ਹੱਤਿਆ ਕਰ ਦਿੱਤੀ ਜਾਂਦੀ ਆ, ਉਹਨਾਂ ਦਾ ਜੁਡੀਸ਼ੀਅਲ ਕਤਲ ਕਰ ਦਿੱਤਾ ਜਾਂਦਾ ਵਾ ਕਿਉਂਕਿ ਉਹ ਮੁਸਲਮਾਨ ਸੀ ਔਰ ਅਦਾਲਤ ਤੱਕ ਇਹ ਕਹਿ ਦਿੰਦੀ ਆ ਕਿ ਠੋਸ ਸਬੂਤ ਸਾਡੇ ਕੋਲ ਨਹੀਂ ਆ, ਪਰ ਪਾਰਲੀਮੈਂਟ ਤੇ ਹਮਲਾ ਹੋਣਾ ਦੇਸ਼ ਦੇ ਲਈ ਬਹੁਤ ਵੱਡਾ ਸਵਾਲ ਸੀ, ਇਸ ਕਰਕੇ ਅਸੀਂ ਅਫਜ਼ਲ ਗੁਰੂ ਨੂੰ ਫਾਂਸੀ ਲਾ ਰਹੇ ਹਾਂ। ਔਰ ਮੈਂ ਜੇ ਉਹਨੂੰ ਜੁਡੀਸ਼ੀਅਲ ਕਤਲ ਕਹਿ ਰਿਹਾ ਤਾਂ ਕੀ ਮੈਂ ਉਸ ਸੁਪਰੀਮ ਕੋਰਟ ਦੀ ਜਿਹੜੀ ਆਈ ਹੋਈ ਫੈਸਲਾ ਵਾ ਉਹਦੀ ਕੋਈ ਆਪਣੇ ਕੋਲੋਂ ਤੋੜ ਮਰੋੜ ਕੇ ਗੱਲ ਨਹੀਂ ਕਰ ਰਿਹਾ। ਅਸੀਂ ਇਦਾਂ ਕਰਦੇ ਸਵਾਲ ਤਾਂ ਵਿਦਿਆਰਥੀਆਂ ਨੂੰ ਉਠਾਉਣੇ ਪੈਣਗੇ ਔਰ ਉਠਾਉਣੇ ਚਾਹੀਦੇ ਨੇ। ਔਰ ਮੇਰੇ ਮੁਤਾਬਕ ਸਵਾਲ ਸਿਰਫ ਇਹ ਆ ਕਿ ਦੇਸ਼ ਨੇ ਜਦੋਂ ਆਜ਼ਾਦੀ ਦਿੱਤੀ ਹੈ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦੀ, ਜਿਹੜਾ ਬੰਦਾ ਵੀ ਵਿਚਾਰਾਂ ਦੀ ਆਜ਼ਾਦੀ ਦੇ ਵਿੱਚ ਦਖਲ ਦਿੰਦਾ ਉਸ ਜਥੇਬੰਦੀ ਤੇ ਉਸ ਵਿਚਾਰਧਾਰਾ ਦੀ ਸਾਨੂੰ ਨਿੰਦਾ ਕਰਨੀ ਚਾਹੀਦੀ ਆ। ਜੇ ਇਹ ਕੰਮ ਲੈਫਟ ਵੀ ਕਰੇਗਾ ਤਾਂ ਮੈਂ ਤਾਂ ਬਿਲਕੁਲ ਉਹਦੀ ਨਿੰਦਾ ਕਰਾਂਗਾ। ਸਾਨੂੰ ਕੋਸ਼ਿਸ਼ ਇਹ ਨਹੀਂ ਕਰਨੀ ਚਾਹੀਦੀ ਕਿ ਅਸੀਂ ਮੋਦੀ ਤੋਂ ਵੱਧ ਮੋਦੀਵਾਦੀ ਹੋ ਜਾਈਏ, ਅਸੀਂ ਸੀਤਾਰਾਮ ਜੈਚਰੀ ਤੋਂ ਵੱਧ ਜੈਚਰੀਵਾਦੀ ਹੋ ਜਾਈਏ, ਜਾਂ ਅਸੀਂ ਕਿਸੇ ਉਮਰ ਖਾਲਦ ਤੋਂ ਵੱਧ ਵੀ ਉਮਰ ਖਾਲਦਵਾਦੀ ਹੋ ਜਾਈਏ। ਇਹ ਗੱਲ ਬਿਲਕੁਲ ਸਾਨੂੰ ਸੋਚ ਕੇ ਚੱਲਣੀ ਪਏਗੀ। ਅਸੀਂ ਜਦੋਂ ਵਿਸ਼ਲੇਸ਼ਣ ਕਰ ਰਹੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਵਿਦਿਆਰਥੀਆਂ ਦੇ ਪੋਲਿਟਿਕਸ ਵਿੱਚ ਆਉਣ ਨੂੰ ਰੱਦ ਕਰੀਏ।
ਅਸੀਂ ਉਸ ਗੱਲ ਨੂੰ ਜ਼ਰੂਰ ਰੱਦ ਕਰੀਏ ਕਿ ਜਿਸ ਕਿਸਮ ਦੀ ਪੋਲਿਟਿਕਸ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਕਿ ਉਹ ਸੱਚਮੁੱਚ ਦੇਸ਼ ਨੂੰ ਸੇਧ ਦੇਣ ਵਾਲੀ ਹੈ ਕਿ ਨਹੀਂ। ਪਰ ਜੇ ਉਹ ਦੇਸ਼ ਨੂੰ ਸੇਧ ਦੇਣ ਵਾਲੀ ਪੋਲਿਟਿਕਸ ਨੂੰ ਜਾਣਦੇ ਨੇ ਤੇ ਆਪਣੇ ਜੀਵਨ ਦੇ ਵਿੱਚ ਅੱਗੇ ਜਾ ਕੇ ਉਹ ਇਹਨੂੰ ਚੁਣ ਵੀ ਲੈਂਦੇ ਨੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਆ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹ ਤੇ ਇਤਰਾਜ਼ ਕਰਨਾ ਚਾਹੀਦਾ। ਸ਼ਿਵਜੀਤ ਜੀ ਤੁਸੀਂ ਇਹ ਤੁਹਾਨੂੰ ਕਹਿਣਾ ਚਾਹੂੰਗਾ ਜਿਹੜੀ ਤੁਸੀਂ ਇਹ ਗੱਲ ਕਹੀ ਕਿ ਵਿਦਿਆਰਥੀਆਂ ਦੇ ਪੋਲਿਟਿਕਸ ਦੇ ਵਿੱਚ ਆਉਣ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ, ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ। ਪਰ ਵਿਚਾਰਾਂ ਦੀ ਆਜ਼ਾਦੀ ਪ੍ਰਗਟਾਉਣਾ ਗਲਤ ਨਹੀਂ ਹੈ। ਵਿਚਾਰਾਂ ਦੀ ਆਜ਼ਾਦੀ ਪ੍ਰਗਟਾਉਣ ਦੇ ਜੋ ਤਰੀਕੇ ਅਪਣਾਏ ਜਾ ਰਹੇ ਨੇ ਉਹ ਬਹੁਤ ਜ਼ਿਆਦਾ ਗਲਤ ਨੇ। ਉਹਨਾਂ ਤਰੀਕਿਆਂ ਨੂੰ ਹੱਲ ਪਾਉਣ ਦੀ ਲੋੜ ਹੈ, ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ। ਵਿਦਿਆਰਥੀ ਯੂਨੀਅਨ ਜਿਹੜੀਆਂ ਕਿ ਪੀਡੀ ਹੁੰਦੀਆਂ ਨੇ ਪੋਲੀਟੀਕਲ ਪਾਰਟੀਆਂ ਦੇ ਵੱਲੋਂ, ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ। ਕਿਸੇ ਵੀ ਆਰਗੇਨਾਈਜੇਸ਼ਨ ਨੂੰ ਅਗਰ ਕਿਸੇ ਦੂਸਰੇ ਦੇ ਡਿਬੇਟ ਤੇ, ਸੈਮੀਨਾਰ ਤੇ, ਲੈਕਚਰ ਤੇ ਕੋਈ ਵੀ ਪਾਬੰਦੀ ਲਗਾਉਣੀ ਹੈ ਜਾਂ ਉਹਦੇ ਨਾਲ ਵਿਚਾਰਾਂ ਨਾਲ ਸਹਿਮਤ ਨਹੀਂ, ਤਾਂ ਉਹਦਾ ਇੱਕ ਸ਼ਾਂਤਮਈ ਤਰੀਕਾ ਵੀ ਹੋ ਸਕਦਾ, ਇੱਕ ਹੈਲਦੀ ਵਿਚਾਰ ਵੀ ਰੱਖੇ ਜਾ ਸਕਦੇ, ਨਾ ਕਿ ਉੱਥੇ ਜਾ ਕੇ ਭੰਨਤੋੜ ਕਰਨੀ, ਉਹਨੂੰ ਜ਼ਬਰਦਸਤੀ ਬੰਦ ਕਰਾਉਣਾ। ਮੈਂ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਹੈਗਾ। ਬਿਲਕੁਲ ਪ੍ਰਭ ਜੀ, ਮੈਂ ਵੀ ਇਹੀ ਗੱਲ ਕਹਿਣ ਦਾ ਯਤਨ ਕਰ ਰਿਹਾ ਵਾ। ਆਪਣੇ ਹਵਾਲੇ ਨਾਲ ਗੱਲ ਕਰਨੀ ਹਮੇਸ਼ਾ ਗਲਤ ਹੁੰਦੀ ਹੈ, ਪਰ ਮੈਂ ਫਿਰ ਵੀ ਆਪਣੇ ਹਵਾਲੇ ਨਾਲ ਇੱਕ ਛੋਟੀ ਜੀ ਗੱਲ ਕਰਾਂਗਾ ਸਿਰਫ ਅੱਧੇ ਮਿੰਟ ਦੇ ਵਿੱਚ। ਮੈਨੂੰ ਯਾਦ ਹੈ ਕਿ ਮੈਂ ਤਰਨਤਾਰਨ ਕਾਲਜ ਦੇ ਵਿੱਚ ਪੜ੍ਹਦਾ ਸੀ, ਇੱਕ ਲੈਫਟ ਦੀ ਜਥੇਬੰਦੀ ਲਈ ਕੰਮ ਕਰਦਾ ਸੀ। ਕਾਲਜ ਦਾ ਚੁਣਿਆ ਹੋਇਆ ਮੈਂ ਪ੍ਰਧਾਨ ਸੀ ਜਥੇਬੰਦੀ ਵੱਲੋਂ। ਅਤੇ ਅਸੀਂ ਜਦੋਂ ਇੱਕ ਸਾਡੇ ਜਥੇਬੰਦੀ ਦੇ ਸੀਨੀਅਰ ਨੇਤਾ ਨੇ, ਪੰਜਾਬ ਦੇ ਪ੍ਰਧਾਨ ਨੇ ਤੇ ਸੈਕਟਰੀ ਨੇ ਕਾਲ ਦਿੱਤੀ ਕਿ ਅਸੀਂ ਇਸ ਦਿਨ ਫਿਰਕਾ ਪ੍ਰਸਤੀ ਦੇ ਵਿਰੁੱਧ ਰੈਲੀਆਂ ਕਰਾਂਗੇ, ਤਾਂ ਉਹਨਾਂ ਦਿਨਾਂ ਦੇ ਵਿੱਚ ਇਹ ਅੱਤਵਾਦ ਦੇ ਦੌਰ ਦੀਆਂ ਗੱਲਾਂ ਨੇ, ਤਰਨਤਾਰਨ ਸ਼ਹਿਰ ਦੀਆਂ ਗੱਲਾਂ ਨੇ, ਜਿਹੜੇ ਸ਼ਹਿਰ ਨੂੰ ਖਾਲਿਸਤਾਨ ਦੀ ਰਾਜਧਾਨੀ ਵੀ ਮੰਨ ਲਿਆ ਜਾਂਦਾ ਸੀ। ਉਸ ਸ਼ਹਿਰ ਦੇ ਵਿੱਚ ਇੱਕ ਕਾਲਜ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਆਪਣੀ ਵੱਖਰੇ ਵਿਚਾਰਾਂ ਦੀ ਗੱਲ ਕਰ ਰਿਹਾ ਸਾਂ। ਮੇਰੇ ਕੋਲੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਾਡੇ ਹੀ ਕਾਲਜ ਦੇ ਉਹਨਾਂ ਵੱਲੋਂ ਚੁਣੇ ਹੋਏ ਪ੍ਰਧਾਨ ਸੀ, ਉਹ ਆਏ। ਬਾਈ ਚਾਂਸ ਉਹਨਾਂ ਦਾ ਨਾਮ ਵੀ ਪ੍ਰਭ ਸੀ, ਤੁਹਾਡੇ ਨਾਮ ਵਾਂਗ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪਰਸੋਂ ਜਿਹੜੀਆਂ ਰੈਲੀਆਂ ਕਰੋਗੇ ਅਸੀਂ ਤੁਹਾਨੂੰ ਰੈਲੀ ਨਹੀਂ ਕਰਨ ਦੇਵਾਂਗੇ ਕਿਉਂਕਿ ਤੁਸੀਂ ਸਾਨੂੰ ਫਿਰਕਾ ਪ੍ਰਸਤ ਕਹੋਗੇ। ਮੈਂ ਉਹਨੂੰ ਇਹ ਕਿਹਾ ਕਿ ਪ੍ਰਭ ਗੱਲ ਬਹੁਤ ਸਿੰਪਲ ਹੈ, ਜੇ ਤੈਨੂੰ ਇਤਰਾਜ਼ ਹੈ ਕਿ ਤੇਰੇ ਕੋਲੇ ਹੱਕ ਹੈ, ਤੂੰ ਅੱਜ ਰੈਲੀ ਕਰ ਲਾ, ਤੂੰ ਕੱਲ ਰੈਲੀ ਕਰ ਲਾ, ਪਰ ਸਾਡੀ ਪਰਸੋਂ ਵਾਲੀ ਰੈਲੀ ਤੈਨੂੰ ਰੋਕਣ ਦਾ ਅਧਿਕਾਰ ਨਹੀਂ ਹੈ। ਬਹੁਤ ਸਿੰਪਲ ਗੱਲ ਹੈ, ਔਰ ਇਹੀ ਗੱਲ ਮੈਂ ਹੁਣ ਵੀ ਕਹਿਣ ਦਾ ਯਤਨ ਕਰ ਰਿਹਾ। ਹਾਂ, ਧੰਨਵਾਦ ਸ਼ਿਵਜੀਤ ਜੀ। ਸਾਡੇ ਨਾਲ ਇੱਕ ਕਾਲਰ ਜੁੜ ਗਏ ਨੇ, ਉਹ ਫੋਨ ਦੇ ਅਖੀਰਲੇ ਨੰਬਰ ਹੈ ਜੀ 7513 7513। ਤੁਹਾਡਾ ਸਵਾਗਤ ਹੈ ਜੀ। ਅਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ, ਮੈਂ ਸੁਰਿੰਦਰਪਾਲ ਸਿੰਘ ਬੋਲ ਰਿਹਾ ਜੀ। ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਨੰਬਰ ਇੱਕ ਕਿ ਜਿਹੜੀਆਂ ਸਟੂਡੈਂਟ ਯੂਨੀਅਨ ਹੈਗੀਆਂ ਇਹ ਰਾਜਨੀਤਿਕ ਪਾਰਟੀਆਂ ਨਾਲ ਸੰਬੰਧ ਜ਼ਰੂਰ ਰੱਖਦੀਆਂ, ਪਰ ਜਿੱਥੇ ਇਹਨਾਂ ਨੂੰ ਪੜ੍ਹਾਈ ਦੇ ਖੇਤਰ 'ਚ ਤੇ ਸਾਰਾ ਕੁਛ ਆ, ਉੱਥੇ ਇਹਨਾਂ ਨੂੰ ਰਾਜਨੀਤੀ ਪਾਰਟੀਆਂ ਨਾਲ ਇਹਨਾਂ ਦੀਆਂ ਜਿਹੜੀਆਂ ਯੂਨੀਅਨ ਆ ਉਹ ਬਿਲਕੁਲ ਹੋਣੀਆਂ ਚਾਹੀਦੀਆਂ, ਕਿਉਂਕਿ ਉਹਨਾਂ ਨੂੰ ਆਉਣ ਵਾਲਾ ਸਮਾਂ ਜਿਹੜਾ ਆ ਉਹ ਰਾਜਨੀਤਿਕ ਲੋਕ ਜਿੰਨੀਆਂ ਪਾਰਟੀਆਂ ਦੇ ਲੀਡਰ ਆ ਉਹ ਪੜ੍ਹੇ ਲਿਖੇ ਤੇ ਸਿਧਾਂਤਕ ਜਿਹੜੇ ਆਉਣੇ ਚਾਹੀਦੇ ਆ। ਬਟ ਜਿਹੜਾ ਇਹ ਦਿੱਲੀ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਇਹ ਬਹੁਤ ਘਿਨਾਉਣਾ ਕੰਮ ਆ, ਉਹਨਾਂ ਦੇ ਮੌਲਿਕ ਅਧਿਕਾਰਾਂ ਦੀ ਆਜ਼ਾਦੀ ਨਾਲ ਧੱਕਾ ਆ। ਇਹ ਹਮੇਸ਼ਾ ਹਿੰਦੁਸਤਾਨ ਦੇ ਜਿਹੜੇ ਆ ਇਹ ਲੋਕ ਆ ਇਹ ਘੱਟ ਗਿਣਤੀਆਂ ਨਾਲ ਕਰਦੇ ਆਏ ਆ ਔਰ ਇਹ ਕਰਦੇ ਰਹਿਣਗੇ। ਜਾਂ ਤਾਂ ਇਹਨਾਂ ਦਾ ਮਨ ਇਹ ਆ ਕਿ ਇਹਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਵੇ। ਇਹ ਸੋਚ ਦੇ ਨਾਲ ਇਹ ਸਾਰਾ ਕੰਮ ਜਿਹੜਾ RSS ਕਰਦੀ ਪਈ ਆ। ਇਹਨਾਂ ਨੂੰ ਗਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁਲਕ ਨੂੰ, ਸਾਡੇ ਮੁਲਕ ਨੂੰ, ਹਿੰਦੁਸਤਾਨ ਨੂੰ ਇਹਦਾ ਨੁਕਸਾਨ ਹੋਏਗਾ। ਇਹਨਾਂ ਗੱਲਾਂ ਦੇ ਨਾਲ ਹੀ ਜਿਹੜੇ ਆ ਲੋਕ ਵੱਖਵਾਦੀ ਖਾਰਕੂ ਬਣਦੇ ਆ ਤੇ ਇਹ ਸਰਕਾਰਾਂ ਨੂੰ ਇਸ ਚੀਜ਼ ਤੇ ਔਰ ਸੁਪਰੀਮ ਕੋਰਟ ਨੂੰ ਬਹੁਤ ਸਖਤ ਸਟੈਂਡ ਲੈਣ ਦੀ ਲੋੜ ਆ ਜੇ ਹਿੰਦੁਸਤਾਨ ਨੂੰ ਇਕੱਠਿਆ ਰੱਖਣਾ। ਧੰਨਵਾਦ ਜੀ ਸ਼ਿਵਜੀਤ ਜੀ। ਤੇ ਇੱਕ ਨੁਕਤਾ ਇਹ ਸਾਰੇ ਗੱਲ ਦੇ ਵਿੱਚ ਇਹ ਵੀ ਆਉਂਦਾ ਹੈ, ਇਸ ਚੀਜ਼ ਦੀ ਕੋਈ ਪ੍ਰੋੜਤਾ ਨਹੀਂ ਕਰ ਸਕਦਾ ਜਿਵੇਂ ਭੰਨ ਤੋੜ ਕੀਤੀ ਗਈ ਆ, ਨਾ ਹੀ ਕਰਨੀ ਚਾਹੀਦੀ ਆ। ਇਸ ਚੀਜ਼ ਦੀ ਕੋਈ ਪ੍ਰੋੜਤਾ ਨਹੀਂ ਕਰ ਸਕਦਾ ਹੈਗਾ ਜਿਵੇਂ ਉਹਨਾਂ ਦੇ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਇਸ ਚੀਜ਼ ਦੇ ਵਿੱਚ ਇੱਕ ਨੁਕਤਾ ਬੜਾ ਜ਼ਰੂਰੀ ਸੋਚਣ ਵਾਲਾ ਆ ਜਾਂਦਾ ਹੈ, ਜਿਹੜਾ ਬਾਰ-ਬਾਰ ਮੇਰੇ ਦਿਮਾਗ 'ਚ ਆਉਂਦਾ ਹੈ ਕਿ ਜੇ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਅਫਜ਼ਲ ਗੁਰੂ ਨੂੰ ਇਸ ਤਰ੍ਹਾਂ ਫਾਂਸੀ ਦਿੱਤੀ ਗਈ ਕਿ ਜਿਹਦੀ ਵਿਆਖਿਆ ਇੱਕ ਜੁਡੀਸ਼ੀਅਲ ਮਰਡਰ ਦੇ ਤੌਰ ਤੇ ਕੀਤੀ ਜਾ ਸਕਦੀ ਹੈ, ਜਿਵੇਂ ਤੁਸੀਂ ਸ਼ਿਵਜੀਤ ਜੀ ਨੇ ਦੱਸਿਆ ਵੀ ਇਹ ਕਿਹਾ ਗਿਆ ਕਿ ਭਰਵੇਂ ਸਬੂਤ ਤੇ ਹੈ ਨਹੀਂ, ਪਰ ਕਿਉਂਕਿ ਪਾਰਲੀਮੈਂਟ ਤੇ ਹਮਲਾ ਕੀਤਾ ਗਿਆ ਤਾਂ ਇਸ ਕਰਕੇ ਅਸੀਂ ਇਸ ਬੰਦੇ ਨੂੰ ਫਾਂਸੀ ਦੇ ਦਿੱਤੀ ਹੈ। ਪਰ ਉਸੇ ਪਾਰਟੀ ਦਾ ਨੁਮਾਇੰਦਾ ਉਸੇ ਫੰਕਸ਼ਨ 'ਚ ਜਾਂਦਾ ਹੈ ਜਿੱਥੇ ਉਹਦੇ
ਇਸ ਜੁਡੀਸ਼ੀਅਲ ਸੋ ਕਾਲਡ ਕਹਿ ਲਓ ਜੁਡੀਸ਼ੀਅਲ ਕਤਲ ਦੇ ਵਿਰੁੱਧ ਪ੍ਰੋਟੈਸਟ ਕੀਤਾ ਜਾਂਦਾ ਹੈ ਔਰ ਜਿਹੜੇ ਦੁਖੀ ਹੋਏ ਨੇ ਲੋਕ ਉਹ ਆਪਣੀਆਂ ਭਾਵਨਾਵਾਂ ਵਿਅਕਤ ਕਰਦੇ ਨੇ। ਪਰ ਮੌਕੇ ਦੀ ਸਰਕਾਰ ਜਿਹੜੀ ਉਸ ਫਾਂਸੀ ਵੇਲੇ ਨਹੀਂ ਸੀ ਉਹਦੇ ਵਿਰੁੱਧ ਤਾਂ ਨਾਰੇ ਲਾਏ ਜਾਂਦੇ ਨੇ, ਕਸ਼ਮੀਰ ਦੀ ਆਜ਼ਾਦੀ ਦੇ ਨਾਰੇ ਲਾਏ ਜਾਂਦੇ ਨੇ, ਪਰ ਉਹ ਜਮਾਤ ਦੇ ਨੁਮਾਇੰਦੇ ਨੂੰ, ਮੇਰਾ ਜਿਹੜਾ ਭਾਵ ਹੈ ਰਾਹੁਲ ਗਾਂਧੀ ਜੀ ਦਾ, ਉਹਨੂੰ ਉੱਥੇ ਵੈਲਕਮ ਕਿਹਾ ਜਾਂਦਾ ਹੈ, ਉਹਨੂੰ ਕੋਈ ਸਵਾਲ ਨਹੀਂ ਕੀਤੇ ਜਾਂਦੇ ਹੈਗੇ। ਤਾਂ ਉਸ ਜਿਹੜੀ ਸੋਚ ਹੈ ਜਿਸ ਅਧੀਨ ਉਹ ਪ੍ਰੋਟੈਸਟ ਕੀਤਾ ਗਿਆ ਉਹਨੂੰ ਕਿਵੇਂ ਜਸਟੀਫਾਈ ਕੀਤਾ ਜਾ ਸਕਦਾ ਹੈ? ਜ਼ਰੂਰ ਮੈਂ ਤਿੰਨੇ ਆਪਣੇ ਪੈਨਲਿਸਟਾਂ ਦੇ ਇਹਦੇ ਤੇ ਵਿਚਾਰ ਲੈਣਾ ਚਾਹੂੰਗਾ ਕਿ ਕਿਆ ਇਸ ਚੀਜ਼ ਨੂੰ ਇੱਕ ਇਮਾਨਦਾਰ ਸੋਚ ਕਿਹਾ ਜਾ ਸਕਦਾ ਹੈ। ਪਹਿਲਾਂ ਪ੍ਰਮੀਤ ਸਿੰਘ ਜੀ। ਅਜੀਤ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਵਾਲੀ, ਦੇਖੋ ਮੈਂ ਇਹ ਮੰਨਦਾ, ਮੈਂ ਇਹਦੇ ਬਾਰੇ ਜ਼ਿਆਦਾ ਕਮੈਂਟ ਨਹੀਂ ਕਰਾਂਗਾ ਕਿ ਜੁਡੀਸ਼ੀਅਲ ਮਰਡਰ ਸੀ ਜਾਂ ਜੋ ਵੀ ਸੀਗਾ, ਕਿਉਂਕਿ ਉਹ ਦੇਖਣਾ ਜੁਡੀਸ਼ਰੀ ਦਾ ਕੰਮ ਹੈਗਾ। ਸਰਕਾਰਾਂ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਸਿਆਸਤ ਹਮੇਸ਼ਾ ਖੇਡਣੀ ਹੁੰਦੀ ਹੈ, ਔਰ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਵਰਤਾਰਾ ਹੋ ਜਾਂਦਾ ਤਾਂ ਇੱਕ ਸਰਕਾਰਾਂ ਵਾਸਤੇ, ਕਿਉਂਕਿ ਮੈਂ ਪਿਛਲੇ 10 ਸਾਲ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਮੈਂ ਇੱਕ ਚੀਜ਼ ਇਹ ਦੇਖਣਾ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਤਾਂ ਸਰਕਾਰਾਂ ਨੂੰ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਕਿਸੇ ਨਾ ਕਿਸੇ ਨੂੰ ਫੜ ਕੇ ਫਟਾਫਟ ਲੋਕਾਂ ਅੱਗੇ ਪੇਸ਼ ਕਰ ਦਿੱਤਾ ਜਾਵੇ ਕਿ ਆਪਣੀ ਕਾਮਯਾਬੀ ਦਿਖਾਉਣ ਲਈ ਕਿ ਆਹ ਦੇਖੋ ਜੀ ਅਸੀਂ ਆਹ ਬੰਦਾ ਫੜ ਲਿਆ। ਇਸ ਤੋਂ ਬਾਅਦ ਜਿਹੜੀ ਚੀਜ਼ ਹੈਗੀ ਹੈ, ਤੁਸੀਂ ਰਾਹੁਲ ਗਾਂਧੀ ਦੀ ਗੱਲ ਕੀਤੀ ਹੈ, ਰਾਹੁਲ ਗਾਂਧੀ ਨੂੰ ਸਵਾਲ ਨਾ ਪੁੱਛਣਾ ਤੇ ਉਸੇ ਤਤਕਾਲੀਨ ਜਿਹੜੀ ਪਾਰਟੀ ਸੀ ਉਹਦਾ ਨੁਮਾਇੰਦਾ ਅਗਰ ਉਸ ਪ੍ਰੋਗਰਾਮ ਦੇ ਵਿੱਚ ਜਾਂਦਾ ਤਾਂ ਸ਼ਾਇਦ ਇਹਦੇ ਵਿੱਚ ਮੈਂ ਸਮਝਦਾ ਕਿਤੇ ਨਾ ਕਿਤੇ ਇਹ ਰਾਹੁਲ ਗਾਂਧੀ ਕਿਉਂਕਿ ਇੰਨੇ ਜ਼ਿਆਦਾ ਪੋਲੀਟੀਕਲੀ ਹਲੇ ਮੈਚਿਓਰ ਨਹੀਂ ਹੈ ਕਿ ਉਹ ਕੋਈ ਸਵਾਲ ਇਸ ਤਰ੍ਹਾਂ ਦੇ ਹਾਰਡਕੋਰ ਸਵਾਲ ਜਿਹੜੇ ਉਹ ਲੈ ਸਕਣ। ਔਰ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਦੇ ਜਾਣ ਦੀ ਜਿੱਥੋਂ ਤੱਕ ਗੱਲ ਹੈ, ਇਹ ਹੋ ਸਕਦਾ ਕਿ ਉਹ ਬਕਾਇਦਾ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਦੇ ਤੌਰ ਤੇ ਨਾ ਜਾ ਕੇ ਆਪਣੇ ਇੱਕ ਨਿੱਜੀ ਤੌਰ ਤੇ ਗਿਆ ਹੋਵੇ, ਪਰ ਫਿਰ ਵੀ ਮੈਂ ਇਹ ਸਮਝਦਾ ਵੀ ਕਿਤੇ ਨਾ ਕਿਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਲੋਕਾਂ ਨੂੰ ਪੋਲੀਟੀਕਲ ਪਾਰਟੀਆਂ ਬਾਰੇ ਆਪਣੀ ਪਰਸੈਪਸ਼ਨ ਨਹੀਂ ਬਣਾਉਣੀ ਚਾਹੀਦੀ। ਇਸ ਤੋਂ ਇਲਾਵਾ ਸਾਡੇ ਕਾਲਰ ਨੇ ਜਿਹੜੀ ਗੱਲ ਕਹੀ ਸੀ, ਮੈਨੂੰ ਬੜੇ ਵਧੀਆ ਲੱਗਿਆ, ਉਹਨਾਂ ਦੀ ਗੱਲ ਬਹੁਤ ਅੱਛੀ ਲੱਗੀ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੁਧਾਰ ਸਕਦੀ ਹੈ, ਕਿਉਂਕਿ ਸਰਕਾਰਾਂ ਦੀ ਇੱਛਾ ਸ਼ਕਤੀ ਇਹਨਾਂ ਇਸ ਤਰ੍ਹਾਂ ਦੇ ਜਿਹੜੀ ਵਾਇਲੈਂਟ ਜਿਹੜੇ ਐਕਸ਼ਨਸ ਹੁੰਦੇ ਹੈਗੇ ਨੇ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਨਹੀਂ, ਬਲਕਿ ਸਰਕਾਰਾਂ ਕਿਤੇ ਨਾ ਕਿਤੇ ਕਈ ਵਾਰੀ ਪ੍ਰਵੋਕ ਕਰਦੀਆਂ ਨੇ ਜਾਂ ਆਪੋਜੀਸ਼ਨ ਪ੍ਰਵੋਕ ਕਰਦੀ ਹੈ ਕਿ ਹਿੰਸਾ ਹੋਵੇ, ਚੀਜ਼ਾਂ ਖਿੱਲਰ ਜਾਣ ਔਰ ਸਾਨੂੰ ਨਵੇਂ ਮੁੱਦੇ ਜਿਹੜੇ ਆ ਮਿਲ ਜਾਣ ਆਪੋਜੀਸ਼ਨ ਤੇ ਵਾਰ ਕਰਨ ਵਾਸਤੇ। ਸੁਪਰੀਮ ਕੋਰਟ ਆਫ ਇੰਡੀਆ ਤੋਂ ਮੈਨੂੰ ਕਾਫੀ ਇਸ ਮਾਮਲੇ ਦੇ ਵਿੱਚ ਉਮੀਦ ਹੈ ਕਿ ਸੁਪਰੀਮ ਕੋਰਟ ਜਿਹੜੀ ਹੈ ਉਹ ਬਹੁਤ ਹੱਦ ਤੱਕ ਇਹਨਾਂ ਚੀਜ਼ਾਂ ਨੂੰ ਜੇ ਚਾਹੇ ਤਾਂ ਕੰਟਰੋਲ ਕਰ ਸਕਦੀ ਹੈ। ਸੀਪੀ ਸਿੰਘ ਜੀ, ਤੁਹਾਡੇ ਕੀ ਵਿਚਾਰ ਨੇ ਇਸ ਗੱਲ ਤੇ ਕਿ ਇੱਕ ਪਾਰਟੀ ਦੇ ਨੁਮਾਇੰਦੇ ਨੂੰ ਸਵਾਲ ਪੁੱਛਿਆ ਜਾਂਦਾ, ਇੱਕ ਦੇ ਨੂੰ ਨਹੀਂ, ਔਰ ਜਿਹੜੀ ਪਾਰਟੀ ਜ਼ਿੰਮੇਵਾਰ ਹੈ ਉਹਦੇ ਨੁਮਾਇੰਦੇ ਨੂੰ ਸਵਾਲ ਨਹੀਂ ਪੁੱਛਿਆ ਜਾਂਦਾ? ਜੀ ਬਿਲਕੁਲ ਅਜੀਤ ਜੀ, ਦੇਖੋ ਪੂਰੇ ਦਾ ਪੂਰਾ ਜਿਹੜਾ ਸਾਡਾ ਇੰਡੀਅਨ ਸਿਸਟਮ ਬਣ ਚੁੱਕਾ ਨਾ, ਉਹ ਮੈਂ ਮਤਲਬ ਮੇਰੇ ਪਰਸਨਲ ਜੇ ਤੁਸੀਂ ਮੇਰਾ ਮੰਨਣਾ ਹੈ ਕਿ ਉਹ ਇਹ ਹੈ ਕਿ ਪੋਲਿਊਟਡ ਹੋ ਚੁੱਕਾ ਬੁਰੀ ਤਰ੍ਹਾਂ ਸਿਸਟਮ। ਤੁਸੀਂ ਕਿਹਾ ਇੱਕ ਪਾਸੇ ਕਿਸੇ ਇੱਕ ਬੰਦੇ ਨੂੰ ਕਟਹਿਰੇ 'ਚ ਖੜਾ ਕਰਕੇ ਕੁਐਸਚਨਿੰਗ ਕਰਦੇ ਹੋ, ਦੂਸਰੇ ਪਾਸੇ ਸੇਮ ਉਸੇ ਪਾਰਟੀ ਦੇ ਬੰਦੇ ਨੂੰ ਤੁਸੀਂ ਕੁਐਸਚਨ ਨਹੀਂ ਪੁੱਛ ਸਕਦੇ, ਜਾਂ ਕਿਤੇ ਨਾ ਕਿਤੇ ਪੂਰੇ ਦਾ ਪੂਰਾ ਸਿਸਟਮ ਜਿਹੜਾ ਬਾਇਸਡ ਹੋ ਕੇ ਚੱਲਦਾ ਹੈ। ਇਸੇ ਕਰਕੇ ਸ਼ਾਇਦ ਸਾਡੇ ਸਿਸਟਮ ਦੇ ਵਿੱਚ ਇਹੋ ਜਿਹੀਆਂ ਕੋਤਾਹੀਆਂ ਹੁੰਦੀਆਂ, ਇਹੋ ਜਿਹੇ ਜਿਹੜੇ ਇਨਸੀਡੈਂਟ ਹੈ ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਔਰ ਪਰਮਜੀਤ ਜੀ ਨੇ ਗੱਲ ਕੀਤੀ ਕਿ ਇੱਕ ਸੁਪਰੀਮ ਕੋਰਟ ਇੱਕ ਐਸੀ ਸੰਸਥਾ ਹੈ ਜਾਂ ਇੱਕ ਐਸੀ ਤੁਸੀਂ ਕਹ ਲਓ ਕਿ ਮੀਡੀਏਸ਼ਨ ਬੋਡੀ ਹੈ ਜਿਹੜੀ ਕਿ ਇਹੋ ਜਿਹੇ ਕਲੈਸ਼ਜ਼ ਨੂੰ ਜ਼ਿਆਦਾ ਬਿਹਤਰੀ ਨਾਲ ਹੱਲ ਕਰ ਸਕਦੀ ਹੈ। ਪਰ ਕਿਤੇ ਨਾ ਕਿਤੇ ਅਸੀਂ ਜਦੋਂ, ਮੈਂ ਸਿਸਟਮ ਤੇ ਕਟਾਕਸ਼ ਨਹੀਂ ਕਰਦਾ, ਮੈਂ ਸੁਪਰੀਮ ਕੋਰਟ ਤੇ ਵੀ ਕਟਾਕਸ਼ ਨਹੀਂ ਕਰਦਾ, ਬਟ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਵਿੱਚ ਏਦਾਂ ਦੇ ਲੂਪ ਹੋਲਸ ਹੈਗੇ ਨੇ, ਜਾਂ ਤੁਸੀਂ ਕਹਿ ਲਓ ਕਿ ਕਨਸਟੀਟਿਊਸ਼ਨ ਦੇ ਵਿੱਚ ਏਦਾਂ ਦੇ ਲੂਪ ਹੋਲਸ ਨੇ ਜਿਹੜੇ ਕਿ ਵਿਕਟਮਸ ਨੂੰ ਬਚਾਉਣ ਲਈ ਬਹੁਤ ਕਾਰਾਗਰ ਸਿੱਧ ਹੋ ਜਾਂਦੇ ਨੇ। ਔਰ ਸ਼ਾਇਦ ਇਸੇ ਕਰਕੇ ਜਿਹੜੇ ਏਦਾਂ ਦੇ ਇਨਸੀਡੈਂਟ ਹੁੰਦੇ ਇਹਨਾਂ ਨੂੰ ਅੰਜਾਮ ਦਿੱਤੇ ਜਾਂਦੇ ਨੇ, ਔਰ ਨਾ ਹੀ ਕੋਈ ਹਾਰਡਕੋਰ ਇਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਸੋ ਕਿਤੇ ਨਾ ਕਿਤੇ ਪੋਲੀਟੀਕਲ ਇਨਵੋਲਵਮੈਂਟ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਬਹੁਤ ਹੀ ਬੁਰੀ ਤਰ੍ਹਾਂ ਜਿਹੜੀ ਸਟੂਡੈਂਟ ਐਸੋਸੀਏਸ਼ਨਸ ਨੇ, ਸਟੂਡੈਂਟ ਆਰਗੇਨਾਈਜੇਸ਼ਨਸ ਨੇ, ਉਹ ਇਹਦੇ ਨਾਲ ਪੋਲਿਊਟਡ ਹੋ ਚੁੱਕੀਆਂ। ਔਰ ਕਿਤੇ ਨਾ ਕਿਤੇ ਜਦੋਂ ਕੁਐਸਚਨਿੰਗ ਦਾ ਸਵਾਲ ਆਉਂਦਾ ਹੈ, ਰੂਲਿੰਗ ਗਵਰਨਮੈਂਟ ਹੋਵੇ ਜਾਂ ਕੋਈ ਏਦਾਂ ਦੀ ਸੰਸਥਾ ਹੋਵੇ ਜਿਹੜੀ ਕਿ ਬਹੁਤ ਜ਼ਿਆਦਾ ਇਨਫਲੂਐਂਸ ਰੱਖਦੀ ਹੋਵੇ, ਪ੍ਰਭਾਵ ਰੱਖਦੀ ਹੋਵੇ, ਉਸ ਚੀਜ਼ ਦੇ ਵਿੱਚ ਜਾ ਕੇ ਸਾਡਾ ਈਵਨ ਕਿ ਮੈਂ ਮੀਡੀਆ ਦੀ ਵੀ ਗੱਲ ਕਰੂੰਗਾ, ਮੀਡੀਆ ਵੀ ਉੱਥੇ ਜਾ ਕੇ ਸੌਫਟ ਕਾਰਨਰ ਲੈ ਲੈਂਦਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਜੇ ਕੁਐਸਚਨ ਕਿਸੇ ਤੇ ਅਰਾਈਜ਼ ਹੁੰਦਾ ਤਾਂ ਉਹਨੂੰ ਕੁਐਸਚਨਿੰਗ ਜ਼ਰੂਰ ਹੋਣੀ ਚਾਹੀਦੀ ਹੈ। ਇਹ ਕਾਫੀ ਦੇਰ ਤੋਂ ਆਪਾਂ ਇੰਡੀਅਨ ਹਿਸਟਰੀ ਦੇਖੀਏ ਤਾਂ ਇਸ ਤਰ੍ਹਾਂ ਦਾ ਚਲਨ ਜਿਹੜਾ ਉਹ ਚੱਲਦਾ ਆ ਰਿਹਾ ਹੈ, ਔਰ ਸ਼ਾਇਦ ਜੇ ਕੋਈ ਐਫਰਟ ਵੀ ਕਰੇਗਾ ਤਾਂ ਬਹੁਤ ਸਮਾਂ ਲੱਗ ਜਾਣਾ ਇਸ ਚੀਜ਼ ਨੂੰ ਕਰੈਕਟ ਕਰਦੇ ਹੋਏ। ਪਰ ਇਸੇ ਕਰਕੇ ਇਹੋ ਜਿਹੇ ਜਿਹੜੇ ਇਨਸੀਡੈਂਟ ਆ ਅਜੀਤ ਜੀ, ਉਹਨਾਂ ਨੂੰ ਅੰਜਾਮ ਮਿਲ ਰਿਹਾ ਹੈ। ਔਰ ਸ਼ਾਇਦ ਜਿਹੜੀ ਕੱਲ ਇਹ ਘਟਨਾ ਹੋਈ ਹੈ ਇਹਦੇ ਵਿੱਚ ਵੀ ਤੁਸੀਂ ਦੇਖਣਾ, ਹਾਲਾਂਕਿ
ਪੁਲਿਸ ਇਹਦੇ ਵਿੱਚ ਇਨਵੈਸਟੀਗੇਟ ਕਰ ਰਹੀ ਹੈ ਜਾਂ ਉਹਦੇ ਉਸ ਪੂਰੇ ਸਿਸਟਮ ਨੂੰ ਦੇਖਿਆ ਜਾ ਰਿਹਾ, ਇਨਵੈਸਟੀਗੇਟ ਕੀਤਾ ਜਾ ਰਿਹਾ, ਨਿਕਲ ਕੇ ਕੁਝ ਵੀ ਸਾਹਮਣੇ ਨਹੀਂ ਆਣਾ। ਕਿਤੇ ਨਾ ਕਿਤੇ ਪੋਲੀਟੀਕਲ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਆਪਣੀ ਉੱਥੇ ਇੱਕ ਹਿੰਦੂਵਾਦੀ ਔਰ ਮੁਸਲਮਾਨਵਾਦੀ ਜਿਹੜੀ ਹੈ ਸੋਚ ਹੈ ਉਹ ਜਾਂ ਪ੍ਰਵਿਰਤੀ ਹੈ, ਚਾਹੇ ਉਹਨਾਂ ਦੇ ਖਿਲਾਫ ਹੈ ਚਾਹੇ ਉਹਨਾਂ ਦੇ ਵੱਲ ਹੈ, ਉਸ ਨੂੰ ਦਿਖਾਉਣ ਦਾ ਕੋਸ਼ਿਸ਼ ਕਰਦੀਆਂ। ਜ਼ਰੀਆ ਬਣਾਇਆ ਜਾਂਦਾ ਸਟੂਡੈਂਟਸ ਨੂੰ ਔਰ ਇਹੋ ਜਿਹੇ ਇੰਸੀਡੈਂਟਸ ਨੂੰ, ਤਾਂ ਕਿ ਸਟੂਡੈਂਟਸ ਜਿਹੜੇ ਹੈ ਉਹ ਅੱਗੇ ਰਹਿਣ ਔਰ ਜੇ ਕੋਈ ਗੱਲ ਵੀ ਜਾਂ ਜੇ ਕੋਈ ਐਲੀਗੇਸ਼ਨ ਵੀ ਲੱਗਦੇ ਆ ਜਾਂ ਕੋਈ ਬੰਦਾ ਉਸ ਦੇ ਵਿੱਚ ਵਿਕਟਮਾਈਜ਼ ਵੀ ਹੁੰਦਾ ਤਾਂ ਸਟੂਡੈਂਟਸ ਆਪੇ ਭੁਗਤਦੇ ਆ। ਸੋ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਦੇ ਵਿੱਚ ਅਵੇਅਰਨੈਸ ਲਿਆਉਣੀ ਬਹੁਤ ਜ਼ਰੂਰੀ ਹੈ ਕਿ ਜੇ ਪੜ੍ਹਾਈ ਦਾ ਪੱਖ ਤੁਸੀਂ ਰੱਖ ਰਹੇ ਹੋ, ਜੋ ਪੜ੍ਹਾਈ ਕਰਨ ਜਾ ਰਹੇ ਹੋ, ਤਾਂ ਠੀਕ ਹੈ ਆਪਣੇ ਹੱਕ ਆਪਣੇ ਸੱਚ ਲਈ ਅਸੀਂ ਲੜ ਸਕਦੇ ਹਾਂ, ਲੇਕਿਨ ਉਹ ਮੁੱਦਾ ਹੱਕ ਔਰ ਸੱਚ ਦਾ ਕੀ ਹੈ ਇਸ ਨੂੰ ਐਨਾਲਾਈਜ਼ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਉਹ ਸਟੂਡੈਂਟਸ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਜੀ। ਸ਼ਿਵਦੀਪ ਜੀ, ਤੁਸੀਂ ਇੱਕ ਤਾਂ ਜੁਡੀਸ਼ੀਅਲ ਮਰਡਰ ਦੀ ਗੱਲ ਕੀਤੀ ਸੀ, ਪਰ ਮੇਰਾ ਖਿਆਲ ਹੈ ਜੁਡੀਸ਼ਰੀ ਨਾਲੋਂ ਸਾਨੂੰ ਇਨਵੈਸਟੀਗੇਟਿਵ ਏਜੰਸੀਜ਼ ਨੂੰ ਜਿਹੜਾ ਇਹਦੇ ਵਿੱਚ ਜ਼ਿਆਦਾ ਉਹਨਾਂ ਦੀ ਕੋਤਾਹੀ ਮੰਨਣੀ ਚਾਹੀਦੀ ਹੈ, ਕਿਉਂਕਿ ਜੁਡੀਸ਼ਰੀ ਨੇ ਫੈਸਲਾ ਜਿਹੜਾ ਦੇਣਾ ਹੈ ਉਹ ਜਿਹੜਾ ਵਿਜੀਲੈਂਸ ਕਰਨ ਵਾਲੀਆਂ ਏਜੰਸੀਜ਼ ਨੇ ਜਾਂ ਇਨਵੈਸਟੀਗੇਸ਼ਨ ਕਰਨ ਵਾਲੀਆਂ ਏਜੰਸੀਆਂ ਨੇ, ਉਹ ਜਿਹੜੇ ਦਸਤਾਵੇਜ਼ ਤੇ ਗਵਾਹ ਜਿਹੜੇ ਉੱਥੇ ਪੇਸ਼ ਕਰਨੇ ਆ, ਮੇਰੇ ਖਿਆਲ ਜੁਡੀਸ਼ਰੀ ਨੂੰ ਉਹਦੇ ਤੇ ਡਿਪੈਂਡ ਕਰਨਾ ਚਾਹੀਦਾ। ਸਿਸਟਮ 'ਚ ਨੁਕਸ ਤੇ ਕਿਤੇ ਹੈਗਾ, ਪਰ ਮੇਰਾ ਖਿਆਲ ਹੈ ਉਹ ਨੁਕਸ ਜਿਹੜਾ ਹੈਗਾ ਸਾਨੂੰ ਇਨਵੈਸਟੀਗੇਸ਼ਨ ਕਰਨ ਵਾਲੀਆਂ ਏਜੰਸੀਆਂ ਤੇ ਉਹਨਾਂ ਦਾ ਜਿਹੜਾ ਆਪਸੀ ਜੋੜ ਤੋੜ ਪੋਲੀਟੀਕਲ ਸੰਸਥਾਵਾਂ ਦੇ ਨਾਲ, ਪੋਲੀਟੀਕਲ ਪਾਰਟੀਆਂ ਨਾਲ ਜਾਂ ਸਰਕਾਰੀ ਤੰਤਰ ਦੇ ਵਿੱਚ ਕਮੀਆਂ ਨੇ, ਉਹਨਾਂ ਵਿੱਚੋਂ ਸਾਨੂੰ ਜ਼ਿਆਦਾ ਨੁਕਸ ਲੱਭ ਜਾਣਗੇ ਜੁਡੀਸ਼ਰੀ ਦੇ ਨਾਲੋਂ। ਸੋ ਪਰ ਇਹਦੇ ਤੇ ਮੇਰੇ ਤੁਹਾਡੇ ਇੱਕ ਸੰਖੇਪ ਤਰੀਕੇ ਦੇ ਨਾਲ ਸਪੈਸੀਫਿਕ ਵਿਚਾਰਨ ਜਿਹੜਾ ਮੇਰਾ ਸਵਾਲ ਸੀ ਕਿ ਜਦੋਂ ਅਸੀਂ ਕੋਈ ਵਿਚਾਰ ਇਸ ਤਰ੍ਹਾਂ ਸੀਮਿਤ ਕਰ ਲੈਣੇ ਆ ਕਿ ਅਸੀਂ ਕਿਸੇ ਵੀ ਚੀਜ਼ ਵਾਸਤੇ ਇੱਕ ਪਾਰਟਿਕੂਲਰ ਸੰਸਥਾ, ਇੱਕ ਪਾਰਟਿਕੂਲਰ ਪਾਰਟੀ ਨੂੰ ਦੋਸ਼ੀ ਠਹਿਰਾਉਣਾ ਹੈ, ਦੂਸਰੇ ਨੂੰ ਉਸ ਵਕਤ ਦੇ ਦੋਸ਼ੀ ਹੋਣ ਦੇ ਬਾਵਜੂਦ ਵੀ ਬਖਸ਼ ਦੇਣਾ ਹੈ, ਤਾਂ ਉਸ ਤਰ੍ਹਾਂ ਕਿਆ ਜਿਹੜੀਆਂ ਆਪਾਂ ਧਰਮ ਨਿਰਪੱਖ ਸੰਸਥਾਵਾਂ ਨੇ ਉਹ ਪ੍ਰਫੁੱਲਤ ਹੋ ਸਕਦੀਆਂ ਨੇ? ਕਿਆ ਅਸੀਂ ਸੋਚ ਸਾਡੀ ਬਹੁਤ ਹੀ ਪਾਰਟੀਜ਼ਨ ਨਹੀਂ ਹੋ ਗਈ ਹੈਗੀ? ਜਿਹਦੀ ਮੈਂ ਤੁਹਾਨੂੰ ਰਾਹੁਲ ਗਾਂਧੀ ਜੀ ਦੀ ਮਿਸਾਲ ਦਿੱਤੀ ਸੀ, ਉਹ ਤੇ ਸਪੈਸੀਫਿਕ ਵਿਚਾਰ ਤੁਹਾਡੇ ਜ਼ਰੂਰ ਜਾਣਨਾ ਚਾਹਾਂਗਾ। ਮੈਂ ਬਿਲਕੁਲ ਜੋ ਦੇ ਬਾਰੇ ਆਪਣੀ ਗੱਲ ਕਰਾਂਗਾ। ਦੇਖੋ ਅਜੀਤ ਜੀ, ਗੱਲ ਇਹ ਹੈ ਕਿ ਜਦੋਂ ਬ੍ਰਿਟਿਸ਼ ਰੂਲ ਹੋਵੇ, ਟ੍ਰਿਬਿਊਨਲ ਦੇ ਵਿੱਚ ਪੇਸ਼ ਹੋਏ ਤੋਂ ਬਿਨਾਂ ਭਗਤ ਸਿੰਘ ਤੇ ਉਹਦੇ 3 ਸਾਥੀਆਂ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਜਾਵੇ, 24 ਤਰੀਕ ਨੂੰ ਫਾਂਸੀ ਲਾਉਣ ਦੀ ਬਜਾਏ 23 ਤਰੀਕ ਦੀ ਰਾਤ ਨੂੰ ਫਾਂਸੀ ਲਾ ਦਿੱਤੀ ਜਾਵੇ ਤੇ ਸਾਡਾ ਆਜ਼ਾਦੀ ਦਾ ਇਤਿਹਾਸ ਕਵੇ ਕਿ ਉਹਨਾਂ 3 ਨੌਜਵਾਨਾਂ ਦਾ ਜੁਡੀਸ਼ੀਅਲ ਮਰਡਰ ਹੋ ਗਿਆ ਸੀ ਤੇ ਸਾਨੂੰ ਲੱਗੇ ਕਿ ਇਹ ਗੱਲ ਜਸਟੀਫਾਈਡ ਹੈ। ਪਰ ਇਸੇ ਤਰ੍ਹਾਂ ਅਫਜ਼ਲ ਗੁਰੂ ਨੂੰ ਬਿਨਾਂ ਸਬੂਤਾਂ ਤੋਂ ਸਹੀ ਸਬੂਤ ਜੁਟਾਏ ਤੋਂ ਬਿਨਾਂ ਸੁਪਰੀਮ ਕੋਰਟ ਇਹ ਹੁਕਮ ਦਿੰਦੇ ਹੋਏ ਫਾਂਸੀ ਦਾ ਹੁਕਮ ਸੁਣਾ ਦੇਵੇ ਕਿ ਸਾਡੇ ਕੋਲੇ ਲੋੜੀਂਦੇ ਸਬੂਤ ਬਿਲਕੁਲ ਨਹੀਂ ਹੈ, ਪਰ ਪਾਰਲੀਮੈਂਟ ਤੇ ਹਮਲਾ ਦੇਸ਼ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਵਾ, ਇਸ ਕਰਕੇ ਅਸੀਂ ਉਹਨੂੰ ਫਾਂਸੀ ਦਾ ਹੁਕਮ ਚਲਾਉਂਦੇ ਆ। ਔਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਅਧੀਨ ਜਨਾਬ ਸ਼ਿੰਦੇ ਦੇ ਗ੍ਰਹਿ ਮੰਤਰੀ ਹੁੰਦੇ ਹੋਏ ਉਹਨਾਂ ਦੇ ਪਰਿਵਾਰ ਨੂੰ ਸੂਚਨਾ ਦਿੱਤੇ ਬਿਨਾਂ ਉਹਨਾਂ ਨੂੰ ਫਾਂਸੀ ਲਾ ਦਿੱਤੀ ਜਾਵੇ, ਉਹਨਾਂ ਦੀ ਲਾਸ਼ ਵੀ ਪਰਿਵਾਰ ਦੇ ਹਵਾਲੇ ਨਾ ਕੀਤੀ ਜਾਵੇ। ਜੇ ਇਹਦੇ ਉੱਤੇ ਕੋਈ ਸਵਾਲ ਉਠਾਵੇ ਤੇ ਮੇਰੇ ਮੁਤਾਬਕ ਇਹਨੂੰ ਬਿਲਕੁਲ ਵੀ ਦੇਸ਼ ਧਰੋਹ ਨਹੀਂ ਕਿਹਾ ਜਾਣਾ ਚਾਹੀਦਾ, ਕਿਉਂਕਿ ਕਾਨੂੰਨ ਦੇ ਮੁਤਾਬਕ, ਸਾਡੇ ਦੇਸ਼ ਦੇ ਕਾਨੂੰਨ ਦੇ ਮੁਤਾਬਕ, ਈਵਨ ਜਦੋਂ ਅਸੀਂ ਅੰਗਰੇਜ਼ਾਂ ਦੇ ਅਧੀਨ ਸੀ ਉਸ ਕਾਨੂੰਨ ਦੇ ਮੁਤਾਬਕ ਵੀ ਘੱਟੋ ਘੱਟ ਪਰਿਵਾਰ ਨੂੰ ਸੂਚਨਾ ਦੇਣੀ ਔਰ ਸਬੂਤਾਂ ਨੂੰ ਆਧਾਰ ਬਣਾ ਕੇ ਹੁਕਮ ਜਸਟਿਸ ਕਰਨ ਦਾ ਜਿਹੜੀ ਗੱਲ ਸੀ ਉਦੋਂ ਵੀ ਚੱਲਦੀ ਸੀ। ਕਿੰਨਾ ਸਬੂਤਾਂ ਨੂੰ ਤੋੜਿਆ ਮਰੋੜਿਆ ਜਾਂਦਾ ਇਹਦੇ ਬਾਰੇ ਅਸੀਂ ਵੱਖਰੀ ਗੱਲ ਕਰ ਸਕਦੇ ਹਾਂ। ਜੇ ਏਜੰਸੀਆਂ ਸਬੂਤਾਂ ਨੂੰ ਤੋੜ ਮਰੋੜ ਕੇ ਸਾਬਤ ਕਰ ਦਿੰਦੀਆਂ ਕਿ ਅਫਜ਼ਲ ਗੁਰੂ 100% ਦੋਸ਼ੀ ਆ, ਸੁਪਰੀਮ ਕੋਰਟ ਉਹਨਾਂ ਨੂੰ ਫਾਂਸੀ ਦਾ ਹੁਕਮ ਦੇ ਦਿੰਦੀ, ਪਰਿਵਾਰ ਨੂੰ ਸੱਦ ਕੇ ਉਹਨੂੰ ਸੂਚਨਾ ਦੇ ਕੇ ਪ੍ਰੋਪਰਲੀ ਤੁਸੀਂ ਉਹਨਾਂ ਨੂੰ ਫਾਂਸੀ ਵੀ ਦੇ ਦਿੰਦੇ, ਸ਼ਾਇਦ ਜਿਹੜੇ ਸ਼ਬਦ ਮੈਂ ਵਰਤ ਰਿਹਾ ਸ਼ਾਇਦ ਮੈਂ ਨਾ ਵਰਤ ਸਕਦਾ। ਪਹਿਲਾ ਸਵਾਲ ਤਾਂ ਮੇਰਾ ਇੰਨਾ। ਦੂਜੀ ਗੱਲ ਇਹ ਕਿ ਜਿਹੜਾ ਸਮਾਗਮ ਜਿਹਦੇ ਤੋਂ ਦੇਸ਼ ਦੇ ਵਿੱਚ ਐਡਾ ਵੱਡਾ ਤੂਫਾਨ ਉੱਠ ਖੜਾ ਹੋਇਆ, JNU ਜਿਹੜੀ ਕਿਸੇ ਵੇਲੇ ਆਮ ਲੋਕਾਂ ਲਈ ਬਿਲਕੁਲ ਜਾਣੀ ਪਛਾਣੀ ਯੂਨੀਵਰਸਿਟੀ ਨਹੀਂ ਸੀ, ਉਹਨੂੰ ਇੱਕਦਮ ਪੂਰੇ ਦੇਸ਼ ਦੀ ਯੂਨੀਵਰਸਿਟੀ ਆ
ਔਰ ਜਿਹੜੇ ਲੋਕ ਪਹਿਲਾਂ ਉਹਦਾ ਨਾਮ ਵੀ ਨਹੀਂ ਸੀ ਜਾਣਦੇ ਉਹਨਾਂ ਨੂੰ ਵੀ ਇਹ ਲੱਗਣ ਲੱਗ ਪਿਆ। ਇਹ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ ਜਿਹੜੀ ਸਾਨੂੰ ਆਪਣੇ ਇਤਿਹਾਸ ਦੇ ਵਿੱਚ ਜ਼ਰੂਰ ਨੋਟ ਕਰਨੀ ਚਾਹੀਦੀ ਹੈ। ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਜਦੋਂ ਇਹ ਸਾਰਾ ਮਾਮਲਾ ਵਾਪਰ ਚੁੱਕਾ ਸੀ, ਜਦੋਂ ਸੀਤਾਰਾਮ ਜੈਚਰੀ, ਪ੍ਰਕਾਸ਼ ਕਰਤ ਜਿਹੜੇ ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਕਿਸੇ ਵੇਲੇ ਰਹੇ ਨੇ, ਪ੍ਰਧਾਨ ਵੀ ਚੁਣੇ ਗਏ ਨੇ, ਇਸੇ ਤਰ੍ਹਾਂ ਜਿੱਦਾਂ ਕਨਈਆ ਕੁਮਾਰ ਉਸ ਵੇਲੇ ਪ੍ਰਧਾਨ ਸੀ, ਉਹਨਾਂ ਨੇ ਵੀ ਆ ਕੇ ਯੂਨੀਵਰਸਿਟੀ ਦੇ ਵਿੱਚ ਐਮਰਜੈਂਸੀ ਦੇ ਦਿਨਾਂ ਨੂੰ ਚੇਤੇ ਕੀਤਾ ਜਦੋਂ ਬਿਨਾਂ ਕਿਸੇ ਗੱਲ ਤੋਂ ਛਾਪੇਮਾਰੀ ਕੀਤੀ ਜਾਂਦੀ ਸੀ ਯੂਨੀਵਰਸਿਟੀ ਦੇ ਵਿੱਚ। ਉਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਮਾਜਵਾਦੀ ਪਾਰਟੀ ਦੇ NCP ਦੇ ਨੇਤਾ, ਮੈਂ ਉਹਨਾਂ ਦਾ ਨਾਮ ਭੁੱਲ ਗਿਆ, ਉਹਨਾਂ ਨੇ ਵੀ JNU ਤੋਂ ਪੜ੍ਹਾਈ ਕੀਤੀ, ਉਹਨਾਂ ਨੇ ਵੀ ਆ ਕੇ ਵਿਦਿਆਰਥੀਆਂ ਨੂੰ ਸਪੋਰਟ ਕੀਤਾ। ਸ਼ਸ਼ੀ ਥਰੂਰ ਨੇ ਆ ਕੇ ਵਿਦਿਆਰਥੀਆਂ ਨੂੰ ਸਪੋਰਟ ਕੀਤਾ ਜਿਹੜੇ ਬਹੁਤ ਦੂਰ ਕੇਰਲਾ ਤੋਂ ਮਤਲਬ ਬਿਲੋਂਗ ਕਰਦੇ ਨੇ, ਔਰ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਵੀ ਸਪੋਰਟ ਕੀਤੀ। ਇੱਕ ਗੱਲ ਜਿਹੜੀ ਸਮਝੇ ਜਾਣ ਦੀ ਜ਼ਰੂਰਤ ਹੈ, ਰਾਹੁਲ ਗਾਂਧੀ ਨੇ ਉੱਥੇ ਜਾ ਕੇ ਅਫਜ਼ਲ ਗੁਰੂ ਦੀ ਫਾਂਸੀ ਨੂੰ ਜੁਡੀਸ਼ੀਅਲ ਕਤਲ ਆਪਣੇ ਵੱਲੋਂ ਬਿਲਕੁਲ ਨਹੀਂ ਕਿਹਾ। ਉਹਨਾਂ ਨੇ ਸਿਰਫ ਇੱਕੋ ਗੱਲ ਕੀਤੀ ਕਿ ਜਿਸ ਤਰੀਕੇ ਨਾਲ ਇਹਨਾਂ ਨੌਜਵਾਨਾਂ ਉੱਤੇ ਬਿਨਾਂ ਸਬੂਤਾਂ ਤੋਂ ਦੇਸ਼ ਧਰੋਹ ਦੇ ਕੇਸ ਦਰਜ ਕੀਤੇ ਜਾਂਦੇ ਨੇ, ਮੈਂ ਉਹਨਾਂ ਕੇਸਾਂ ਦੀ ਵਿਰੋਧਤਾ ਕਰਦਾ। ਆਪਾਂ ਇਸ ਤਰੀਕੇ ਦੇ ਨਾਲ ਵੀ ਸਮਝਣ ਦਾ ਯਤਨ ਕਰੀਏ ਕਿ ਜੋ ਗੱਲ ਰਾਹੁਲ ਗਾਂਧੀ ਨੇ ਉੱਥੇ ਕਹੀ ਨਹੀਂ, ਅਸੀਂ ਉਹਦੇ ਖਾਤੇ 'ਚ ਨਾ ਪਾਈਏ। ਜਿਵੇਂ ਮੈਂ ਕਹਿ ਰਿਹਾ ਕਿ ਕਾਂਗਰਸ ਦੀ ਅਗਵਾਈ ਵੇਲੇ ਜੁਡੀਸ਼ੀਅਲ ਕਤਲ ਹੋਇਆ ਅਫਜ਼ਲ ਗੁਰੂ ਦਾ, ਪਰ ਜਿਹੜੀ ਗੱਲ ਰਾਹੁਲ ਗਾਂਧੀ ਨੇ ਜਾ ਕੇ ਕੀਤੀ ਆ, ਉਹ ਉਹਨੇ ਉਮਰ ਖਾਲਦ ਨੂੰ ਇਹ ਕਹਿਣ ਲਈ ਜਸਟੀਫਾਈ ਨਹੀਂ ਕੀਤਾ ਕਿ ਜੋ ਉਮਰ ਖਾਲਦ ਕਹਿ ਰਿਹਾ ਉਹ ਜਸਟੀਫਾਈਡ ਹੈ। ਉਹਨੇ ਸਿਰਫ ਇਹ ਕਿਹਾ ਕਿ ਇਹਨਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਬਿਨਾਂ ਸਬੂਤਾਂ ਤੋਂ ਕੇਸ ਦਰਜ ਕੀਤੇ ਜਾ ਰਹੇ ਨੇ ਉਹ ਗਲਤ ਨੇ। ਦੂਸਰੀ ਗੱਲ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਕਿ ਉਹ ਪ੍ਰੋਗਰਾਮ ਉਮਰ ਖਾਲਦ ਦੀ ਯੂਨੀਅਨ ਵੱਲੋਂ ਉਲੀਕਿਆ ਗਿਆ ਸੀ, ਕਨਈਆ ਕੁਮਾਰ ਦੀ ਯੂਨੀਅਨ ਵੱਲੋਂ ਨਹੀਂ ਸੀ ਉਲੀਕਿਆ ਗਿਆ। ਕਨਈਆ ਕੁਮਾਰ ਦੇ ਉੱਤੇ ਕੇਸ ਸਿਰਫ ਇਸ ਬਿਨਾਂ ਦੇ ਉੱਤੇ ਦਰਜ ਕਰ ਦਿੱਤਾ ਗਿਆ ਕਿ ਜਦੋਂ ਯੂਨੀਵਰਸਿਟੀ ਦੀਆਂ ਚੋਣਾਂ ਹੋਈਆਂ, ਕਨਈਆ ਕੁਮਾਰ ਦੀ AISF SFI ਨਾਲ ਸਮਝੌਤੇ ਦੇ ਵਿੱਚ ਸੀਟ ਗਈ, ਉਮਰ ਖਾਲਦ ਦੀ ਜਥੇਬੰਦੀ ਚੋਣਾਂ ਦੇ ਵਿੱਚ ਹਾਰ ਚੁੱਕੀ ਸੀ, ਪਰ ਉਮਰ ਐਗਜ਼ਿਸਟ ਉਹ ਕਰਦੀ ਸੀ। ਉਹ ਸਿਰਫ ਪ੍ਰਧਾਨ ਹੋਣ ਦੇ ਨਾਤੇ BC ਦੇ ਖਿਲਾਫ ਗੱਲ ਕਰਨ ਲਈ ਸਿਰਫ ਉਸ ਮੰਚ ਦੇ ਉੱਤੇ ਆਏ ਸਨ ਕਿ ਪਹਿਲਾਂ ਤੁਸੀਂ ਆਗਿਆ ਦਿੰਦੇ ਹੋ ਪ੍ਰੋਗਰਾਮ ਦੀ, ਤੇ ਐਨ ਅੰਤਲੇ ਸਮੇਂ ABVP ਦੇ ਕਹੇ ਤੇ ਤੁਸੀਂ ਉਸ ਆਗਿਆ ਨੂੰ ਰੱਦ ਕਿਵੇਂ ਕਰ ਸਕਦੇ ਹੋ। ਇਹ ਇੰਨੀ ਗੱਲ ਕਹਿਣ ਲਈ ਕਨਈਆ ਕੁਮਾਰ ਆਏ ਸੀ ਜਿਨ੍ਹਾਂ ਦੇ ਉੱਤੇ ਕੇਸ ਦਰਜ ਕਰ ਲਿਆ ਗਿਆ। ਔਰ ਕਨਈਆ ਕੁਮਾਰ ਤੇ ਉਮਰ ਖਾਲਦ ਵੀ ਜੇ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਉਹਦੇ ਬਾਰੇ ਅਲੱਗ-ਅਲੱਗ ਤਰੀਕੇ ਦੇ ਨਾਲ ਸੋਚਦੇ ਨੇ। ਹਮੇਸ਼ਾ ਕਨਈਆ ਕੁਮਾਰ ਕਹਿੰਦਾ ਕਿ ਭਾਰਤੀ ਸੰਵਿਧਾਨ ਨੂੰ BJP ਤੋੜ ਮਰੋੜ ਰਹੀ ਹੈ, ਹਿੰਦੂਤਵਵਾਦੀ ਸ਼ਕਤੀਆਂ ਤੋੜ ਮਰੋੜ ਰਹੀਆਂ ਨੇ, ਭਾਰਤੀ ਸੰਵਿਧਾਨ ਬਹੁਤ ਅੱਛਾ ਵਾ। ਉਹ ਤਾਂ ਲਗਭਗ ਉਹਨੂੰ ਇੱਕ ਪਵਿੱਤਰ ਗ੍ਰੰਥ ਦੀ ਤਰ੍ਹਾਂ ਫੀਲ ਕਰਦੇ ਨੇ, ਪਰ ਉਮਰ ਖਾਲਦ ਉਹਨੂੰ ਇਸ ਤਰੀਕੇ ਨਾਲ ਨਹੀਂ ਲੈਂਦੇ। ਇਸ ਕਰਕੇ ਉਹਨਾਂ ਦੀ ਵਿਚਾਰਾਂ ਦੇ ਵਿੱਚ ਉਹਨਾਂ ਦੇ ਵੀ ਵਖਰੇਵਾ ਹੈਗਾ। ਪਹਿਲੀਆਂ ਇਹਨਾਂ ਗੱਲਾਂ ਨੂੰ ਸਾਨੂੰ ਜ਼ਰੂਰ ਸਮਝ ਲੈਣਾ ਚਾਹੀਦਾ। ਅਸੀਂ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਰੱਖ ਸਕਦੇ, ਉਹਨਾਂ ਦੇ ਵਿੱਚ ਵੀ ਵਿਚਾਰਾਂ ਦੀ ਦੂਰੀ ਹੈ ਸਕਦੀ। ਔਰ ਮੈਂ ਲਾਸਟ ਦੇ ਵਿੱਚ ਇਹ ਗੱਲ ਕਹਾਂਗਾ ਕਿ ਉਸ ਪ੍ਰੋਗਰਾਮ ਦਾ ਨਾਂ ਰੱਖਿਆ ਸੀ ਉਮਰ ਖਾਲਦ ਹੋਣਾ ਨੇ ਕੰਟਰੀ ਵਿਦਆਊਟ। ਉਹਦਾ ਮਤਲਬ ਸਿੰਪਲ ਇੰਨਾ ਸੀ ਕਿ ਸ਼ਿੰਦੇ ਨੇ ਇੱਕ ਬਿਆਨ ਪਾ ਦਿੱਤੀ ਸੀ ਘਰਦਿਆਂ ਨੂੰ ਕਿ ਤੁਹਾਡੇ ਮੁੰਡੇ ਨੂੰ ਫਾਂਸੀ ਲੱਗ ਰਹੀ ਆ, ਹੋ ਸਕਦਾ ਉਹ ਚਿੱਠੀ ਲੇਟ ਮਿਲੀ ਹੋਵੇ, ਇਸ ਕਰਕੇ ਉਹਨਾਂ ਨੂੰ ਸੂਚਨਾ ਲੇਟ ਮਿਲੀ ਆ। ਅਸੀਂ ਤੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਸੀ। ਔਰ ਚਿੱਠੀ ਲਿਖੀ ਗਈ ਉਦੋਂ ਜਦੋਂ ਉਹ ਚਿੱਠੀ ਇਨ ਟਾਈਮ ਪਹੁੰਚ ਹੀ ਨਹੀਂ ਸੀ ਸਕਦੀ। ਇਹ ਇੱਕ ਹਿਸਟੋਰੀਕਲ ਫੈਕਟ ਨੇ, ਇਹਨਾਂ ਫੈਕਟ ਨੂੰ ਕੋਈ ਵੀ ਡਿਨਾਈ ਨਹੀਂ ਕਰ ਸਕਦਾ, ਔਰ ਨਾ ਸਰਕਾਰ ਡਿਨਾਈ ਕਰ ਸਕਦੀ, ਨਾ ਰਾਹੁਲ ਗਾਂਧੀ ਡਿਨਾਈ ਕਰ ਸਕਦਾ ਜੋ ਸ਼ਿੰਦੇ ਨੇ ਬਿਆਨ ਦਿੱਤਾ, ਨਾ ਸੋਨੀਆ ਗਾਂਧੀ ਡਿਨਾਈ ਕਰ ਸਕਦੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਚਲੋ ਉਦੋਂ ਪ੍ਰਧਾਨ ਮੰਤਰੀ ਹੁੰਦੇ ਹੀ ਸਨ, ਉਹ ਤਾਂ ਡਿਨਾਈ ਕੀ ਕਰ ਲੈਣਗੇ ਕਿਉਂਕਿ ਉਹ ਤਾਂ ਜ਼ਿੰਮੇਵਾਰ ਸਨ ਇਸ ਗੱਲ ਲਈ। ਪਰ ਇਹਨਾਂ ਗੱਲਾਂ ਨੂੰ ਅਸੀਂ ਆਊਟ ਆਫ ਦੀ ਵੇ ਜਾ ਕੇ ਕਿਸੇ ਤੇ ਵੀ ਅਟੈਕ ਨਾ ਕਰੀਏ। ਮੈਂ ਹਮੇਸ਼ਾ ਕਾਂਗਰਸ ਦੇ ਖਿਲਾਫ ਹਾਂ, ਉਹਦੀਆਂ ਆਰਥਿਕ ਨੀਤੀਆਂ ਦੇ ਖਿਲਾਫ ਹਾਂ। ਉਹਨੇ ਜਿਵੇਂ ਸੈਕੂਲਰਿਜ਼ਮ ਲਾਗੂ ਕੀਤਾ, ਬਲਕਿ ਸੈਕੂਲਰਿਜ਼ਮ ਨੂੰ ਜਿਵੇਂ ਉਹਨੇ ਕਰਪਟ ਕੀਤਾ, ਮੈਂ ਹਮੇਸ਼ਾ ਉਹਦੇ ਖਿਲਾਫ ਹਾਂ। ਪਰ ਜੋ ਰਾਹੁਲ ਗਾਂਧੀ ਨੇ JNU 'ਚ ਕਿਹਾ ਨਹੀਂ, ਮੈਂ ਉਸ ਆਧਾਰ ਤੇ ਰਾਹੁਲ ਗਾਂਧੀ ਦੀ ਨਿੰਦਾ ਨਹੀਂ ਕਰ ਸਕਦਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹਨਾਂ ਨੇ ਜੋ ਕੁਝ ਕਿਹਾ ਉਹਦੇ ਨਾਲ ਸੰਬੰਧ ਨਹੀਂ ਸੀ, ਪਰ ਮੇਰਾ ਸਵਾਲ ਅਜੇ ਵੀ ਇਹ ਹੈ ਔਰ ਮੇਰਾ ਵਿਚਾਰ ਇਹ ਹੈ ਕਿ ਜੇ ਰਾਹੁਲ ਗਾਂਧੀ ਉੱਥੇ ਜਾ ਕੇ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਆ, ਉਹਨਾਂ ਨੂੰ ਸਵਾਲ ਨਹੀਂ ਪੁੱਛਿਆ ਜਾਂਦਾ, ਤਾਂ ਉਸ ਪ੍ਰੋਗਰਾਮ ਕਰਨ ਵਾਲੇ ਸਟੂਡੈਂਟਸ ਯੂਨੀਅਨ ਦਾ ਜਾਂ ਉਹਨਾਂ ਦੇ ਪਿੱਛੇ ਉਹਨਾਂ ਦੀ ਪ੍ਰੋੜਤਾ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਦੀ ਨੀਤੀ ਨੂੰ ਵੀ ਇਮਾਨਦਾਰ ਨਹੀਂ ਕਿਹਾ ਜਾ ਸਕਦਾ ਹੈਗਾ। ਇਹੋ ਜਿਹੇ ਮੁੱਦਿਆਂ ਦੇ ਉੱਤੇ ਪੋਲੀਟੀਕਲ ਰੋਟੀਆਂ ਸੇਕਣ ਦੀ ਪ੍ਰਵਿਰਤੀ ਕਾਂਗਰਸ ਪਾਰਟੀ ਵਿੱਚ ਵੀ ਹੈ
ਤੇ ਅੱਜ ਦੇ ਦਿਨ ਅਸੀਂ ਦੇਖ ਸਕਦੇ ਹਾਂ ਕਿ ਬੀਜੇਪੀ ਦੇ ਵਿੱਚ ਵੀ ਹੈਗੀ ਆ, ਕਿਉਂਕਿ ਉਹਨਾਂ ਨੇ ਉੱਥੇ ਜਿਹੜਾ ਹੈਗਾ ਰਾਮਜਸ ਕਾਲਜ ਦੇ ਵਿੱਚ ਵਿਚਾਰ ਵਟਾਂਦਰੇ ਨੂੰ ਵਿਚਾਰਾਂ ਦੇ ਨਾਲ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਵਿਚਾਰ ਵਟਾਂਦਰਾ ਕਰਕੇ ਵਿਚਾਰਾਂ ਦਾ ਵਿਰੋਧ ਕਰਨ ਦੀ ਬਜਾਏ ਉਹਨਾਂ ਨੇ ਉੱਥੇ ਇੱਕ ਧੌਂਸ ਦੀ ਰਾਜਨੀਤੀ ਔਰ ਤੋੜ-ਫੋੜ ਦਾ ਜਿਹੜਾ ਆਪਾਂ ਕਹਿ ਲਈਏ ਕਿ ਉਹਦਾ ਆਸਰਾ ਲੈ ਕੇ ਵਿਚਾਰਾਂ ਨੂੰ ਪੁੰਗਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਇੱਥੋਂ ਇਹ ਤਾਂ ਪਤਾ ਲੱਗਦਾ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕਿਤੇ ਇਹ ਤਾਂ ਨਹੀਂ ਹੋ ਗਿਆ ਕਿ ਉਹ ਵਿਚਾਰਾਂ ਦੀ ਰਾਜਨੀਤੀ ਕਰਨ ਤੋਂ ਦੌੜ ਰਹੀਆਂ ਨੇ। ਉਹ ਜਿਹੜੀ ਕਮਿਊਨਲ ਰਾਜਨੀਤੀ ਹੈ ਉਹਦੇ ਹਰ ਹੱਥ ਕੰਡੇ ਉਹ ਕਰਦੀ ਹੈ ਜਿਹਦੇ ਨਾਲ ਕਮਿਊਨਲ ਰਾਜਨੀਤੀ ਹੋਵੇ। ਵਿਚਾਰਾਂ ਦੀ ਰਾਜਨੀਤੀ ਦੇ ਸ਼ਾਇਦ ਸਾਹਮਣਾ ਕਰਨ ਤੋਂ ਅਸਮਰੱਥ ਜਾਪਦੀਆਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ, ਔਰ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿ ਜੇ ਵਿਚਾਰਾਂ ਦੀ ਰਾਜਨੀਤੀ ਪਨਪ ਗਈ ਤਾਂ ਲੋਕਾਂ ਦੀ ਜਿਹੜੀਆਂ ਅਸੀਂ ਵੱਡੀਆਂ ਪਾ ਕੇ ਆਪਣੇ ਰੋਟੀਆਂ ਸੇਕਣੀਆਂ ਚਾਹੁੰਦੇ ਹਾਂ ਸਿਆਸੀ, ਉਹ ਰੋਟੀਆਂ ਸੇਕਣ ਦਾ ਚੁੱਲ੍ਹਾ ਠੰਡਾ ਹੋ ਜਾਊਗਾ। ਲੋਕ ਵਿਚਾਰਾਂ ਦੇ ਵਿਚਾਰ ਵਟਾਂਦਰਾ ਕਰਦੇ ਹੋਏ ਇੱਕ ਦੂਜੇ ਦੇ ਨੇੜੇ ਆ ਜਾਣਗੇ ਤੇ ਅਸਲ ਜਿਹੜੀਆਂ ਕੁੱਲੀ ਗੁੱਲੀ ਜੁੱਲੀ ਦੀਆਂ ਲੋੜਾਂ ਨੇ ਉਹਨਾਂ ਬਾਰੇ ਸਵਾਲ ਜਿਹੜੇ ਹੈਗੇ ਪੈਦਾ ਹੋ ਜਾਣਗੇ ਤੇ ਉਹਨਾਂ ਸਵਾਲਾਂ ਤੋਂ ਬਚਣ ਵਾਸਤੇ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਦੀਆਂ ਨੇ। ਪਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਕੋਈ ਬੰਦਾ ਇਹਦੇ ਵਿੱਚ ਇੱਕ ਪਾਰਟੀ ਨੂੰ ਕਿਸੇ ਇੱਕ ਸੰਸਥਾ ਨੂੰ ਦੋਸ਼ੀ ਜਿਹੜਾ ਦਿੰਦਾ ਹੈ ਉਹ ਸਹੀ ਹੋਏਗਾ। ਕਿ ਕੀ ਸਾਰਾ ਮੇਰੇ ਕਹਿਣ ਦਾ ਭਾਵ ਹੈ ਕਿ ਪੂਰੇ ਦਾ ਪੂਰਾ ਜਿਹੜਾ ਪੋਲੀਟੀਕਲ ਸਿਸਟਮ ਹੈ ਉਹ ਕਮਿਊਨਲ ਰਾਜਨੀਤੀ ਤੇ ਹੀ ਆਧਾਰਿਤ ਨਹੀਂ ਹੋ ਗਿਆ? ਕਿਆ ਉਹ ਵਿਚਾਰਾਂ ਦੀ ਰਾਜਨੀਤੀ ਤੋਂ ਦੌੜ ਨਹੀਂ ਰਹੇ ਹੈਗੇ? ਸੋ ਇਹਦੇ ਉੱਤੇ ਮੈਂ ਆਪਦੇ ਵਿਚਾਰ ਜਾਣਨਾ ਚਾਹਾਂਗਾ। ਪਹਿਲਾਂ ਪ੍ਰਭਮੀਤ ਸਿੰਘ ਜੀ ਤੁਸੀਂ ਆਪਣੇ ਵਿਚਾਰ ਦਿਓ ਇਸ ਚੀਜ਼ ਤੇ। ਜੀ ਇਸ ਤਰ੍ਹਾਂ ਹੈਗਾ ਜੋ ਤੁਸੀਂ ਗੱਲਾਂ ਕਹੀਆਂ ਨੇ ਉਹ ਮੈਂ ਉਹਨਾਂ ਨਾਲ ਸਹਿਮਤ ਆ। ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਸਟੂਡੈਂਟਸ ਨੂੰ ਯੂਨੀਵਰਸਿਟੀਆਂ ਦੇ ਵਿੱਚ ਕਾਲਜ ਦੇ ਵਿੱਚ ਉਹਨਾਂ ਨੂੰ ਇੱਕ ਆਪਣੇ ਅਪਕਮਿੰਗ ਵਰਕਰ ਦੇ ਤੌਰ ਤੇ ਦੇਖਦੀਆਂ ਨੇ, ਅਪਕਮਿੰਗ ਵੋਟਰਸ ਦੇ ਤੌਰ ਤੇ ਦੇਖਦੀਆਂ ਨੇ। ਔਰ ਇੱਕ ਵੋਟਰ ਜਿਹੜਾ ਸਟੂਡੈਂਟ ਜਿਹੜਾ ਹੈਗਾ ਜਿਹੜਾ ਕਿ ਵੋਟਰ ਬਣਦਾ ਫਸਟ ਟਾਈਮ ਉਹ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ ਹੁੰਦਾ, ਉਹਦਾ ਪਹਿਲੀ ਵਾਰੀ ਵੋਟ ਪਾਉਣ ਤੋਂ ਹੀ ਉਹਦਾ ਇੱਕ ਮਾਈਂਡਸੈਟ ਜਿਹੜਾ ਇੱਕ ਪੋਲੀਟੀਕਲ ਪਾਰਟੀ ਵੱਲ ਡਾਇਵਰਟ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਔਰ ਜਿਹੜਾ ਵਿਦਿਆਰਥੀਆਂ ਦੇ ਵਿੱਚ ਸਿਆਸੀਕਰਨ ਜਿਹੜਾ ਕਰਨਾ, ਇੱਕ ਉਹਨਾਂ ਨੂੰ ਵੰਡੀਆਂ ਪਾਉਣਾ, ਉਹਨਾਂ ਨੂੰ ਅਲੱਗ-ਅਲੱਗ ਧੜਿਆਂ ਦੇ ਵਿੱਚ ਵੰਡਣਾ, ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੰਡਣਾ, ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗਾ। ਹੈਲਦੀ ਡਿਬੇਟਸ ਹੋਣੀਆਂ ਚਾਹੀਦੀਆਂ, ਹੈਲਦੀ ਗੱਲਾਂ ਹੋਣੀਆਂ ਚਾਹੀਦੀਆਂ। ਅਗਰ ਕਿਤੇ ਕੁਝ ਵੀ ਗਲਤ ਹੁੰਦਾ ਔਰ ਉਹ ਸਟੂਡੈਂਟਸ ਯੂਨੀਅਨ ਵੱਲੋਂ ਕੀਤਾ ਜਾਂਦਾ ਤਾਂ ਉਹਦੇ ਵਾਸਤੇ ਹਰ ਇੱਕ ਪੋਲੀਟੀਕਲ ਪਾਰਟੀ ਬਰਾਬਰ ਦੀ ਜ਼ਿੰਮੇਵਾਰ ਹੈ। ਮੈਂ ਕਿਸੇ ਇੱਕ ਪਾਰਟੀ ਨੂੰ ਘੱਟ ਜਾਂ ਵੱਧ ਦੇ ਤੌਰ ਤੇ ਨਹੀਂ ਦੇਖਦਾ, ਚਾਹੇ ਉਹ ABVP ਹੋਵੇ, NSUI ਹੋਵੇ ਜਾਂ ਹੋਰ ਕੋਈ ਵੀ ਆਰਗੇਨਾਈਜੇਸ਼ਨ ਹੋਵੇ। ਪੋਲੀਟੀਕਲ ਪਾਰਟੀਆਂ ਦੇ ਵਿੱਚ ਬਰਾਬਰ ਦੀਆਂ ਦੋਸ਼ੀ ਨੇ ਔਰ ਪੋਲੀਟੀਕਲ ਪਾਰਟੀਆਂ ਨੂੰ ਵਿਦਿਆਰਥੀਆਂ ਨੂੰ ਪੋਲੀਟੀਕਲ ਪਾਰਟੀਆਂ ਦੇ ਇਹਨਾਂ ਜਿਹੜੇ ਇੱਕ ਹਿਡਨ ਏਜੰਡੇ ਹੈਗੇ ਨੇ ਉਹਨਾਂ ਬਾਰੇ ਅਵੇਅਰ ਹੋਣ ਦੀ ਲੋੜ ਹੈ। ਕਿਉਂਕਿ ਅਗਰ ਅਸੀਂ ਚੰਡੀਗੜ੍ਹ ਰਹਿੰਦੇ ਹਾਂ, ਚੰਡੀਗੜ੍ਹ ਦੇ ਵਿੱਚ ਵੀ ਅਸੀਂ ਦੇਖੀਦਾ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੂੰ ਇਹ ਮਜਬੂਰ ਕੀਤਾ ਜਾਂਦਾ ਕਿ ਜਾਂ ਤਾਂ ਤੁਸੀਂ A ਪਾਰਟੀ ਦੀ ਸਪੋਰਟ ਕਰੋ ਜਾਂ B ਪਾਰਟੀ ਦੀ ਸਪੋਰਟ ਕਰੋ, ਤੁਸੀਂ ਨਿਊਟਰਲ ਨਹੀਂ ਰਹਿ ਸਕਦੇ। ਮਤਲਬ ਦੇ ਹੈਵ ਟੂ, ਕਿਉਂਕਿ ਹੋਸਟਲ ਦੇ ਵਿੱਚ ਜਾ ਕੇ ਸਟੂਡੈਂਟਸ ਤੇ ਪ੍ਰੈਸ਼ਰ ਬਣਾਇਆ ਜਾਂਦਾ ਕਿ ਤੁਸੀਂ ਕਿਸੇ ਇੱਕ ਪਾਰਟੀ ਵੱਲ ਹੋ ਜਾਓ, ਨਹੀਂ ਤਾਂ ਤੁਹਾਨੂੰ ਇੱਥੇ ਅਸੀਂ ਆਰਾਮ ਨਾਲ ਨਹੀਂ ਰਹਿਣ ਦੇਵਾਂਗੇ। ਇਹ ਚੀਜ਼ ਜਿਹੜੀ ਬਹੁਤ ਗਲਤ ਹੈ। ਔਰ ਸਟੂਡੈਂਟਸ ਜਿਹੜੇ ਹੈਗੇ ਨੇ, ਮੈਂ ਕਿਉਂਕਿ ਮੇਰਾ ਥੋੜਾ ਸੌਫਟ ਕਾਰਨਰ ਸਟੂਡੈਂਟਸ ਵੱਲ ਰਹੇਗਾ। ਸਟੂਡੈਂਟਸ ਜਿਹੜੇ ਹੈਗੇ ਉਹਨਾਂ ਨੂੰ ਇੱਕ ਟੂਲ ਬਣਾ ਕੇ ਯੂਜ਼ ਕੀਤਾ ਜਾਂਦਾ। ਪੋਲੀਟੀਕਲ ਪਾਰਟੀਆਂ ਜਦੋਂ ਇਦਾਂ ਦੇ ਵਾਇਲੈਂਟ ਜਦੋਂ ਚੀਜ਼ਾਂ ਨੂੰ ਸਪੋਰਟ ਕਰਦੀਆਂ ਤਾਂ ਉਹ ਭੁੱਲ ਜਾਂਦੀਆਂ ਨੇ ਕਿ ਉਹ ਸਟੂਡੈਂਟਸ ਬਹੁਤ ਇਨੋਸੈਂਟ ਹੁੰਦੇ ਨੇ, ਉਹ ਕਿਸੇ ਦੇ ਬੱਚੇ ਵੀ ਹੁੰਦੇ ਨੇ, ਕਿਸੇ ਦੇ ਭੈਣ ਭਰਾ ਵੀ ਹੁੰਦੇ ਨੇ, ਤੇ ਉਹ ਉੱਥੇ ਬੇਸਿਕਲੀ ਉੱਥੇ ਪੜ੍ਹਨ ਵਾਸਤੇ ਆਉਂਦੇ ਨੇ, ਨਾ ਕਿ ਕਿਸੇ ਇੱਕ ਮੁਹਿੰਮ ਦਾ ਹਿੱਸਾ ਬਣਨ ਵਾਸਤੇ ਉੱਥੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਵੱਲੋਂ ਜਾਂ ਉਹਨਾਂ ਦੇ ਗਾਰਡੀਅਨਸ ਵੱਲੋਂ ਭੇਜਿਆ ਜਾਂਦਾ। ਜੀ CP ਸਿੰਘ ਜੀ। ਜੀ ਜਦੋਂ ਇਦਾਂ ਦਾ ਰੰਗ ਚੱਲ ਰਿਹਾ ਹੋਵੇ, ਇਦਾਂ ਦਾ ਮਾਹੌਲ ਚੱਲ ਰਿਹਾ ਹੋਵੇ ਤਾਂ ਪ੍ਰਮੀਤ ਜੀ ਜਿਹੜੇ ਸਟੂਡੈਂਟ ਹੁੰਦੇ ਨੇ, ਚਾਹੇ ਉਹ ਇਨੋਸੈਂਟ ਵੀ ਹੋਣ, ਚਾਹੇ ਉਹ ਨਵੇਂ ਬਿਲਕੁਲ ਇੱਕ ਫਰੈਸ਼ਰਸ ਵੀ ਹੋਣ, ਚਾਹੇ ਉਹ ਮਾਪਿਓ ਦੇ ਤਾਂ ਸਾਰੇ ਪਿਆਰੇ ਹੁੰਦੇ ਨੇ, ਬਟ ਉਹ ਸਟੂਡੈਂਟ ਉਸ ਰੰਗਤ ਦੇ ਵਿੱਚ ਰੰਗਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਮੈਂ ਪਹਿਲੀ ਡਿਬੇਟ ਤੇ ਆਪਣੇ ਪਹਿਲੇ ਕਮੈਂਟ ਦੇ ਵਿੱਚ ਵੀ ਇਹੀ ਕਿਹਾ ਸੀ ਕਿ ਜਦੋਂ ਤੱਕ ਸਟੂਡੈਂਟ ਆਰਗੇਨਾਈਜੇਸ਼ਨ ਦੇ ਉੱਪਰ ਪੋਲੀਟੀਕਲ ਇਨਫਲੂਐਂਸ ਜਿਹੜਾ ਹੁੰਦਾ ਹੈ ਉਹ ਹਟ ਨਹੀਂ ਜਾਏਗਾ, ਉਦੋਂ ਤੱਕ ਇਹ ਮਾਹੌਲ ਨੂੰ ਅਸੀਂ ਨਹੀਂ ਰੋਕ ਸਕਦੇ। ਤੁਸੀਂ ਕਿਸੇ ਵੀ ਯੂਨੀਵਰਸਿਟੀ ਦੀ ਗੱਲ ਕਰ ਲਓ, ਕਿਸੇ ਵੀ ਯੂਨੀਵਰਸਿਟੀ ਦੇ ਮਾਹੌਲ ਦੀ ਗੱਲ ਕਰ ਲਓ, ਕੋਈ ਵੀ ਸਟੂਡੈਂਟ ਹੈ ਉਹਦੇ ਉੱਪਰ ਕਿਸੇ ਨਾ ਕਿਸੇ ਪਾਰਟੀ ਦਾ ਇਨਫਲੂਐਂਸ
ਬਣਾ ਦਿੱਤਾ ਜਾਂਦਾ ਹੈ, ਜੇ ਨਹੀਂ ਵੀ ਹੁੰਦਾ ਤਾਂ ਬਣਾ ਦਿੱਤਾ ਜਾਂਦਾ ਹੈ, ਕ੍ਰੀਏਟ ਕਰ ਦਿੱਤਾ ਜਾਂਦਾ, ਉਸ ਨੂੰ ਮਜਬੂਰ ਕਰ ਦਿੱਤਾ ਜਾਂਦਾ ਕਿ ਤੁਸੀਂ ਇਹ ਚੀਜ਼ ਕਰੋ। ਔਰ ਜੇ ਕੋਈ ਉਸ ਚੀਜ਼ ਦੀ ਵਿਰੋਧਤਾ ਕਰਦਾ ਕੋਈ ਸਟੂਡੈਂਟ ਤਾਂ ਸ਼ਾਇਦ ਉਹਦੇ ਨਾਲ ਕੀ ਵਰਤਾਰਾ ਹੁੰਦਾ ਜਗ ਜ਼ਾਹਿਰ ਹੈ। ਸੋ ਇਸ ਚੀਜ਼ ਨੂੰ ਰੋਕਣ ਦੀ ਲੋੜ ਹੈ, ਹਰੇਕ ਨੂੰ ਆਪਣੇ ਵਿਚਾਰ ਰੱਖਣ ਦੀ ਲੋੜ ਹੈ। ਕਿਤੇ ਵੀ ਕੋਈ ਐਜੀਟੇਸ਼ਨ ਹੁੰਦਾ ਹੈ, ਤੁਸੀਂ ਦੇਖੋ ਐਜੀਟੇਸ਼ਨ ਹੋ ਰਿਹਾ ਹੁੰਦਾ ਸਕੂਲ ਕਾਲਜ ਦੀਆਂ ਜਾਂ ਯੂਨੀਵਰਸਿਟੀ ਦੀਆਂ ਫੀਸਾਂ ਨੂੰ ਲੈ ਕੇ, ਉਸ ਐਜੀਟੇਸ਼ਨ ਦੇ ਵਿੱਚ ਵੀ ਇੱਕ ਪੋਲੀਟੀਕਲ ਜਿਹੜਾ ਇੰਟਰਪਸ਼ਨ ਆ ਕੇ ਔਰ ਉਹਨੂੰ ਪੋਲੀਟੀਕਲ ਰੰਗਤ ਦੇ ਦਿੱਤਾ ਜਾਂਦਾ ਹੈ, ਕੋਈ ਨਾ ਕੋਈ ਪੋਲੀਟੀਕਲ ਨੇਤਾ ਆ ਕੇ ਉਸ ਨੂੰ ਟੂਲ ਦੇ ਦਿੰਦਾ ਹੈ। ਸੋ ਉਹ ਜਿਹੜਾ ਪ੍ਰੋਟੈਸਟ ਹੁੰਦਾ ਉਹ ਕੋਈ ਹੋਰ ਹੀ ਰੰਗਤ ਲੈ ਕੇ ਵਾਇਲੈਂਸ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਲੋੜ ਹੈ ਅਜੀਤ ਜੀ। ਅਸੀਂ ਸਿਸਟਮ ਦੀ ਗੱਲ ਕਰਦੇ ਹਾਂ, ਅਸੀਂ ਸਟੂਡੈਂਟਸ ਨੂੰ ਇਹਦੇ ਵਿੱਚ ਨਹੀਂ ਦੋਸ਼ੀ ਪੂਰੀ ਤਰ੍ਹਾਂ ਮੰਨ ਸਕਦੇ, ਦੋਸ਼ੀ ਜ਼ਰੂਰ ਨੇ, ਕਿਉਂਕਿ ਉਹਨਾਂ ਨੂੰ ਵੀ ਜਦੋਂ ਕਾਲਜ ਦੇ ਵਿੱਚ ਐਂਟਰ ਕਰਦੇ ਆ ਕਿਸੇ ਪਾਰਟੀ ਨਾਲ ਜੁੜਨ ਦੇ ਲਈ ਉਹ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਵੀ ਇੱਕ ਚੀਜ਼ ਨੂੰ ਸੋਚਣਾ ਚਾਹੀਦਾ ਕਿ ਉਸ ਪਾਰਟੀ ਦੇ ਮੰਤਵ ਕੀ ਨੇ, ਉਸ ਪਾਰਟੀ ਦੇ ਕੀ ਉਦੇਸ਼ ਨੇ ਅੱਗੇ ਜਾ ਕੇ। ਕਿਉਂਕਿ ਸਟੂਡੈਂਟਸ ਦੇ ਵਿੱਚ ਵੀ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਸਟੂਡੈਂਟ ਯੂਨੀਅਨਸ ਦੀ ਇਲੈਕਸ਼ਨਸ ਹੁੰਦੀਆਂ, ਉਹ ਇਲੈਕਸ਼ਨ ਦਾ ਜਿਹੜਾ ਪਹਿਲੀ ਇਲੈਕਸ਼ਨ ਹੋਈ ਸੀ, ਮੈਨੂੰ ਯਾਦ ਨਹੀਂ ਕਦੋਂ ਹੋਈ ਸੀ, ਬਟ ਉਹਦਾ ਮੋਟਿਵ ਇਹ ਰੱਖਿਆ ਗਿਆ ਸੀ ਕਿ ਜੋ ਸਟੂਡੈਂਟਸ ਨੂੰ ਪ੍ਰੋਬਲਮਸ ਆਉਂਦੀਆਂ ਇਨ ਫਿਊਚਰ ਵੀਸੀਜ਼ ਦੇ ਨਾਲ ਜਾਂ ਫੀਸਾਂ ਨੂੰ ਲੈ ਕੇ ਜਾਂ ਕੋਈ ਹੋਰ ਐਡਮਿਨਿਸਟ੍ਰੇਟਿਵ ਵਰਕ ਨੂੰ ਲੈ ਕੇ, ਉਸ ਚੀਜ਼ ਨੂੰ ਸੌਰਟ ਆਊਟ ਕਰਨ ਵਾਸਤੇ ਇੱਕ ਐਸੋਸੀਏਸ਼ਨ ਬਣਾਈ ਗਈ ਸੀ। ਲੇਕਿਨ ਉਸ ਐਸੋਸੀਏਸ਼ਨ ਦਾ ਫਾਇਦਾ, ਉਸ ਐਸੋਸੀਏਸ਼ਨ ਦੇ ਵਿੱਚ ਜਿੰਨੀਆਂ ਕੁ ਸਟੂਡੈਂਟ ਉਹਦੇ ਵਿੱਚ ਇਨਵੋਲਵ ਹੁੰਦੇ ਨੇ, ਕਿਉਂਕਿ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਐਜ਼ ਅ ਵੋਟਰ ਲੈਂਦੀਆਂ, ਇਸੇ ਕਰਕੇ ਸ਼ਾਇਦ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਉਹਦੇ ਵਿੱਚ ਵੱਧ ਜਾਂਦੀ ਹੈ, ਜਿਹੜੀ ਕਿ ਬਹੁਤ ਹੀ ਮੰਦਭਾਗੀ ਹੈ। ਕਿਉਂਕਿ ਸਟੂਡੈਂਟ ਦਾ ਜਿਹੜਾ ਮਾਈਂਡ ਹੁੰਦਾ ਹੈ ਉਹ ਸਿਰਫ ਉੱਥੇ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਲਈ ਜਾਂਦੇ ਆ, ਉਹ ਆਪਣੇ ਕੈਰੀਅਰ ਡਿਵੈਲਪ ਕਰਨ ਵਾਸਤੇ ਜਾਂਦੇ ਆ, ਲੇਕਿਨ ਜਦੋਂ ਉਹ ਬਾਹਰ ਨਿਕਲਦੇ ਆ ਤਾਂ ਕਿਸੇ ਨਾ ਕਿਸੇ ਪਾਰਟੀ ਦਾ ਟੈਗ ਉਹਨਾਂ ਦੇ ਉੱਪਰ ਲੱਗਿਆ ਹੁੰਦਾ ਹੈ, ਔਰ ਜਿਹੜਾ ਕਿ ਉਹਨਾਂ ਨੂੰ ਸਹੀ ਦਿਸ਼ਾ 'ਚ ਲਿਜਾਉਣ ਦੀ ਬਜਾਏ ਗਲਤ ਦਿਸ਼ਾ ਦੇ ਵਿੱਚ ਲਿਜਾਉਣ ਲਈ ਕਾਰਾਗਰ ਸਿੱਧ ਹੋ ਜਾਂਦਾ ਹੈ। ਸੋ ਇਹ ਚੀਜ਼ ਬਹੁਤ ਗਲਤ ਹੈ, ਕਿਉਂਕਿ ਸਟੂਡੈਂਟਸ ਹੀ ਤੁਸੀਂ ਕਹਿ ਲਓ ਕਿ ਇੱਕ ਨੀਂਹ ਹੈ ਦੇਸ਼ ਦੀ, ਜਿਨ੍ਹਾਂ ਨੇ ਕਿ ਦੇਸ਼ ਦੀ ਡਿਵੈਲਪਮੈਂਟ ਨੂੰ, ਦੇਸ਼ ਦੀ ਪ੍ਰਗਤੀ ਨੂੰ ਅੱਗੇ ਲੈ ਕੇ ਜਾਣਾ ਹੈ। ਸੋ ਇਸ ਚੀਜ਼ ਨੂੰ ਜਿੰਨਾ ਚਿਰ ਪੋਲੀਟੀਕਲ ਇਨਵੋਲਵਮੈਂਟ ਉਹਦੇ ਤੇ ਨਹੀਂ ਹਟਦੀ, ਅਸੀਂ ਇਸ ਚੀਜ਼ ਨੂੰ ਇਹਦੇ ਚੋਂ ਅਲੱਗ ਨਹੀਂ ਕਰ ਸਕਦੇ। ਇਦਾਂ ਦੀਆਂ ਵਾਇਲੇਸ਼ਨਸ, ਇਦਾਂ ਦੇ ਤੁਸੀਂ ਕਹਿ ਲਓ ਕਿ ਵਿਚਾਰਾਂ ਦੇ ਵਟਾਂਦਰੇ ਜਿਹੜੇ ਹੁੰਦੇ ਨੇ, ਮਤਭੇਦ ਹੁੰਦੇ ਨੇ, ਉਹ ਜ਼ਰੂਰ ਹੁੰਦੇ ਰਹਿਣਗੇ ਜਦੋਂ ਤੱਕ ਪੋਲੀਟੀਕਲ ਪਾਰਟੀਆਂ ਉਹਦੇ ਚ ਇਨਫਲੂਐਂਸ ਨਹੀਂ ਹਟਾਉਂਦੀਆਂ। ਸ਼ਿਵਦੀਪ ਜੀ, ਇਸੇ ਸਵਾਲ ਦੇ ਨਾਲ ਕਿ ਪੋਲੀਟੀਕਲ ਪਾਰਟੀਆਂ ਨੇ ਇੰਨਾ ਕੁਝ ਸਟੂਡੈਂਟਸ ਤੱਕ ਗੰਦਲਾ ਕਰ ਦਿੱਤਾ ਹੈ, ਇਹਦੇ ਨਾਲ ਇੱਕ ਸਵਾਲ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗਾ, ਆਪਣੇ ਵਿਚਾਰ ਦਿਓ ਕਿ ਕਿਆ ਅੱਜ ਇਹੋ ਜਿਹਾ ਵਕਤ ਨਹੀਂ ਮਹਿਸੂਸ ਹੋਣ, ਵਕਤ ਦੀ ਲੋੜ ਨਹੀਂ ਮਹਿਸੂਸ ਹੋਣ ਲੱਗ ਗਈ ਕਿ ਜਿਵੇਂ ਪੋਲੀਟੀਸ਼ੀਅਨਸ ਨੇ ਐਜੂਕੇਸ਼ਨਲ ਸਿਸਟਮਸ ਦੇ ਵਿੱਚ, ਭਾਵੇਂ ਮੰਨਣ ਵਾਲੀ ਗੱਲ ਹੈ ਕਿ ਸਟੂਡੈਂਟ ਯੂਨੀਅਨ ਵੀ ਹੋਣੀਆਂ ਚਾਹੀਦੀਆਂ, ਸਟੂਡੈਂਟਸ ਜਿਹੜੇ ਹੈਗੇ ਉਹ ਪੋਲੀਟੀਕਲੀ ਬਹੁਤ ਅਵੇਅਰ ਵੀ ਹੋਣੇ ਚਾਹੀਦੇ ਨੇ, ਉਹ ਆਪਣਾ ਪੋਲੀਟੀਕਲ ਕੈਰੀਅਰ ਅਪਣਾਉਣਾ ਜਾਂ ਵਿਚਾਰਧਾਰਾ ਅਪਣਾਉਣਾ ਉਹ ਵੀ ਉਹਨਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਪਰ ਉਹ ਵਿਚਾਰਧਾਰਾ ਇੱਕ ਹਾਰਡਕੋਰ ਪੋਲੀਟੀਸ਼ੀਅਨਸ ਵਾਂਗੂ ਅੱਖਾਂ ਮੀਚ ਕੇ ਨਾ ਹੋ ਗਏ, ਸਗੋਂ ਪੜਚੋਲ ਕਰਕੇ ਸਟੂਡੈਂਟਸ ਜਿਹੜੇ ਹੈਗੇ ਉਹ ਕਿਸੇ ਵਿਚਾਰਧਾਰਾ ਨੂੰ ਅਪਣਾਉਣ, ਤਾਂ ਉਸ ਤਰ੍ਹਾਂ ਦੀ ਕੁਝ ਸੰਸਥਾਵਾਂ ਯੂਨੀਵਰਸਿਟੀ ਕਾਲਜਸ ਦੇ ਵਿੱਚ ਇਹੋ ਜਿਹੇ ਕੁਝ ਗਾਈਡ ਗਰੁੱਪ ਵੋਲੰਟਰੀ, ਚਾਹੇ ਸਟੂਡੈਂਟਸ ਦੇ ਔਰ ਟੀਚਰਸ ਦੇ ਮਿਲ ਕੇ ਬਣਨ ਦੀ ਲੋੜ ਨਹੀਂ ਹੋਊਗੀ, ਜਿੱਥੇ ਉਹ ਸਟੂਡੈਂਟਸ ਨੂੰ ਇਹ ਸਮਝਾਉਣ ਕਿ ਅੱਖਾਂ ਮੀਚ ਕੇ ਕਮਿਟਡ ਹੋ ਕੇ ਕਿਸੇ ਧਾਰਮਿਕ ਜਾਤੀ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਇਹੋ ਜਿਹੇ ਤਰੀਕੇ ਨਾਲ ਤੁਸੀਂ ਮੋਟੀਵੇਟ ਹੋਣ ਦੀ ਬਜਾਏ ਇਹੋ ਜਿਹੇ ਵਿਚਾਰ ਅਪਣਾਉਣੇ ਸ਼ੁਰੂ ਕਰੋ ਜਿਹੜੇ ਮੁਲਕ ਵਾਸਤੇ ਫਾਇਦੇਮੰਦ ਹੋ ਸਕਣ ਤੇ ਟਰੂ ਡੈਮੋਕ੍ਰੇਸੀ ਨੂੰ ਪ੍ਰਮੋਟ ਕਰਨ 'ਚ ਸਹਾਈ ਹੋ ਸਕਣ। ਕੀ ਇਹੋ ਜਿਹੀ ਵਿਚਾਰਧਾਰਾ ਜਾਂ ਇਹੋ ਜਿਹੀ ਸੋਚ ਵਾਲੇ ਜਿਹੜੇ ਗਰੁੱਪ ਆ ਉਹ ਕ੍ਰੀਏਟ ਕਰਨ ਦੀ ਲੋੜ ਨਹੀਂ ਹੋਗੀ ਆ? ਦੇਖੋ ਅਜੀਤ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਵਿਦਿਆਰਥੀ ਸ਼ਾਮਲ ਹੁੰਦੇ ਨੇ ਆਪੋ ਆਪਣੀਆਂ ਯੂਨੀਅਨਾਂ ਦੇ ਵਿੱਚ, ਇੱਕ ਤਾਂ ਇਹ ਆ ਕਿ ਉਹ ਸਾਰੇ ਦੇ ਸਾਰੇ ਅਪਕਮਿੰਗ ਪੋਲੀਟੀਕਲ ਨੇਤਾ ਨਹੀਂ ਹੁੰਦੇ। ਇੱਕ ਗੱਲ ਅਸੀਂ ਪਹਿਲਾਂ ਇਹ ਸਮਝ ਲਈਏ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਉਹਨਾਂ ਗੱਲਾਂ ਦੇ ਲਈ ਯੂਨੀਅਨ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹੜੀਆਂ ਉਹਨਾਂ ਦੇ ਵਿੱਚ ਫੀਸਾਂ ਦਾ ਮਾਮਲਾ ਵੀ ਹੈ, ਉਹਨਾਂ ਦੇ ਵਿੱਚ ਭਵਿੱਖ ਦੇ ਵਿੱਚ ਜਾ ਕੇ ਰੁਜ਼ਗਾਰ ਦਾ ਮਾਮਲਾ ਵੀ ਹੈ, ਔਰ ਫੀਸਾਂ ਦੇਸ਼ ਦੇ ਵਿੱਚ ਕਿਉਂ ਵੱਧ ਰਹੀਆਂ ਨੇ, ਸਰਕਾਰੀ ਐਜੂਕੇਸ਼ਨ ਸਿਸਟਮ ਕਿਉਂ ਤਬਾਹ ਹੋ ਰਿਹਾ ਵਾ, ਜੇ ਮੈਂ ਅੱਜ ਦੀ ਹਾਇਰ ਐਜੂਕੇਸ਼ਨ ਦੇ ਉੱਤੇ ਕੱਟ ਕਿਉਂ ਲੱਗ ਰਹੇ ਨੇ,
ਅੱਜ ਤੋਂ ਜੇ 40 ਸਾਲ ਜਾਂ 30 ਸਾਲ ਪਹਿਲਾਂ ਪਿੰਡਾਂ ਦਾ ਆਮ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਸਕਦਾ ਸੀ ਤੇ ਅੱਜ ਆਮ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚੋਂ ਖਾਰਜ ਕਿਉਂ ਹੁੰਦਾ ਜਾ ਰਿਹਾ ਹੈ? ਪੰਜਾਬ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਮੂਲ ਰੂਪ ਦੇ ਵਿੱਚ ਖੇਤੀ ਨਾਲ ਸੰਬੰਧਿਤ ਆ, ਉੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਬਹੁ ਗਿਣਤੀ ਤਾਂ ਕੀ ਬਹੁਤ ਛੋਟੀ ਗਿਣਤੀ ਪੇਂਡੂ ਤੇ ਕਿਸਾਨਾਂ ਦੀ ਕਿਉਂ ਰਹਿ ਗਈ ਹੈ? ਇਹਨਾਂ ਸਵਾਲਾਂ ਨੂੰ ਲੈ ਕੇ ਹੀ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਿੱਚ ਕਾਲਜਾਂ ਦੇ ਵਿੱਚ ਸਵਾਲ ਉਠਾਉਣੇ ਹੁੰਦੇ ਨੇ ਔਰ ਇਹਨਾਂ ਸਵਾਲਾਂ ਦਾ ਸਿੱਧਾ ਸੰਬੰਧ ਤੁਹਾਡੇ ਦੇਸ਼ ਦੀ ਆਰਥਿਕ ਦਸ਼ਾ ਨਾਲ, ਤੁਹਾਡੇ ਦੇਸ਼ ਦੀ ਪੋਲਿਟਿਕਸ ਦੇ ਨਾਲ ਜੁੜਿਆ ਹੁੰਦਾ। ਇਸ ਕਰਕੇ ਵਿਦਿਆਰਥੀਆਂ ਤੋਂ ਇਹ ਡਿਮਾਂਡ ਕਰੀਏ ਕਿ ਉਹ ਪੋਲੀਟੀਕਲੀ ਤਾਂ ਚੇਤਨ ਹੋਣ ਪਰ ਉਹ ਸਵਾਲ ਨਾ ਉਠਾਉਣ, ਤੇ ਜੇ ਉਹ ਸਵਾਲ ਉਠਾਉਂਦੇ ਕਿਸੇ ਖਾਸ ਵਿਚਾਰਧਾਰਾ ਨੂੰ ਸਵੀਕਾਰ ਕਰਨ ਤਾਂ ਉਹ ਪੋਲੀਟੀਕਲੀ ਗਲਤ ਹੋ ਜਾਂਦੇ ਨੇ। ਸਾਨੂੰ ਸੋਚਣਾ ਚਾਹੀਦਾ। ਸਵਾਲ ਸਿਰਫ ਇਹ ਹੈ ਕਿ ਉਹ ਅਪਕਮਿੰਗ ਜਿਹੜੇ ਨੇਤਾ ਨੇ, ਭਵਿੱਖ ਦੇ ਜਿਹੜੇ ਸਿਆਸੀ ਨੇਤਾ ਨੇ, ਉਹ ਕਿਸ ਕਿਸਮ ਦੇ ਵਿਚਾਰਾਂ ਨਾਲ ਲੈਸ ਹੋ ਰਹੇ ਨੇ, ਉਹ ਕਿਸ ਕਿਸਮ ਦੀ ਤਸਵੀਰ ਆਪਣੇ ਮਨ ਦੇ ਵਿੱਚ ਲੈ ਕੇ ਪੋਲੀਟੀਕਲ ਖੇਤਰ ਦੇ ਵਿੱਚ ਦਾਖਲ ਹੋ ਰਹੇ ਨੇ। ਕਿ ਉਹ ਸੱਚਮੁੱਚ ਸੱਤਾਧਾਰੀ ਪੋਲਿਟਿਕਸ ਦੇ ਵਿੱਚ ਆਪਣੀ ਸਪੇਸ ਬਣਾਉਣ ਲਈ ਤੇ ਰਾਜਨੀਤੀ ਨੂੰ ਇੱਕ ਧੰਦੇ ਵਜੋਂ ਸ਼ਾਮਲ ਕਰਕੇ ਰਾਜਨੀਤੀ 'ਚ ਸ਼ਾਮਲ ਹੋ ਰਹੇ ਨੇ ਕਿ ਰਾਜਨੀਤੀ ਨੂੰ ਦੇਸ਼ ਦੀ ਸੇਵਾ ਦੇ ਲਈ, ਦੇਸ਼ ਦੇ ਭਵਿੱਖ ਦੇ ਲਈ, ਦੇਸ਼ ਦੇ ਜਨਤਾ ਦੇ ਭਵਿੱਖ ਦੇ ਲਈ ਇੱਕ ਸੇਧ ਦੇਣ ਦੇ ਲਈ ਸ਼ਾਮਲ ਹੋ ਰਹੇ ਨੇ। ਇਹਦੇ 'ਚ ਸਾਨੂੰ ਜ਼ਰੂਰ ਇੱਕ ਲਕੀਰ ਖਿੱਚ ਕੇ ਚੱਲਣਾ ਪਏਗਾ। ਅਸੀਂ ਐਦਾਂ ਨਹੀਂ ਕਹਿ ਸਕਦੇ ਕਿ ਸਾਰੇ ਵਿਦਿਆਰਥੀ ਜਿਹੜੇ ਯੂਨੀਅਨਾਂ 'ਚ ਆਉਣਗੇ ਉਹ ਇੱਕੋ ਕਿਸਮ ਦੀ ਰਾਜਨੀਤੀ 'ਚ ਜਾਣ ਕੇ ਉਹਨਾਂ ਦੀ ਰਾਜਨੀਤਿਕ ਚੋਣ ਵੀ ਅਲੱਗ-ਅਲੱਗ ਹੋਏਗੀ, ਵਿਚਾਰਾਂ ਦੇ ਆਧਾਰ ਤੇ ਵੀ ਤੇ ਇਰਾਦਿਆਂ ਦੇ ਆਧਾਰ ਦੇ ਉੱਤੇ ਵੀ, ਨੀਅਤ ਦੇ ਆਧਾਰ ਦੇ ਉੱਤੇ ਵੀ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਵਿਦਿਆਰਥੀਆਂ ਨੂੰ ਜਦੋਂ ਇਹ ਸਾਰੀਆਂ ਚੀਜ਼ਾਂ ਵਿਚਾਰਨੀਆਂ ਪੈਂਦੀਆਂ ਨੇ ਤਾਂ ਉਹਨਾਂ ਸਾਹਮਣੇ ਇਹ ਵੀ ਇੱਕ ਸਵਾਲ ਹੈ ਔਰ ਉਹਨਾਂ ਦੀ ਪੋਲੀਟੀਕਲ ਚੇਤਨਤਾ ਇਸ ਲੈਵਲ ਤੇ ਜ਼ਰੂਰ ਹੋਣੀ ਚਾਹੀਦੀ ਹੈ ਕਿ ਕੀ ਕੋਈ ਸਾਨੂੰ ਧਰਮ ਦੇ ਨਾਂ ਦੇ ਉੱਤੇ ਗੁੰਮਰਾਹ ਤਾਂ ਨਹੀਂ ਕਰ ਰਿਹਾ, ਸਾਨੂੰ ਪੰਥ ਦੇ ਨਾਂ ਦੇ ਉੱਤੇ, ਹਿੰਦੂਤਵ ਦੇ ਨਾਂ ਦੇ ਉੱਤੇ, ਮੁਸਲਿਮ ਹੋਣ ਦੇ ਨਾਂ ਦੇ ਉੱਤੇ ਗੁੰਮਰਾਹ ਤਾਂ ਨਹੀਂ ਕਰ ਰਿਹਾ। ਇੱਥੇ ਹੀ ਬਸ ਨਹੀਂ, ਮੈਂ ਤਾਂ ਇਹ ਵੀ ਕਹਾਂਗਾ ਕਿ ਕੀ ਸਾਨੂੰ ਕੋਈ ਮਜ਼ਦੂਰ ਜਮਾਤ ਦੇ ਇਨਕਲਾਬ ਦੇ ਨਾਂ ਦੇ ਉੱਤੇ ਗੁੰਮਰਾਹ ਤਾਂ ਨਹੀਂ ਕਰ ਰਿਹਾ। ਵਿਦਿਆਰਥੀਆਂ ਨੂੰ ਇਸ ਗੱਲ ਲਈ ਜ਼ਰੂਰ ਚੇਤਨ ਹੋਣਾ ਚਾਹੀਦਾ ਔਰ ਇਸ ਗੱਲ ਨੂੰ ਚੇਤਨ ਹੋ ਕੇ ਉਹ ਆਪਣੀ ਚੋਣ ਕਰਨ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜੇ ਅਸੀਂ ਕਹੀਏ ਕਿ ਵਿਦਿਆਰਥੀਆਂ ਨੂੰ ਤਾਂ ਚੋਣ ਕਰਨੀ ਹੀ ਨਹੀਂ ਚਾਹੀਦੀ, ਰਾਜਨੀਤੀ ਤੋਂ ਉਹਨਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ, ਇਸ ਗੱਲ ਨਾਲ ਮੈਂ ਬਿਲਕੁਲ ਐਗਰੀ ਨਹੀਂ ਕਰਦਾ। ਹਾਂ, ਇਸ ਗੱਲ ਨਾਲ ਮੈਂ ਹਮੇਸ਼ਾ ਐਗਰੀ ਕਰਦਾ ਕਿ ਵਿਦਿਆਰਥੀ ਜਿਹੜੇ ਰਾਜਨੀਤਿਕ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਜਾਣਨ ਦਾ ਯਤਨ ਕਰਦੇ ਨੇ, ਭਵਿੱਖ ਦੇ ਵਿੱਚ ਉਹ ਉਹਨਾਂ ਸਵਾਲਾਂ ਬਾਰੇ ਸਵਾਲ ਵੀ ਜ਼ਰੂਰ ਉਠਾ ਦਿੰਦੇ ਨੇ। ਔਰ ਮੈਂ ਆਪਣੇ ਹਵਾਲੇ ਨਾਲ ਫਿਰ ਮੈਂ ਕਹਾਂਗਾ, ਗੱਲ ਕਰਨੀ ਬੜੀ ਮਾੜੀ ਗੱਲ ਹੁੰਦੀ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਹੁਣ ਨਾਂ ਨਹੀਂ ਲੈਂਦਾ ਪਾਰਟੀ ਦਾ, ਨਾ ਮੈਂ ਕਿਸੇ ਨੇਤਾ ਦਾ ਨਾਂ ਲਵਾਂਗਾ, ਕਿਉਂਕਿ ਮੈਂ ਬਹੁਤ ਕਲੀਅਰ ਗੱਲ ਕਹਾਂਗਾ ਕਿ ਜਦੋਂ ਅਸੀਂ ਵਿਦਿਆਰਥੀ ਸੀ ਸਾਨੂੰ ਪੜ੍ਹਾਇਆ ਜਾਂਦਾ ਸੀ, ਜੋ ਸਾਡੇ ਸੀਨੀਅਰ ਵਿਦਿਆਰਥੀ ਨੇਤਾਵਾਂ ਵੱਲੋਂ, ਆਲ ਇੰਡੀਆ ਦੇ ਵਿਦਿਆਰਥੀਆਂ ਵੱਲੋਂ, ਮੈਂ ਸਟੇਟ ਲੈਵਲ ਦੇ ਉੱਤੇ ਜਥੇਬੰਦੀ 'ਚ ਕੰਮ ਕਰਦਾ ਰਿਹਾ, ਆਲ ਇੰਡੀਆ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦਾ ਰਿਹਾ, ਈਵਨ ਆਲ ਇੰਡੀਆ ਲੈਵਲ ਦੇ ਉੱਤੇ ITIs ਵਿਦਿਆਰਥੀਆਂ ਦੀ ਇੱਕ ਜਥੇਬੰਦੀ ਬਣੀ, ਮੈਨੂੰ ਉਸ ਸਟੇਟ ਦਾ ਲੀਡਰ ਵੀ ਬਣਾਇਆ ਗਿਆ। ਜ਼ਾਹਰ ਹੈ ਕਿ ਉਹਦੇ ਆਧਾਰ ਦੇ ਉੱਤੇ ਮੈਂ ਉਸ ਪ੍ਰੋਪਰ ਜਿਹੜੀ ਇੱਕ ਜਥੇਬੰਦੀ ਬਣੀ, ਉਹਦਾ ਕੇਂਦਰ ਲੈਵਲ ਦਾ ਵੀ ਮੈਂ ਲੀਡਰ ਬਣਦਾ ਸੀ ਜੇ ਮੈਂ ਬਣਨਾ ਚਾਹੁੰਦਾ ਸੀ, ਪਰ ਕਿਉਂਕਿ ਮੈਂ ਨਹੀਂ ਸੀ ਬਣਨਾ। ਪ੍ਰੋਗਰਾਮ ਦਾ ਪੂਰਾ ਹੋ ਗਿਆ ਹੈ। ਇੱਕ ਮਿੰਟ ਮੈਂ ਸਿਰਫ ਕਹਾਂਗਾ ਅਜੀਤ ਜੀ, ਮੈਂ ਸਿਰਫ ਇਹ ਗੱਲ ਕਹਿਣ ਦਾ ਯਤਨ ਕਰ ਰਿਹਾ ਕਿ ਜੋ ਕੁਝ ਉਦੋਂ ਸਾਨੂੰ ਦੱਸਿਆ ਜਾਂਦਾ ਸੀ, ਜਦੋਂ ਮੈਂ ਪ੍ਰੈਕਟਿਸ ਦੇ ਵਿੱਚ ਦੇਖਿਆ ਕਿ ਮੇਰੀ ਪਾਰਟੀ ਜਿਹਨੂੰ ਮੈਂ ਆਪਣੀ ਪਾਰਟੀ ਮੰਨਣਾ ਸ਼ੁਰੂ ਕਰ ਦਿੱਤਾ, ਮੇਰੀ ਪਾਰਟੀ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਜੋ ਦੱਸਦੀ ਹੈ, ਜਦੋਂ ਉਹ ਮੈਂ ਵਿਦਿਆਰਥੀ ਜੀਵਨ ਤੋਂ ਬਾਹਰ ਆ ਕੇ ਚੋਣ ਕਰਨੀ ਹੈ ਤਾਂ ਮੇਰੀ ਪਾਰਟੀ ਤਾਂ ਉਹਨਾਂ ਸੁਪਨਿਆਂ ਦੇ ਉੱਤੇ, ਉਹਨਾਂ ਵਿਚਾਰਾਂ ਦੇ ਉੱਤੇ, ਉਹਨਾਂ ਨੀਤੀਆਂ ਦੇ ਉੱਤੇ ਪਹਿਰੇਦਾਰੀ ਨਹੀਂ ਕਰ ਰਹੀ, ਤਾਂ ਮੈਂ ਉਸ ਪਾਰਟੀ ਦਾ ਸਾਥ ਛੱਡ ਗਿਆ। ਔਰ ਇਸ ਕਰਕੇ ਵਿਦਿਆਰਥੀਆਂ ਕੋਲੇ ਇੰਨੀ ਕੁ ਚੇਤਨਾ ਜ਼ਰੂਰ ਹੋਣੀ ਚਾਹੀਦੀ ਆ ਕਿ ਉਹ ਜੇ ਇੱਕ ਵੇਲੇ ਗੁੰਮਰਾਹ ਹੋ ਵੀ ਗਏ ਨੇ ਜਾਂ ਇੱਕ ਵੇਲੇ ਉਹ ਦਖਲ ਅੰਦਾਜ਼ੀ ਦੇ ਸ਼ਿਕਾਰ ਹੋ ਵੀ ਗਏ ਨੇ ਜਾਂ ਉਹਨਾਂ ਦੀ ਪਾਰਟੀ ਨਵੇਂ ਸਮੇਂ ਦੇ ਵਿੱਚ ਆਪਣੇ ਵਿਚਾਰ ਬਦਲ ਗਈ ਹੈ ਤਾਂ ਉਹ ਉਹਨੂੰ ਛੱਡ ਕੇ ਪਾਸੇ ਵੀ ਹੋ ਸਕਦੇ, ਪਰ ਰਾਜਨੀਤਿਕ ਤੌਰ ਤੇ ਵਿਦਿਆਰਥੀਆਂ ਨੂੰ ਚੇਤਨ ਮੇਰੇ ਮੁਤਾਬਕ ਹਰ ਹਾਲਤ ਦੇ ਵਿੱਚ ਹੋਣਾ ਚਾਹੀਦਾ, ਕਿਉਂਕਿ ਜੇ ਦੇਸ਼ ਨੂੰ ਬਚਾਉਣਾ ਤਾਂ ਵਿਦਿਆਰਥੀਆਂ ਦੀ ਚੇਤਨਤਾ ਭਵਿੱਖ ਦੇ ਨਾਗਰਿਕਾਂ ਦੇ ਤੌਰ ਤੇ ਬਹੁਤ ਲਾਜ਼ਮੀ ਆ ਔਰ ਹਰ ਹਾਲਤ ਦੇ ਵਿੱਚ ਹੋਣੀ ਚਾਹੀਦੀ ਹੈ। ਇਹ ਵਿਦਿਆਰਥੀ ਗੁੰਮਰਾਹ ਨਾ ਹੋਣ, ਇਹ ਸਾਡੀ ਰਾਜਨੀਤਿਕ ਲੋੜ ਵੀ ਆ, ਸਾਡੀ ਭਵਿੱਖੀ ਲੋੜ ਵੀ ਆ, ਹਰ ਪੱਖੋਂ ਸਾਡੀ ਇਹ ਲੋੜ ਹੈ। ਧੰਨਵਾਦ ਸ਼ਿਵਦੀਪ ਜੀ, ਧੰਨਵਾਦ ਪ੍ਰਭਮੀਤ ਸਿੰਘ ਜੀ, ਧੰਨਵਾਦ CP ਸਿੰਘ ਜੀ
ਤੇ ਨਾਲ ਹੀ ਮੈਂ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦਾ। ਇੱਥੇ ਹੀ ਅਸੀਂ ਇਸ ਪ੍ਰੋਗਰਾਮ ਨੂੰ ਰੈਪ ਅਪ ਕਰਦੇ ਹਾਂ ਤੇ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਨਵੇਂ ਮੁੱਦੇ ਤੇ ਵਿਚਾਰ ਕਰਨ ਲਈ ਅਸੀਂ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਹਾਂ। ਉਦੋਂ ਤੱਕ ਸਾਨੂੰ ਦਿਓ ਆਗਿਆ। ਧੰਨਵਾਦ ਜੀ। ਧੰਨਵਾਦ।